ਅੱਜ ਆਪਾਂ ਪ੍ਰੋਗਰਾਮ ਜਿਹੜਾ ਹੈ ਜਿਵੇਂ ਨਰਸਰੀ ਦੇ ਰੂਪ 'ਚ ਆਪਾਂ ਥੱਲੇ ਤੋਂ ਹਜੇ ਸ਼ੁਰੂ ਕੀਤਾ ਹੈ, ਹੌਲੀ ਹੌਲੀ ਜਾਗਰੂਕ ਕਰਦੇ ਕਰਦੇ ਆਪਾਂ ਅੱਗੇ ਜਾਣਾ ਹੈ। ਧੰਨਵਾਦ ਹੈ। ਸੋ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਸਾਡੇ ਵੀਰ ਸਰਵਣ ਸਿੰਘ ਜੀ ਹੇਰ, ਸਾਬਕਾ ਸਰਪੰਚ ਪਿੰਡ ਹੇਰਾ ਪਿੰਡ ਵੀ ਇਸ ਇਲਾਕੇ ਦਾ ਮਸ਼ਹੂਰ ਪਿੰਡ ਹੈ। ਸੋ ਉਹਨਾਂ ਪ੍ਰਤੀ ਮੈਂ ਬੇਨਤੀ ਕਰਾਂਗਾ ਉਹ ਵੀ ਆਪਣੇ ਜਿਹੜੇ ਵਿਚਾਰ ਹੈ ਸਿੰਘ ਸਾਹਿਬ, ਬਾਬਾ ਬੁੱਢਾ ਜੀ, ਗੁਰਮਤਿ ਕ੍ਰਾਂਤੀ ਸਭਾ, ਇਹਨਾਂ ਦੇ ਕੋਲ ਜਾਂ ਆਪਣੇ ਵਿਚਾਰ ਜਿਹੜੇ ਹੈ ਸੰਗਤਾਂ ਨਾਲ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਬਹੁਤ ਹੀ ਧੰਨਵਾਦੀ ਹਾਂ, ਜੀ ਆਇਆਂ ਆਖਦਾ ਹਾਂ ਸਿੱਖ ਚੈਨਲ ਸਾਰੀ ਹੀ ਟੀਮ ਨੂੰ, ਸੰਧੂ ਸਾਹਿਬ ਹੋਣਾ ਨੂੰ, ਤੇ ਬਹੁਤ ਹੀ ਧੰਨਵਾਦੀ ਹਾਂ ਜਥੇਦਾਰ ਜੀ ਸਿੰਘ ਸਾਹਿਬ ਜੋ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਦੇ ਜਥੇਦਾਰ ਨੇ। ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਆ, ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਵਾਸਤੇ ਜੋ ਭੇਦਭਾਵ ਬਣੇ ਹੋਏ ਹਨ, ਅਸੀਂ ਅਣਜਾਣ ਹਾਂ ਸਾਰੇ, ਉਹਦੇ ਵਾਸਤੇ ਜੋ ਇਹ ਉਪਰਾਲਾ ਕਰ ਰਹੇ ਹਨ, ਉਹਦੇ ਵਾਸਤੇ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਨਾਲ ਹੀ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਇਹਨਾਂ ਨੇ ਸਾਡੇ ਇੱਥੇ ਇਲਾਕੇ ਦੇ ਵਿੱਚ ਜਿਹੜਾ ਇਹ ਸਬ ਆਫਿਸ ਖੋਲ੍ਹ ਕੇ ਲੋਕਾਂ ਨੂੰ ਜਾਣਕਾਰੀ ਦੇਣੀ ਆ, ਉਹਦੇ ਲਈ ਵੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਸਹਿਯੋਗ ਵੀ ਦੇਵਾਂਗੇ, ਵੱਧ ਚੜ੍ਹ ਕੇ ਇਹਨਾਂ ਦੇ ਨਾਲ ਚੱਲਾਂਗੇ ਹਰ ਜਗ੍ਹਾ। ਸੋ ਅੱਜ ਦਾ ਜਿਹੜਾ ਆਪਣਾ ਵਿਚਾਰ ਗੋਸ਼ਟੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਾਸਤੇ ਸਾਰੇ ਹੀ ਸਤਿਕਾਰਯੋਗ ਵੀਰਾਂ ਨੇ ਤਕਰੀਬਨ ਆਪਣੀ ਜੋ ਜਵਾਬ ਵੀ ਤੇ ਸਵਾਲ ਵੀ ਆ ਸਾਰੇ ਲਗਭਗ ਇੱਕੋ ਜਿਹੇ ਆਪਾਂ ਅੱਜ ਚੱਲਦੇ ਆ ਸਾਰਿਆਂ ਦੇ। ਸੋ ਮੈਂ ਵੀ ਇਸ ਦੇ ਵਿੱਚ ਥੋੜ੍ਹੀ ਜਿਹੀ ਆਪਣੀ ਜਾਣਕਾਰੀ ਦੇ ਮੁਤਾਬਕ ਜਿੰਨਾ ਕੁ ਮੈਨੂੰ ਸਮਝ ਹੈ ਉਹਦੇ ਮੁਤਾਬਕ ਮੈਂ ਵੀ ਇਹਦੇ ਵਿੱਚ ਹਿੱਸਾ ਲੈਣਾ ਚਾਹੁੰਦਾ ਸੀ। ਬੇਨਤੀ ਕਰਾਂ, ਮੈਂ ਜਿੱਥੇ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਿੰਘਾਂ ਦੇ ਬਾਰੇ ਸਾਡੇ ਵਿਚਾਰ ਚੱਲਦੇ ਹਨ, ਮੈਂ ਥੋੜ੍ਹਾ ਜਿਹਾ ਉਸ ਤੋਂ ਵੀ ਹਟ ਕੇ ਇੱਕ ਹੋਰ ਆਪਣੇ ਮਨ ਦੀ ਸੋਚ ਦੇ ਮੁਤਾਬਕ ਇੱਕ ਗੱਲ ਕਰਨੀ ਚਾਹੁੰਦਾ ਕਿ ਪ੍ਰਚਾਰ ਦੇ ਨਾਲ ਨਾਲ ਸਾਡਾ ਜਿਹੜਾ ਪਹਿਰਾਵਾ ਆ ਜਾਂ ਇੱਕ ਦਿਖਾਵਾ ਆ, ਅਸੀਂ ਗੁਰੂ ਦੇ ਸਿੱਖ ਆ। ਅੰਮ੍ਰਿਤਧਾਰੀ ਸਿੰਘ ਜਿਹੜਾ ਉਹ ਇੱਕ ਬਹੁਤ ਵਧੀਆ ਪ੍ਰਚਾਰ ਦਾ ਸਾਧਨ ਬਣ ਜਾਂਦਾ। ਜਦੋਂ ਇੱਕ ਅੰਮ੍ਰਿਤਧਾਰੀ ਸਿੰਘ ਜਿਹਨੇ ਅੰਮ੍ਰਿਤ ਛਕਿਆ, ਸਿੰਘ ਤਿਆਰ ਸਜਿਆ, ਉਸ ਤੋਂ ਬਾਅਦ ਉਹ ਜਿਸ ਤਰ੍ਹਾਂ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰੇ, ਤੇ ਮੈਨੂੰ ਲੱਗਦਾ ਉਹਦੇ ਵੱਲ ਦੇਖ ਕੇ ਹੋਰ ਵੀ ਉਤਸ਼ਾਹ ਵੀ ਪੈਦਾ ਹੁੰਦਾ, ਸਾਡੀ ਲਹਿਰ ਨੂੰ ਜਿਹੜਾ ਉਹ ਬਲ ਵੀ ਮਿਲਦਾ। ਜੇ ਇੱਕ ਗੁਰੂ ਘਰ ਦਾ ਸਿੱਖ ਆਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਕਰਦਾ, ਉਹ ਆਪ ਤਾਂ ਅਸੀਂ ਰੋਜ਼ ਵੇਖਦੇ ਹਾਂ ਸਾਰੇ, ਐਤਵਾਰ ਦਾ ਦਿਨ ਹੁੰਦਾ, ਨਹਾ ਧੋ ਕੇ ਇਸ਼ਨਾਨ ਕਰਕੇ ਚਿੱਟੇ ਕੱਪੜੇ ਪਾ ਕੇ ਸ੍ਰੀ ਸਾਹਿਬ ਦੇ ਉੱਪਰ ਦੀ ਪਾ ਕੇ ਹੱਥ 'ਚ ਗੋਟਾ ਫੜ ਕੇ ਮੜੀ ਦੀ ਸੇਵਾ ਕਰਦਾ ਹੋਵੇ, ਤੇ ਉੱਥੋਂ ਦੇਖਣ ਵਾਲੇ ਜਿਹੜੇ ਆ ਉਹਨੂੰ ਦੇਖ ਕੇ ਜਿਹੜੀ ਉਹ ਗੱਲ ਉਹ ਦੂਜੇ ਪਾਸੇ ਜਾਂਦੀ ਆ। ਚਾਹੀਦਾ ਕਿ ਜੇ ਅਸੀਂ ਗੁਰੂ ਦੇ ਸਿੱਖ, ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਕਰੀਏ, ਤੇ ਸਾਡੇ ਵੱਲ ਦੇਖ ਕੇ ਹੋਰ ਵੀ ਜਿਹੜੀ ਸੰਗਤ ਆ ਸਾਡੇ ਇਲਾਕੇ ਦੀ, ਸਾਡੇ ਪਿੰਡ ਦੀ, ਨਗਰ ਦੀ, ਉਹ ਵੀ ਸਾਡੇ ਵਾਂਗੂ ਹੌਲੀ 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 ਅੱਜ ਹੋਰ ਕੱਲ ਹੋਰ ਥੋੜਾ ਥੋੜਾ ਆਸਤੇ ਆਸਤੇ ਜ਼ਰੂਰ ਉਸ ਰਾਹ ਤੇ ਚੱਲ ਪੈਣਗੇ। ਗ੍ਰੰਥੀ ਸਿੰਘਾਂ ਦੀ ਵਾਰ-ਵਾਰ ਗੱਲ ਹੁੰਦੀ ਆ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ, ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਜੋ ਗ੍ਰੰਥੀ ਸਭਾ ਆ ਉਹਦੇ ਜਥੇਦਾਰ ਜੀ ਬੈਠੇ ਨੇ। ਆਪਾਂ ਨੂੰ ਮਨ ਤੋਂ ਥੋੜਾ ਜਿਹਾ ਸੋਚਣ ਲਈ ਚਾਹੀਦਾ ਵੀ ਜਿੰਨੇ ਗ੍ਰੰਥੀ ਸਿੰਘ ਆ, ਅਸੀਂ ਨਗਰਾਂ ਦੇ ਗੁਰਦੁਆਰਾ ਕਮੇਟੀਆਂ ਵਾਲੇ, ਚਾਹੇ ਉਹ ਉਨੀ ਕਿ ਇਹਨਾਂ ਦੀ ਸਾਡੀ ਆਰਥਿਕ ਜਿਹੜੀ ਹਾਲਤ ਉਹ ਵਾਲੀ ਵਧੀਆ ਨਹੀਂ ਹੁੰਦੀ, ਅਸੀਂ ਜਾਣ ਬੁੱਝ ਕੇ ਉਹਦਾ ਸਤਿਕਾਰ ਕਰਨ ਲਈ, ਉਹਨੂੰ ਪੂਜਾ ਦੇਣ ਲਈ, ਉਹਨੂੰ ਜੋ ਵੀ ਅਸੀਂ ਉਹਦਾ ਸਤਿਕਾਰ ਕਰਨਾ ਉਹਦੇ ਮੁਤਾਬਕ ਨਾ ਕਰਨ ਹੋਣ ਕਰਕੇ ਅਸੀਂ ਜਾਣ ਬੁੱਝ ਕੇ ਜਿਹੜਾ ਗ੍ਰੰਥੀ ਸਿੰਘ ਆ ਉਹ ਅਣਜਾਣ ਜਾਂ ਜਿਹੜਾ ਨਹੀਂ ਜਾਣਕਾਰ ਉਹਨੂੰ ਰੱਖ ਲੈਂਦੇ ਆ। ਅਸੀਂ ਲੱਖਾਂ ਨਹੀਂ, ਹੁਣ ਤਾਂ ਕਰੋੜਾਂ ਰੁਪਏ ਤੱਕ ਹੋ ਗਏ ਐਨ ਆਰ ਆਈ ਵੀਰਾਂ ਦਾ
ਅਸੀਂ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਇੱਥੇ ਸ਼ਰਧਾ ਦਿਖਾਈ ਆ ਗੁਰੂ ਘਰ ਦੇ ਵਿੱਚ। ਬੜੇ ਬੜੇ ਗੁਰਦੁਆਰਾ ਸਾਹਿਬ ਹਰੇਕ ਨਗਰ ਦੇ ਵਿੱਚ 2-2 4-4 ਬਣ ਗਏ ਆ। ਸੋ ਉਹ ਮਾਇਆ ਖਰਚ ਕੇ ਬਿਲਡਿੰਗ ਬਣਾ ਕੇ ਚਲੇ ਜਾਂਦੇ ਆ। ਸਾਡਾ ਨਗਰ ਵਾਲਿਆਂ ਦਾ, ਪਿੰਡਾਂ ਵਾਲਿਆਂ ਦਾ ਫਰਜ਼ ਹੁੰਦਾ ਵੀ ਉੱਥੋਂ ਅਸੀਂ ਹੁਣ ਚੰਗੇ ਵਧੀਆ ਤਰੀਕੇ ਨਾਲ ਲੋਕਾਂ ਨੂੰ ਸੇਧ ਦਈਏ। ਬਹੁਤ ਵਧੀਆ ਚੰਗਾ ਗ੍ਰੰਥੀ ਰੱਖ ਕੇ ਉਦੋਂ ਗੱਲ ਹੋਈ ਸੀ। ਕਲੇਰ ਸਾਹਿਬ ਹੋਣਾ ਵੀ ਕੀਤੀ, ਸਿੰਘ ਸਾਹਿਬ ਹੋਣਾ ਨੇ ਉਹਦਾ ਜਵਾਬ ਵੀ ਦਿੱਤਾ ਸੀ ਵੀ ਚੰਗੇ ਕੱਪੜੇ ਜਾਂ ਚੰਗਾ ਉਹਨੂੰ ਅਸੀਂ ਦੇ ਕੇ ਉਹਦਾ ਸਤਿਕਾਰ ਨਹੀਂ, ਲੇਕਿਨ ਗ੍ਰਹਿਸਥੀ ਜੀਵਨ ਦੇ ਵਿੱਚ ਜ਼ਰੂਰਤ ਵੀ ਹੈ, ਉਹ ਵੀ ਸਾਨੂੰ ਚਾਹੀਦਾ। ਇੱਕ ਜ਼ਰੂਰ ਬੇਨਤੀ ਕਰਦੇ ਹਾਂ ਜਥੇਦਾਰ ਜੀ ਰਾਹੀਂ ਕਿ ਜਿਹੜੇ ਗ੍ਰੰਥੀ ਸਿੰਘ ਆ ਇਹਨਾਂ ਨੂੰ ਜਾਂ ਤਾਂ ਸ਼੍ਰੋਮਣੀ ਕਮੇਟੀ ਕੋਈ ਉਪਰਾਲਾ ਕਰੇ ਇਹਨਾਂ ਨੂੰ ਸਿੱਖਿਅਤ ਕਰਨ ਦਾ। ਅਸੀਂ ਰੋਜ਼ ਦੇਖਦੇ ਹਾਂ ਪਿੰਡਾਂ ਦੇ ਵਿੱਚ ਥੋੜਾ ਥੋੜਾ ਪਾਠ ਸਿੱਖ ਕੇ ਨਵੇਂ ਲੜਕੇ ਨੌਜਵਾਨ ਜਿਹੜੇ ਆ ਅੰਮ੍ਰਿਤ ਛਕ ਕੇ ਉਹ ਅਣਜਾਣ ਪੁਣੇ ਦੇ ਵਿੱਚ ਹੀ ਗੁਰਦੁਆਰਾ ਘਰਾਂ ਦੇ ਵਿੱਚ ਸੇਵਾ ਕਰਨ ਲੱਗ ਜਾਂਦੇ ਆ। ਜਿਹੜੇ ਸਿੱਖਿਅਤ ਨਹੀਂ ਹੁੰਦੇ, ਲੋਕਾਂ ਦੀ ਉੱਥੇ ਮਜਬੂਰੀ ਹੁੰਦੀ ਆ ਸੰਗਤਾਂ ਦੀ ਕਿ ਉਹ ਉਹਨਾਂ ਨੂੰ ਓਡੀ ਸੇਵਾ ਦੇ ਨਹੀਂ ਸਕਦੇ ਹੁੰਦੇ, ਫਿਰ ਉਹਨਾਂ ਨਾਲ ਟਾਈਮ ਸਾਰ ਲੱਗ ਜਾਂਦੇ ਆ। ਜਦੋਂ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਲਈ ਜਾਂ ਉਹ ਆਪਦੇ ਮਨ ਦੇ ਲਾਲਚ ਲਈ ਫਿਰ ਉਹ ਜਿੱਥੇ ਕੋਈ ਸੇਵਾਦਾਰ ਜਾਂ ਪਰਿਵਾਰ ਆਖ ਦਿੰਦਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਉਸੇ ਤਰ੍ਹਾਂ ਹੀ ਉਹਦਾ ਮੜੀ ਤੇ ਚਾਹੇ ਜਿੱਥੇ ਵੀ ਕਰਦਾ। ਲੇਕਿਨ ਇੱਕ ਨਹੀਂ ਕਈ ਜਗ੍ਹਾ ਹੀ ਇਹਨਾਂ ਦੇ ਜਥੇਦਾਰ ਜੀ ਹੁਣਾਂ ਦੇ, ਸਿੰਘ ਸਾਹਿਬ ਹੁਣਾਂ ਦੇ ਉਪਰਾਲੇ ਦੇ ਨਾਲ ਇੱਥੇ ਪਿੰਡਾਂ ਦੇ ਵਿੱਚ ਸਤਿਕਾਰ ਕਮੇਟੀਆਂ ਦੇ ਰਾਹੀਂ ਕੋਈ ਜਗ੍ਹਾਵਾਂ ਦੇ ਮੜੀਆਂ ਦੇ ਕਈ ਮਸਲੇ ਹੱਲ ਵੀ ਹੋਏ ਆ। ਬਹੁਤੀ ਥਾਈਂ ਇਹ ਜ਼ਰੂਰ ਹੈਗਾ ਸੀ ਵੀ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਦੇ ਵਿੱਚ ਲੋਕਾਂ ਨੂੰ ਗਲਤ ਰਾਏ ਪਾ ਕੇ ਉੱਥੇ ਬਾਰ-ਬਾਰ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕੀਤਾ ਜਾਂਦਾ ਸੀ। ਸੋ ਇੱਕ ਤਾਂ ਮੇਰੇ ਕਹਿਣ ਦਾ ਭਾਵ ਇਹ ਹੈਗਾ ਵੀ ਜਿਹੜਾ ਅੰਮ੍ਰਿਤਧਾਰੀ ਸਿੰਘ ਆ ਉਹ ਪੂਰਨ ਰਹਿਤ ਮਰਿਆਦਾ ਦੇ ਵਿੱਚ ਆਪ ਪਹਿਲਾਂ ਚੱਲੇ ਤਾਂ ਜੋ ਉਹਦੇ ਨਾਲ ਉਹਦੇ ਪਹਿਰਾਵੇ ਦੇ ਨਾਲ ਸੰਗਤ ਦੇ ਵਿੱਚ ਉਤਸ਼ਾਹ ਵੀ ਬਣੇ। ਉਹਦਾ ਆਚਰਣ ਜਿਹੜਾ ਉਹ ਬਹੁਤ ਸੱਚਾ ਸੁੱਚਾ ਹੋਣਾ ਚਾਹੀਦਾ, ਕਿਉਂਕਿ ਦੇਖੋ ਦੇਖੀ ਦੇ ਨਾਲ ਥੋੜਾ ਜਿਹਾ ਆਪਾਂ ਆਮ ਦੇਖਦੇ ਹਾਂ ਕਿ ਗੱਲ ਥੋੜਾ ਜ਼ਿਆਦਾ ਫੈਲਦੀ ਆ। ਔਰ ਸਤਿਕਾਰ ਕਰਨ ਲਈ ਇੱਕ ਨਹੀਂ, ਜਿੱਦਾਂ ਅੱਜ ਆਪਾਂ ਪਹਿਲ ਤੋਂ ਸ਼ੁਰੂ ਕੀਤਾ ਕੰਮ, ਤੁਸੀਂ ਜਿੱਥੇ ਵੀ ਦੇਖ ਲਈਏ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਚਾਹੇ ਵਿਆਹ ਸ਼ਾਦੀ 'ਚ ਹੋਵੇ, ਨਿੱਕੇ ਨਿੱਕੀਆਂ ਗੱਲਾਂ ਤੇ ਆਪਾਂ ਨਿਰਾਦਰ ਕਰਦੇ ਹਾਂ। ਅੱਜ ਵੀ ਅਸੀਂ ਕਿਸੇ ਪ੍ਰੋਗਰਾਮ ਤੇ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਗ੍ਰੰਥੀ ਸਿੰਘ ਪ੍ਰਚਾਰ ਵੀ ਕਰਦੇ ਆ, ਸਾਨੂੰ ਰੋਜ਼ ਦੱਸਦੇ ਵੀ ਆ ਜਿਹੜੀ ਰਹਿਤ ਮਰਿਆਦਾ ਦੇ ਅਨੁਸਾਰ ਸਾਈਂ ਕਰਨਾ, ਪਰ ਅਸੀਂ ਨਹੀਂ ਸਮਝਦੇ। ਇਹ ਵੀ ਅਸੀਂ ਦੋਸ਼ੀ ਆ ਸਾਰੇ। ਜੇ ਮੈਂ ਕਹਿੰਦਾ ਵੀ ਆਪਾਂ ਜਿੰਨੇ ਕੁ ਅੱਜ ਇੱਥੇ ਇਸ ਗੋਸ਼ਟੀ ਦੇ ਵਿੱਚ ਸ਼ਾਮਲ ਆ, ਇੰਨੇ ਕੀ ਕੱਲ ਤੋਂ ਥੋੜਾ ਜਿਹਾ ਆਪਣੇ ਆਪ ਪਰਿਵਾਰਾਂ ਤੋਂ, ਆਪਣੇ ਆਪ ਘਰਾਂ ਤੋਂ ਹੀ ਚੱਲ ਪਈਏ ਤੇ ਮੇਰੇ ਖਿਆਲ ਆ ਵੀ ਦੇਖੋ ਦੇਖੀ ਥੋੜੀ ਜਿਹੀ ਗੱਲ ਅੱਗੇ ਚੱਲੂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਸੀਂ ਕੜਮਾਈ ਤਾਂ ਪਾਈ ਜਾਂਦੇ ਆ ਤੇ ਉੱਥੇ ਹੀ ਅਸੀਂ ਟਿੱਕਾ ਲਾਈ ਜਾਂਦੇ ਆ। ਉਹ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਦਾ ਕਿੱਡਾ ਵੱਡਾ ਅਸੀਂ ਨਿਰਾਦਰ ਕਰ ਰਹੇ ਆ। ਫਿਰ ਇੱਕ ਮੈਂ ਆਪਣੀ ਜਾਣਕਾਰੀ ਵਾਸਤੇ ਅੱਜ ਸਿੰਘ ਸਾਹਿਬ ਬੈਠੇ ਨੇ, ਕਈ ਵਾਰੀ ਗ੍ਰੰਥੀ ਸਿੰਘ ਮਹਾਰਾਜ ਸ਼ਾਮ ਵੇਲੇ ਜਦੋਂ ਅਸੀਂ ਸਮਾਪਤੀ ਕਰਦੇ ਹਾਂ, ਮਹਾਰਾਜ ਦਾ ਸਰੂਪ ਸੰਤੋਖਣ ਵਾਸਤੇ ਜਾਂਦੇ ਆ। ਸਾਡੇ ਪਿੰਡ ਮੇਰੇ ਨਗਰ ਦੇ ਵਿੱਚ ਵੀ ਇੱਕ ਥੋੜੀ ਜਿਹੀ ਸਾਨੂੰ ਕਈਆਂ ਦਿਨਾਂ ਦੀ ਗੱਲ ਚੱਲਦੀ ਸੀ ਵੀ ਅਰਦਾਸ ਅਸੀਂ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਮਾਪਤੀ ਦੀ, ਉਸ ਤੋਂ ਬਾਅਦ ਸਰੂਪ ਨੂੰ ਅਸੀਂ ਸੁਖਾਸਨ ਵਾਸਤੇ ਲੈ ਕੇ ਜਾਂਦੇ ਹਾਂ। ਕੀ ਉੱਥੇ ਜਾ ਕੇ ਫਿਰ ਦੁਬਾਰੇ ਅਰਦਾਸ ਕਰਨੀ ਬਣਦੀ ਆ ਸਾਡੀ ਜਾਂ ਨਹੀਂ ਬਣਦੀ? ਕਿਉਂਕਿ ਸਾਡੇ ਨਗਰ ਦੇ ਵਿੱਚ ਕਈਆਂ ਦਿਨਾਂ ਤੋਂ ਜਿਹੜਾ ਗੱਲ ਗ੍ਰੰਥੀ ਸਿੰਘ ਨਾਲ ਵੀ ਚੱਲਦੀ ਆ, ਕੋਈ ਕਹਿੰਦਾ ਇਹ ਕਰਨੀ ਚਾਹੀਦੀ ਆ, ਕਿਉਂਕਿ 2 ਮਿੰਟ ਪਹਿਲਾਂ ਅਸੀਂ ਮਹਾਰਾਜ ਦਾ ਸਰੂਪ ਉਠਾਉਣ ਤੋਂ ਪਹਿਲਾਂ ਅਸੀਂ ਕਰਦੇ ਹਾਂ, ਉਹ ਤੋਂ ਬਾਅਦ 2 ਕਰਮ ਤੇ ਜਾ ਕੇ ਅਸੀਂ ਮਹਾਰਾਜ ਦਾ ਸਰੂਪ ਸੁਹਾਕਣ ਵਾਸਤੇ ਰੱਖਦੇ ਹਾਂ। ਤੇ ਉੱਥੇ ਵੀ ਕੀ ਅਰਦਾਸ ਕਰਨੀ ਚਾਹੀਦੀ ਆ ਜਾਂ ਨਹੀਂ, ਜਾਂ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਗੱਲਾਂ ਨਿਤਨੇਮ ਦੇ ਜਰੀਏ ਜਿਹੜੀਆਂ ਗ੍ਰੰਥੀ ਸਿੰਘ ਦੀਆਂ ਰੋਜ਼ ਸਵੇਰੇ ਸ਼ਾਮ ਬਣਦੀਆਂ। ਇੱਕ ਮੈਂ ਬੇਨਤੀ ਹੋਰ ਕਰਨੀ ਆ ਜਿਹੜੀ ਆਪਾਂ ਕਿਸੇ ਅਜੇ ਨਹੀਂ ਗੱਲ ਛੇੜੀ ਕਿ ਲਾਊਡ ਘਰ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਜਿਹੜੇ ਪਲੀਜ਼ ਉਹਨਾਂ ਨੂੰ ਗ੍ਰੰਥੀ ਸਿੰਘਾਂ ਦੇ ਰਾਹੀਂ ਆਪਾਂ ਜ਼ਰੂਰ ਸੰਗਤ ਦੇ ਵਿੱਚ ਲਿਜਾਈਏ ਵੀ ਬਾਹਰ ਜਿਹੜੇ ਉੱਪਰ ਸਪੀਕਰ ਲਾ ਕੇ ਇੱਕ ਪਿੰਡ ਵਿੱਚ 4-4 ਗੁਰਦੁਆਰੇ 5-5 ਗੁਰਦੁਆਰੇ ਉਹ ਵੀ ਅਸੀਂ ਬਾਣੀ ਦਾ ਨਿਰਾਦਰ ਕਰ ਰਹੇ ਹਾਂ। ਇੱਧਰੋਂ ਗ੍ਰੰਥੀ ਸਿੰਘ ਕਿਸੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਤੇ ਹੁੰਦਾ, ਦੂਸਰਾ ਕਿਸੇ ਪਾਸੇ ਹੁੰਦਾ, ਉਹ ਵੀ ਨਹੀਂ ਚੱਲਦਾ। ਸੋ ਮੈਂ ਬੇਨਤੀ ਕਰਾਂ ਤੇ ਨਾਲ ਹੀ ਮੈਂ ਫਤਿਹ ਗੁਜ਼ਾਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰੀਕੇ ਨਾਲ ਸਾਡੇ ਸਤਿਕਾਰਯੋਗ ਵੀਰ ਜੀਆਂ ਨੇ ਬਹੁਤ ਹੀ ਵਧੀਆ ਜਿਹੜੇ ਵਿਚਾਰ ਆਪਣੇ ਰੱਖੇ ਆ, ਕਿਉਂਕਿ ਆਪਾਂ ਸਵਾਲਾਂ ਦੇ ਲਈ ਹੀ ਇੱਥੇ ਆਏ ਆ। ਜਿਸ ਤਰੀਕੇ ਨਾਲ ਪਹਿਲੀ ਗੱਲ ਅਰਦਾਸ ਬੇਨਤੀ ਬਾਰੇ ਕੀਤੀ ਹੈ ਵੀਰ ਜੀਆਂ ਨੇ, ਇੱਥੇ ਇੱਕ ਗੱਲ ਸਪਸ਼ਟ ਹੈ ਕਿ ਜਦੋਂ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਵੀ ਪ੍ਰਕਾਰ ਦੀ ਸੇਵਾ ਦੇ ਵਿੱਚ ਕੋਈ ਵੀ ਗੁਰੂ ਦਾ ਸਿੱਖ ਜਾਂਦਾ ਤੇ ਉੱਥੇ ਅਰਦਾਸ ਬੇਨਤੀ ਲਾਜ਼ਮੀ ਹੋ। ਦੂਸਰੀ, ਇੱਕ ਸੰਗਤੀ ਰੂਪ ਦੇ ਵਿੱਚ ਅਰਦਾਸ ਹੁੰਦੀ ਹੈ ਜਿਹਨੂੰ ਆਪਾਂ ਵਿਸਥਾਰ ਪੂਰਵਕ ਕਹਿ ਲਈਏ, ਕਿਉਂਕਿ ਸੰਪੂਰਨ ਸ਼ਬਦ ਕਈ ਵਾਰੀ ਵਰਤ ਲਿਆ ਜਾਂਦਾ। ਅਰਦਾਸ ਤਾਂ ਸੰਪੂਰਨ ਹੀ ਹੁੰਦੀ ਹੈ, ਕਿਉਂਕਿ ਅਰਦਾਸ ਜਿਹੜੀ ਆ ਉਹ ਸ਼ਬਦਾਂ ਦੀ ਮੁਹਤਾਜ ਨਹੀਂ ਹੈ। ਸੰਗਤੀ ਰੂਪ ਦੇ ਵਿੱਚ ਵਿਸਥਾਰ ਪੂਰਵਕ ਅਰਦਾਸ ਹੋ ਜਾਂਦੀ ਹੈ, ਸਾਰੇ ਪ੍ਰੋਗਰਾਮ ਦਾ ਵੇਰਵਾ ਦੱਸਿਆ ਜਾਂਦਾ ਹੈ ਨਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਰਿਵਾਰ ਦੇ ਸੰਬੰਧੀ ਵੀ ਅਰਦਾਸ ਬੇਨਤੀ ਕੀਤੀ ਜਾਂਦੀ ਹੈ, ਜਿਸ ਪ੍ਰਕਾਰ ਦੇ ਵੱਲੋਂ ਕਿਸ ਪ੍ਰਕਾਰ ਦੀ ਵੀ ਸੇਵਾ ਹੋਈ ਹੈ ਸੁਰ ਹੋ ਵਿਚਾਰ। ਜਦੋਂ ਸਮਾਪਤੀ ਹੋ ਗਈ ਹੈ, ਜਿਹਨੂੰ ਆਪਾਂ ਸੂਖਮ ਅਰਦਾਸ ਵੀ ਕਹਿ ਲੈਂਦੇ ਆ, ਜਿਹਦੇ ਵਿੱਚ ਬਦਲਾਓ ਕੋਈ ਨਹੀਂ ਹੋ ਸਕਦਾ, ਜਿਸ ਪ੍ਰਕਾਰ ਦੇ ਵਿੱਚ ਆਪਾਂ ਵਿਸਥਾਰ ਪੂਰਵਕ ਅਰਦਾਸ ਦੇ ਵਿੱਚ ਪੂਰਾ ਵੇਰਵਾ ਦਿੰਦੇ ਆ, ਉੱਥੇ ਆਪਾਂ ਥੋੜੇ ਸ਼ਬਦਾਂ ਦੇ ਵਿੱਚ ਔਰ ਬਿਨਾਂ ਉੱਚੀ ਬੋਲੇ ਤੋਂ, ਬਿਨਾਂ ਜੈਕਾਰਾ ਛੱਡੇ ਤੋਂ ਉੱਥੇ ਅਰਦਾਸ ਬੇਨਤੀ ਜਿਹੜੀ ਆ ਸੋਖ ਸਥਾਨਾਂ ਦੇ ਉੱਪਰ ਕੀਤੀ ਜਾ ਸਕਦੀ ਆ, ਕੀਤੀ ਜਾਣੀ ਵੀ ਚਾਹੀਦੀ ਆ। ਔਰ ਦੂਸਰੀ ਜਿਹੜੀ ਬੇਨਤੀ ਆ, ਜਿਹੜੀ ਇਹਨਾਂ ਨੇ ਸਵਾਲ ਕੀਤਾ ਹੈ ਕਿ ਹੁਣੇ ਇੱਕ ਤਾਂ ਇਹਦੇ ਬਾਰੇ ਲਾਊਡ ਸਪੀਕਰਾਂ ਦੇ ਬਾਰੇ ਵਿੱਚ, ਲਾਊਡ ਸਪੀਕਰਾਂ ਵਾਸਤੇ ਤਾਂ ਆਪਾਂ ਨੂੰ ਨਗਰ ਦੇ ਮਤਲਬ ਵੱਲੋਂ ਹੀ ਇਹ ਫੈਸਲਾ ਲੈ ਲੈਣਾ ਚਾਹੀਦਾ ਕਿ ਜਿੱਥੇ 2-2 4-4 ਗੁਰਦੁਆਰਾ ਸਾਹਿਬ ਹੈਗੇ ਨੇ, ਆਪਸ ਦੇ ਵਿੱਚ ਸਪੀਕਰਾਂ ਦੀ ਆਵਾਜ਼ ਟਕਰਾਉਂਦੀ ਹੈ, ਕਿਸੇ ਨੂੰ ਵੀ ਉਹਦਾ ਕੋਈ ਲਾਹਾ ਪ੍ਰਾਪਤ ਨਹੀਂ ਹੁੰਦਾ। ਪਹਿਲੀ ਗੱਲ ਤਾਂ ਹੈ ਕਿ ਗੁਰਦੁਆਰਾ ਸਾਹਿਬ ਦੇ ਸਪੀਕਰ ਦੀ ਆਵਾਜ਼ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਹੀ ਰਹੇ। ਅਗਰ ਕਿਸੇ ਪ੍ਰਕਾਰ ਦੀ ਕੋਈ ਸੰਗਤ ਦੀ ਇਸ ਪ੍ਰਕਾਰ ਦੀ ਭਾਵਨਾ ਵੀ ਹੈ ਕਿ ਦੇਖੋ ਜੀ ਇੱਕ ਲਾਹਾ ਵੀ ਹੋ ਜਾਂਦਾ ਕਈ ਵਾਰ, ਜੇ ਸੁੱਧ ਬਾਣੀ ਪੜ੍ਹੀ ਜਾਵੇ, ਵਧੀਆ ਪ੍ਰੇਮ ਦੇ ਨਾਲ ਟਿਕਾ ਦੇ ਨਾਲ ਪੜ੍ਹੀ ਜਾਵੇ, ਤੇ ਅਣਜਾਣ ਵਿਅਕਤੀ ਵੀ ਘਰ ਦੇ ਵਿੱਚ ਗੁਰਬਾਣੀ ਦਾ ਗੁਟਕਾ ਸਾਹਿਬ ਹੱਥ ਦੇ ਵਿੱਚ ਲੈ ਕੇ ਤੇ ਨਾਲ ਦੀ ਨਾਲ ਸੁਣੀ ਜਾਂਦਾ, ਨਾਲ ਦੀ ਨਾਲ ਸਧਾਈ ਵੀ ਹੋ ਜਾਂਦੀ ਆ। ਪਰੰਤੂ ਅੱਜ ਕੇਵਲ ਫਾਰਮੈਲਿਟੀ ਬਣ ਕੇ ਰਹਿ ਗਈ ਆ ਕਿ ਸਵੇਰੇ ਸਪੀਕਰ ਖੜਕਣੇ ਚਾਹੀਦਾ, ਜੇ ਨਹੀਂ ਖੜਕਿਆ ਤਾਂ ਬਾਬੇ ਦੀ ਕਲਾਸ ਲੱਗ ਜਾਂਦੀ ਹੈ ਗ੍ਰੰਥੀ ਸਿੰਘ ਦੀ। ਸੋ ਜੇ ਜ਼ਿਆਦਾ ਗੁਰਦੁਆਰਾ ਸਾਹਿਬਾਨ ਹਨ ਬਹੁਤਾਤ ਦੇ ਵਿੱਚ, ਤਾਂ ਆਪਸ ਵਿੱਚ ਫੈਸਲਾ ਕਰ ਲੈਣਾ ਚਾਹੀਦਾ ਕਿ ਇੱਕ ਹਫ਼ਤਾ ਇਸ ਗੁਰਦੁਆਰਾ ਸਾਹਿਬ ਦਾ ਲਾਊਡ ਸਪੀਕਰ ਚੱਲੇ, ਦੂਸਰੇ ਜਿਹੜੇ ਹੈਗੇ ਆ ਉਹ ਅੰਦਰਲੇ ਸਪੀਕਰਾਂ ਦੇ ਉੱਤੇ ਸੇਵਾ ਨਿਭਾਉਣ, ਤੇ ਇਸ ਤਰ੍ਹਾਂ ਕੰਪਰੋਮਾਈਜ਼ ਕਰ ਲੈਣਾ ਚੰਗਾ ਹੋਵੇ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਹੀ ਆਵਾਜ਼ ਜਿਹੜੀ ਆ ਉਹ ਰਹਿ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਮੈਂ ਧੰਨਵਾਦ ਕਰਦਾ ਸਿੰਘ ਸਾਹਿਬ ਜੀ ਦਾ, ਕਿਉਂਕਿ ਸਮਾਂ ਜਿਹੜਾ ਆਪਣਾ ਬਹੁਤ ਤੇਜ਼ੀ ਨਾਲ ਜਾ ਰਿਹਾ। ਸਮਾਂ ਅਜੇ ਸਾਰੇ ਸਰੋਤੇ ਸਤਿਕਾਰਯੋਗ ਜਿਹੜੇ ਆਏ ਹਨ, ਉਹਨਾਂ ਨੇ ਕਈ ਸਵਾਲ ਪੁੱਛਣੇ ਹਨ। ਮੈਂ ਬੇਨਤੀ ਕਰਾਂਗਾ, ਗੁਰੂ ਨਾਨਕ ਦਰਬਾਰ ਦੇ ਵਿੱਚ ਜਿੱਥੇ ਬੀਬੀਆਂ ਦਾ ਦਰਜਾ ਆ ਉਹ ਬਰਾਬਰਤਾ ਦਾ ਹੈ। ਸੋ ਸਾਡੇ ਕੋਲ ਇੱਕ ਬੀਬੀ ਹਰਪ੍ਰੀਤ ਕੌਰ ਜੀ ਜੋ ਇੰਗਲੈਂਡ ਨਿਵਾਸੀ ਹਨ, ਔਰ ਜਿਨ੍ਹਾਂ ਦੀ ਪੁਰਾਣੇ ਸਟੂਡੈਂਟ ਲਾਈਫ ਦੇ ਵਿੱਚੋਂ ਹੀ ਸੇਵਾ ਜਿਹੜੀ ਆ ਐਜ ਏ ਢਾਡੀ ਪ੍ਰਚਾਰਕ ਚੱਲਦੀ ਆ ਰਹੀ ਹੈ, ਨਾਲ ਢਾਡੀਆਂ ਦੇ ਇਹ ਸੇਵਾ ਵੀ ਕਰਦੀ ਰਹੀ ਹੈ। ਮੈਂ ਬੇਨਤੀ ਕਰਾਂਗਾ ਕਿਉਂਕਿ ਸਮੇਂ ਨੂੰ ਜ਼ਰੂਰ ਨਜ਼ਰਅੰਦਾਜ਼ ਨਾ ਕਰਨਾ। ਆਪਣੀ ਬੇਨਤੀ ਕੋਈ ਸਵਾਲ ਸਿੰਘ ਸਾਹਿਬ ਨੂੰ ਤੁਸੀਂ ਕਰਨਾ ਹੋਵੇ ਐਜ ਏ ਬੀਬੀਆਂ, ਤੁਹਾਡੇ ਵੱਲੋਂ ਵੀ ਕੋਈ ਘਰ ਆਉਣਾ ਚਾਹੀਦਾ। ਸੋ ਬੇਨਤੀ ਹੈ ਆਪਣਾ ਸਵਾਲ ਕਰੋ ਜੀ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਿੱਖ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ, ਕਿਉਂਕਿ ਸਾਡੀ ਸਿੱਖੀ ਨੂੰ ਮੀਡੀਏ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ, ਜੋ ਕਿ ਮੇਰੇ ਸਤਿਕਾਰਯੋਗ ਵੀਰ ਜੋ ਇੰਗਲੈਂਡ ਵਿੱਚ ਹੀ ਜੰਮੇ ਆ, ਉੱਥੇ ਹੀ ਪਲੇ ਆ, ਪਰ ਉਹਨਾਂ ਨੇ ਦੇਖੋ ਸਿੱਖੀ ਨੂੰ ਕਿੰਨੇ ਨੇੜੇ ਹੋ ਕੇ ਦੇਖਿਆ ਵੀ ਇਸ ਚੀਜ਼ ਨੂੰ ਪੂਰਾ ਕੀਤਾ ਜਾਵੇ। ਦਵਿੰਦਰ ਸਿੰਘ ਬਾਲ, ਉਸ ਤੋਂ ਬਾਅਦ ਸਾਰੀ ਹੀ ਟੀਮ ਦਾ ਤਹਿ ਦਿਲੋਂ ਧੰਨਵਾਦ ਹੈ। ਮੇਰੇ ਸਤਿਕਾਰਯੋਗ ਅੰਕਲ ਜੀ ਹਰਭਜਨ ਸਿੰਘ ਸੰਧੂ ਅਤੇ ਹੋਰ ਸਾਰੀਆਂ ਹੀ ਮਹਾਨ ਸ਼ਖਸੀਅਤਾਂ ਅਤੇ ਗੁਰੂ ਰੂਪ ਸਿੱਖ ਸੰਗਤ।
ਮੇਰੇ ਸਤਿਕਾਰਯੋਗ ਵੀਰ ਜੀ ਬਲਜਿੰਦਰ ਸਿੰਘ ਜੀ ਛੰਨਾ ਜੀ ਨੂੰ ਮੈਂ ਦੋ ਕੁ ਗੱਲਾਂ ਪੁੱਛਣਾ ਚਾਹੁੰਦੀ ਹਾਂ ਜੋ ਕਿ ਸਾਡੀ ਨਿਊ ਜਨਰੇਸ਼ਨ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਰੱਖਦੀਆਂ ਨੇ। ਹੁਣ ਦੇਸਾਂ ਪ੍ਰਦੇਸਾਂ ਦੇ ਵਿੱਚ ਵਿਚਰੀਦਾ ਦੇਖੀਦਾ, ਬਹੁਤ ਨੇੜੇ ਹੋ ਕੇ ਦੇਖੀਦਾ, ਕਿਉਂਕਿ ਮੈਂ ਆਪ ਆਪਣੀ ਜ਼ਿੰਦਗੀ ਉੱਥੇ ਚਲਾ ਰਹੀ ਹਾਂ, ਦੇਖਦੀ ਹਾਂ, ਕਿਉਂਕਿ ਉੱਥੇ ਨਿਊ ਜਨਰੇਸ਼ਨ ਨੂੰ ਬਹੁਤ ਹੀ ਇੰਪੋਰਟੈਂਸ ਦਿੱਤੀ ਜਾਂਦੀ ਹੈ ਸਿੱਖੀ ਦੇ ਨੇੜੇ ਲਿਆਉਣ ਦੀ, ਕਿਉਂਕਿ ਜਦੋਂ ਉੱਡਦੇ ਪੌਦੇ ਨੂੰ ਹੀ ਚੰਗੀ ਤਰ੍ਹਾਂ ਪਾਣੀ ਦਿੱਤਾ ਜਾਊ ਉਹ ਵਧੂਗਾ ਤੇ ਫੁੱਲੂਗਾ। ਇਸ ਲਈ ਬਹੁਤ ਖੁਸ਼ੀ ਹੋਈ ਕਿਉਂਕਿ ਜਿੰਨੇ ਹੀ ਮਹਾਨ ਸ਼ਖਸੀਅਤਾਂ ਨੇ ਬੜੀ ਹੀ ਡੀਪਲੀ ਸਿੱਖੀ ਦੇ ਨਾਲ ਜੁੜੀਆਂ ਹੋਈਆਂ ਨੇ, ਇਸ ਸਿੱਖੀ ਦੀ ਕਦਰ ਕੀਮਤ ਨੂੰ ਜਾਣਦੀਆਂ ਨੇ। ਪਰ ਉਮੀਦ ਕਰੂੰਗੀ ਕਿ ਜੋ ਆਪਣੀ ਜਨਰੇਸ਼ਨ ਹੈ ਉਹਦੇ ਵੱਲ ਪੂਰਾ ਹੀ ਧਿਆਨ ਦਿੱਤਾ ਜਾਵੇ, ਕਿਉਂਕਿ ਤੁਸੀਂ ਦੇਖੋ ਸਾਡੀ ਜਿਹੜੀ ਨਿਊ ਜਨਰੇਸ਼ਨ ਹੈ, ਪੋਲੀਟੀਸ਼ੀਅਨ ਲੀਡਰ ਵੀ ਦੇਖ ਲੈਣ ਜਿਨ੍ਹਾਂ ਦੇ ਹੱਥ ਅੱਜ ਸਾਡੀ ਜਨਰੇਸ਼ਨ ਦੀ ਵਾਗ ਡੋਰ ਆ, ਤੇ ਸਾਡੇ ਧਾਰਮਿਕ ਮੋਢੀ ਨੇ ਜਿਹੜੇ ਉਹ ਵੀ ਇਸ ਚੀਜ਼ ਵੱਲ ਵੱਧ ਕੇ ਦੇਖ ਲੈਣ, ਕਿਉਂਕਿ ਇਹ ਜਿਹਾ ਜੋ ਨਸ਼ੇ ਦਾ ਸੰਤਾਪ ਹੈ ਉਹ ਅਸੀਂ ਘਰ ਘਰ ਦੇ ਵਿੱਚ ਖੁਦ ਹੰਢਾ ਰਹੇ ਹਾਂ। ਸਾਡੇ ਘਰ ਖਾਲੀ ਹੋ ਰਹੇ ਨੇ, ਕਿੰਨੀਆਂ ਹੀ ਸੁਸਾਈਡਾਂ ਹੋ ਰਹੀਆਂ ਨੇ, ਐਕਸੈਪਟੇਸ਼ਨ ਬਹੁਤ ਜ਼ਿਆਦਾ ਅੱਗੇ ਤੱਕ ਵੱਧ ਚੁੱਕੀ ਹੈ। ਹੁਣ ਮੇਰੇ ਸਤਿਕਾਰਯੋਗ ਅੰਕਲ ਜੀ ਜੋ ਮੀਡੀਆ ਦੇ ਕਾਫੀ ਨਜ਼ਦੀਕ ਨੇ, ਸਤਨਾਮ ਛਾਨਾ ਜੀ, ਉਹਨਾਂ ਨੇ ਕਿਰਤ ਦੀ ਗੱਲ ਕੀਤੀ ਸੀ, ਕਿਉਂਕਿ ਸਾਡੀ ਜਿਹੜੀ ਨਿਊ ਜਨਰੇਸ਼ਨ ਹੈ ਉਹ ਕਿਰਤ ਤੋਂ ਬਹੁਤ ਪਿੱਛੇ ਹਟ ਗਈ ਹੈ, ਉਹਨੂੰ ਕਿਰਤ ਦੇ ਨਜ਼ਦੀਕ ਨਹੀਂ। ਦੂਸਰੀ ਗੱਲ ਅੰਨੀ ਸ਼ਰਧਾ, ਉਹ ਮੈਂ ਬਲਜਿੰਦਰ ਸਿੰਘ ਛੰਨਾ ਜੀ ਤੋਂ ਚਾਹੂੰਗੀ ਕਿ ਉਹ ਜ਼ਰੂਰ ਐਕਸਪਲੇਨ ਕਰਨ ਇਹ ਕਿਉਂ ਹੋ ਰਹੀ ਹੈ, ਤੇ ਨਸ਼ਿਆਂ ਦੇ ਵਿੱਚ ਸਾਡੀ ਨਿਊ ਜਨਰੇਸ਼ਨ ਕਿਉਂ ਗਲਤਾਨ ਹੋ ਰਹੀ ਹੈ, ਤੇ ਕਿਰਤ ਦੀ ਕਦਰ ਕਿਉਂ ਨਹੀਂ ਕੀਤੀ ਜਾ ਰਹੀ, ਤੇ ਜਿਹੜਾ ਅੰਧ ਵਿਸ਼ਵਾਸ ਹੈ ਉਹ ਤਾਂ ਆਪੇ ਹੀ ਪੈਦਾ ਹੋਣਾ ਜਦੋਂ ਅਸੀਂ ਗੁਰੂ ਹਜੇ ਠੀਕ ਹੈ, ਇਹਨਾਂ ਨੇ ਬਿਲਕੁਲ ਗੱਲ ਸਹੀ ਕੀਤੀ ਆ ਕਿ ਅਸੀਂ ਨਰਸਰੀ ਦੇ ਵਿੱਚ ਆ, ਵਾਕਈ ਹੈ ਸਾਡੀ ਨਰਸਰੀ ਦੇ ਵਿੱਚ ਆਉਣ ਦੀ ਤਾਂ ਦੂਰ ਦੀ ਗੱਲ ਕਿ ਸਾਡੀ ਨਿਊ ਜਨਰੇਸ਼ਨ ਨੂੰ ਤਾਂ ਗੁਰੂ ਘਰ ਦੇ ਦਰਵਾਜ਼ੇ ਹੀ ਦਿਖਾਈ ਨਹੀਂ ਦੇ ਰਹੇ। ਜਦੋਂ ਸਾਡੀ ਨਿਊ ਜਨਰੇਸ਼ਨ ਡੁੱਬ ਗਈ ਹੈ ਤਾਂ ਅਸੀਂ ਜਿੰਨੇ ਕੁ ਵੀ ਸਾਡੇ ਸੂਝਵਾਨ ਵਿਦਵਾਨ ਪੰਥਕ ਮੋਢੀ ਨੇ ਉਹ ਕੀ ਕਰਨਗੇ, ਕਿਉਂਕਿ ਅਸੀਂ ਦੇਖਦੇ ਹਾਂ ਪੰਥਕ ਮੋਢੀ ਬਹੁਤ ਜ਼ਿਆਦਾ ਸਪੀਡ ਦੇ ਨਾਲ ਖੜੇ ਹੁੰਦੇ ਆ, ਅਸੀਂ ਟਰਾਈ ਕਰਦੇ ਹਾਂ ਉਹਨਾਂ ਨੂੰ ਮੋਢਾ ਦੇਣ ਦੀ, ਜਦੋਂ ਨੂੰ ਅਸੀਂ ਮੋਢਾ ਦਿੰਦੇ ਹਾਂ ਉਦੋਂ ਨੂੰ ਉਹ ਸਾਈਡ ਤੇ ਹੋ ਜਾਂਦੇ ਆ। ਪਤਾ ਨਹੀਂ ਇਸ ਚੀਜ਼ ਦਾ ਕੀ ਕਾਰਨ ਹੈ। ਪਲੀਜ਼ ਇਹ ਦੋ ਚਾਰ ਗੱਲਾਂ ਦਾ ਮੈਂ ਇਹਨਾਂ ਤੋਂ ਜ਼ਰੂਰ ਜਵਾਬ ਚਾਹੂੰਗੀ ਤੇ ਸਮੇਂ ਨੂੰ ਸੀਮਿਤ ਰੱਖਦੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬੀਬੀ ਹਰਪ੍ਰੀਤ ਕੌਰ ਦਾ, ਜਿਨ੍ਹਾਂ ਨੇ ਦੋ ਸਵਾਲ ਸਿੰਘ ਸਾਹਿਬ ਜੀ ਉਹਨਾਂ ਤੋਂ ਬੇਨਤੀ ਦੇ ਰੂਪ ਵਿੱਚ ਪੁੱਛੇ ਹਨ। ਇੱਕ ਤਾਂ ਨਵੀਂ ਜਨਰੇਸ਼ਨ ਕਿਉਂ ਨਸ਼ੇ ਵਿੱਚ ਗ੍ਰਸਤ ਹੋ ਰਹੀ ਹੈ, ਉਹਦੇ ਕੀ ਕਾਰਨ ਹਨ। ਦੂਸਰੀ ਜਿਹੜੀ ਸਤਿਗੁਰ ਦਾ ਸਤਿਕਾਰ ਬਹਾਲ ਰੱਖਣ ਵਾਸਤੇ ਜਾਂ ਗੁਰੂ ਘਰ ਵਿੱਚ ਕਿਉਂ ਨਹੀਂ ਲੱਗ ਰਿਹਾ, ਥੋੜਾ ਜਿਹਾ ਇਸ ਮੁੱਦੇ ਦੇ ਨਾਲ ਟੱਚ ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਜੀ ਨੂੰ, ਕਿਉਂਕਿ ਆਪਣੇ ਕੋਲ ਸਾਰੇ ਬੁਲਾਰੇ ਹਜੇ ਬੈਠੇ ਹਨ, ਟਾਈਮ ਸਿਰ 15-20 ਮਿੰਟ ਹੋ ਰਿਹਾ ਹੈ। ਸੋ ਆਪ ਜੀ ਕੁਝ ਜਵਾਬ ਦੇ ਕੇ ਅਗਲੇ ਸਰੋਤੇ ਨੂੰ ਆਪਾਂ ਟਾਈਮ ਦੇਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਬਾ ਜੀ ਨੇ ਬਹੁਤ ਹੀ ਜ਼ਿਆਦਾ ਨਜ਼ਦੀਕ ਤੋਂ ਹੋ ਕੇ ਅੱਜ ਦੇ ਇਸ ਸਾਰੇ ਵਿਸ਼ੇ ਨੂੰ ਸਮਝ ਲਿਆ। ਗੱਲ ਸਰਦਾ ਤੋਂ ਸ਼ੁਰੂ ਕੀਤੀ ਬੀਬਾ ਜੀ ਨੇ, ਅੰਨੀ ਸਰਦਾ ਦੇ ਬਾਰੇ ਵਿੱਚ ਗੱਲ ਕੀਤੀ ਹੈ। ਸਰਦਾ ਜਿਹੜੀ ਪੈਦਾ ਕਿੱਥੋਂ ਹੁੰਦੀ ਹੈ? ਸਾਡੇ ਪਰਿਵਾਰਕ ਮੈਂਬਰਾਂ ਦੇ ਪਾਸੋਂ ਸੁਣੀਆਂ ਸੁਣਾਈਆਂ ਕਹਾਣੀਆਂ ਨੂੰ ਲੈ ਕੇ ਸਾਡੇ ਮਨ ਦੇ ਵਿੱਚ ਸਰਦਾ ਪੈਦਾ ਹੋ ਜਾਂਦੀ ਹੈ। ਸਰਦਾ ਤੋਂ ਭਾਵ ਵਿਸ਼ਵਾਸ ਹੋ ਗਿਆ, ਫਲਾਣੀ ਜਗ੍ਹਾ ਤੇ ਫਲਾਣੇ ਬਾਬੇ ਦੀ ਜਗ੍ਹਾ ਸੀ, ਉੱਥੋਂ ਕਿਸੇ ਨੇ ਡੱਕਾ ਤੋੜ ਲਿਆ ਤੇ ਅੰਨਾ ਹੀ ਹੋ ਗਿਆ। ਫਲਾਣੀ ਜਗ੍ਹਾ ਤੇ ਫਲਾਣਾ ਕੰਮ ਹੋਇਆ ਸੀ, ਉਹਨੇ ਜੀ ਉੱਥੇ ਜਾ ਕੇ ਮੱਥਾ ਨਹੀਂ ਟੇਕਿਆ ਹੈਗਾ, ਉਹਨਾਂ ਦਾ ਤੇ ਆਹ ਨੁਕਸਾਨ ਹੋ ਗਿਆ। ਇਹਨਾਂ ਕਹਾਣੀਆਂ ਨੂੰ ਸੁਣ ਕੇ ਬੱਚੇ ਦੇ ਪੈਦਾ ਹੋਣ ਤੋਂ ਹੀ ਇਹ ਕੰਮ ਸ਼ੁਰੂ ਹੋ ਜਾਂਦਾ। ਅਗਰ ਉਸ ਨੂੰ ਇਹ ਸਮਝਾਇਆ ਜਾਵੇ ਕਿ ਭਾਈ ਕੇਵਲ ਤੇ ਕੇਵਲ ਅਕਾਲ ਪੁਰਖ ਪਰਮੇਸ਼ਰ ਤੈਨੂੰ ਇਹ ਦੁਨੀਆ ਤੇ ਭੇਜਣ ਵਾਲਾ, ਉਸੇ ਨੇ ਤੇਰੀ ਰੋਜੀ ਰੋਟੀ ਤੇਰੇ ਦੁੱਖ ਸੁੱਖ ਨੂੰ ਦੇਖਣਾ, ਉਹੀ ਤੇਰੇ ਸਵਾਸਾਂ ਦੀ ਪੂੰਜੀ ਜਿਹੜੀ ਤੈਨੂੰ ਦਿੱਤੀ ਆ ਉਹਨੂੰ ਖਤਮ ਕਰ ਸਕਦਾ ਤੇ ਉਹੀ ਤੈਨੂੰ ਬਖਸ਼ ਸਕਦਾ। ਜਿਹਦੇ ਨਾਲ ਮਿਲਣ ਵਾਸਤੇ ਮਾਰਗ ਦਰਸ਼ਨ ਕਰਦੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਈ ਉੱਥੇ ਜਾਇਆ ਕਰ, ਗੁਰਬਾਣੀ ਨੂੰ ਸੁਣਿਆ ਕਰ, ਗੁਰਬਾਣੀ ਨੂੰ ਪੜ੍ਹਿਆ ਕਰ, ਜਿਹੜੀਆਂ ਗੱਲਾਂ ਤੈਨੂੰ ਸੱਚੀਆਂ ਲੱਗਦੀਆਂ ਨੇ ਉਹਨਾਂ ਨੂੰ ਤੂੰ ਮੰਨ ਲਿਆ ਕਰ। ਤੇ ਇਹ ਸਾਰੀਆਂ ਗੱਲਾਂ ਦਾ ਜਵਾਬ ਵਿੱਚ ਹੀ ਆ ਗਿਆ।
ਨਸ਼ਿਆਂ ਤੋਂ ਵੀ ਬਚ ਜਾਣਗੇ, ਗੁਰਬਾਣੀ ਦੇ ਲੜ ਵੀ ਲੱਗ ਜਾਣਗੇ, ਮਾਤਾ ਪਿਤਾ ਦਾ ਸਤਿਕਾਰ ਵੀ ਕਰਨ ਲੱਗ ਜਾਣਗੇ, ਤੇ ਜਿਹੜਾ ਸਾਡਾ ਜੀਵਨ ਆ ਉਹ ਸਫਲਾ ਵੀ ਕਰ ਲੈਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਿੰਘ ਸਾਹਿਬ ਜੀ ਦਾ। ਬਹੁਤ ਥੋੜੇ ਸਮੇਂ ਵਿੱਚ ਬਹੁਤ ਕੀਮਤੀ ਗੱਲਾਂ ਦਾ ਜਵਾਬ ਬੀਬੀ ਹਰਪ੍ਰੀਤ ਕੌਰ ਜੀ ਦਾ ਦੱਸ ਕੇ ਗਏ ਹਨ। ਕਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਹੈ, ਵਹਿਮਾਂ ਭਰਮਾਂ ਤੋਂ ਜਾਂ ਜਿਹੜੇ ਸਾਨੂੰ ਬਾਬੇ ਭੁੱਲੇੜ ਪਾਸੇ ਨੂੰ ਲਿਜਾ ਰਹੇ ਹਨ, ਗੁਰੂ ਗ੍ਰੰਥ ਸਾਹਿਬ ਨਾਲ ਤੋੜ ਰਹੇ ਹਨ, ਉਹਨਾਂ ਵੱਲ ਕਿਵੇਂ ਅਸੀਂ ਉਹਨਾਂ ਦਾ ਖਿਆਲ ਰੱਖਣਾ ਹੈ। ਧੰਨਵਾਦ ਹੈ। ਸਾਡੇ ਕੋਲ ਗੁਰੂ ਘਰ ਤਲਵੰਡੀ ਸਲੇਮ ਜੀ ਦੇ ਸਤਿਕਾਰਯੋਗ ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਜੀ, ਆਓ ਆਪਾਂ ਇਹਨਾਂ ਦੇ ਕੁਝ ਬਚਨ ਵੀ ਸਰਵਣ ਕਰੀਏ ਜੀ। ਪਰਮ ਸਤਿਕਾਰਯੋਗ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਜੁੜ ਬੈਠੀ ਸਿੱਖ ਸੰਗਤ ਜੀ, ਆਪ ਜੀ ਨੂੰ ਫਤਿਹ ਅਰਜ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਦਮ ਮਤ ਪ੍ਰਭ ਅੰਤਰਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ ਦੇ ਮਹਾਵਾਕ ਅਨੁਸਾਰ ਅੱਜ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ, ਸੱਚੇ ਗੁਰੂ ਦੀ, ਸਤਿਗੁਰੂ ਸੱਚੇ ਪਾਤਸ਼ਾਹ ਦੀ ਸੱਚੀ ਪ੍ਰੇਰਨਾ ਸਦਕਾ ਇੱਥੇ ਜੁੜ ਕੇ ਬੈਠੇ ਹਾਂ। ਅਸੀਂ ਗੰਭੀਰ ਹਾਂ ਹਰ ਸਿੱਖ ਮਸਲੇ ਦੇ ਲਈ ਔਰ ਗੁਰਮਤਿ ਦੇ ਪ੍ਰਚਾਰ ਦੇ ਲਈ। ਸਤਿਗੁਰੂ ਕਿਰਪਾ ਕਰਨ ਸਰਬੱਤ ਨੂੰ ਧਰਮ ਦੀ ਸੇਵਾ ਬਖਸ਼ ਕੇ ਸਤਿਗੁਰੂ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਬਖਸ਼ਦੇ ਹੋਏ ਮਹਾਰਾਜ ਧਰਮ ਪ੍ਰਚਾਰ ਦੇ ਵਿੱਚ ਸਹਿਯੋਗ ਦੇਣ ਦੇ ਲਈ। ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਵਾਕ ਅਨੁਸਾਰ ਅੱਜ ਮੈਨੂੰ ਲੱਗ ਰਿਹਾ ਹੈ ਇਸ ਪ੍ਰੋਗਰਾਮ ਦੇ ਵਿੱਚ ਵਿਦਵਾਨਾਂ ਦੇ ਵਿਚਾਰ ਸੁਣ ਕੇ ਮਾਨਯੋਗ ਐਡਵੋਕੇਟ ਸਾਹਿਬ ਲਸਕਰ ਸਾਹਿਬ, ਬੀਬਾ ਜੀ ਭਾਈ ਬਲਜਿੰਦਰ ਸਿੰਘ ਛੰਨਾ ਸਾਹਿਬ, ਸਮੁੱਚੀ ਵਿਚਾਰ ਦੇ ਵਿੱਚੋਂ ਮੈਂ ਇੱਕ ਰਿਜ਼ਲਟ ਕੱਢਦਾ ਹਾਂ ਕਿ ਇੱਥੇ ਅੱਜ ਨਾਨਕ ਪਾਤਸ਼ਾਹ ਦੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਸੱਚੇ ਸੁਪੁੱਤਰ ਇਕੱਤਰ ਹੋਏ ਨੇ। ਸੋ ਅਸੀਂ ਸਾਰੇ ਅਕਾਲ ਪੁਰਖ ਦੀ ਬਖਸ਼ਿਸ਼ ਦਾ ਸਦਕਾ ਵਧਾਈ ਦੇ ਪਾਤਰ ਹਾਂ। ਸੋ ਅੱਜ ਇਹ ਸਾਡਾ ਪਹਿਲਾ ਕਦਮ ਹੈ ਜੋ ਅਸੀਂ ਸਿੱਖ ਸੰਗਤ ਵਿੱਚ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਰਜਿਸਟਰਡ ਭਾਰਤ ਦੇ ਮਾਧਿਅਮ ਦੇ ਰਾਹੀਂ ਭਾਈ ਬਲਜਿੰਦਰ ਸਿੰਘ ਛੰਨਾ ਜੀਆਂ ਦੇ ਅਣਥੱਕ ਮਿਹਨਤ ਦੀ ਸਦਕਾ, ਮੈਂ ਦੱਸ ਨਹੀਂ ਸਕਦਾ ਕਿੰਨੀਆਂ ਕੁ ਮਿਹਨਤਾਂ ਕਰਕੇ ਅਸੀਂ ਇਸ ਅੱਜ ਪਹਿਲੇ ਕਦਮ ਤੇ ਪਹੁੰਚੇ ਹਾਂ। ਇਹ ਕਾਮਯਾਬੀ ਦਾ ਸਾਡਾ ਇੱਕ ਪਹਿਲਾ ਕਦਮ ਹੈ। ਮੈਂ ਛੰਨਾ ਸਾਹਿਬ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਹਾਂ। ਸੋ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਹੈ, ਸਤਿਗੁਰੂ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਾਨੂੰ ਇੱਕ ਇੱਕ ਕਦਮ ਤੇ ਅਸੀਂ ਸਤਿਗੁਰਾਂ ਦੀ ਸੇਧ ਲੈ ਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅਸੀਂ ਸਿੱਖ ਸੰਗਤ ਨੂੰ ਇੱਥੇ ਤੱਕ ਲਿਆ ਸਕੇ ਹਾਂ। ਸਤਿਗੁਰੂ ਕਿਰਪਾ ਕਰਨ ਅੱਗੇ ਬਹੁਤ ਵੱਡਾ ਮਿਸ਼ਨ ਹੈ। ਨਵੀਂ ਜਨਰੇਸ਼ਨ ਨੂੰ ਸੇਧ ਦੇਣ ਵਾਸਤੇ ਵੀ ਸਾਡੇ ਕੋਲ ਬਹੁਤ ਵੱਡਾ ਮਿਸ਼ਨ ਹੈ। ਛੰਨਾ ਸਾਹਿਬ ਦੇ ਨਾਲ ਸਤਿਗੁਰੂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਸਾਰਾ ਕੁਝ ਹੋਣਾ ਹੈ। ਸਿੱਖ ਸੰਗਤ ਦੇ ਬਹੁਤ ਵੱਡੇ ਸਹਿਯੋਗ ਦੀ ਲੋੜ ਹੈ। ਮੈਂ ਬਹੁਤ ਜ਼ਿਆਦਾ ਵਿਚਾਰ ਨਹੀਂ ਦੇਣਾ ਚਾਹੁੰਦਾ। ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ ਕੇ ਆਪਣੀ ਸੇਵਾ ਆਪ ਲੈਣ। ਮੈਂ ਫਤਿਹ ਅਰਜ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ, ਗੁਰੂ ਨਾਨਕ ਨਿਵਾਸ ਪਿੰਡ ਤਲਵੰਡੀ ਸਲੇਮ ਦੇ ਹੈੱਡ ਗ੍ਰੰਥੀ ਸਾਹਿਬ। ਧੰਨਵਾਦ ਹੈ ਇਹਨਾਂ ਦੇ ਵਿਚਾਰਾਂ ਦੇ ਨਾਲ ਜੋ ਆਪਾਂ ਗੁਰਮਤਿ ਦੇ ਵਿਚਾਰ ਸੁਣੇ ਹਨ। ਬਹੁਤ ਹੀ ਖੁਸ਼ੀ ਹੋਈ ਹੈ। ਸੋ ਮੈਂ ਬੇਨਤੀ ਕਰਾਂਗਾ, ਸਾਡੇ ਸਤਿਕਾਰਯੋਗ ਭਾਈ ਸਵਰਨ ਸਿੰਘ ਜੀ ਕਲਾਰ ਅਮਰੀਕਾ ਤੋਂ ਆਏ ਹਨ, ਆਪਾਂ ਉਹਨਾਂ ਦੇ ਵਿਚਾਰ ਵੀ, ਕਿਉਂਕਿ ਸਾਰੀ ਸਭਾ ਦੇ ਵਿੱਚ ਚੱਲ ਰਹੇ ਹਨ, ਪੰਥ ਟਾਈਮ ਪੰਜਾਬ ਦੇ ਸਿੱਖ ਚੈਨਲ ਰਾਹੀਂ ਆਪਾਂ ਸਾਰੀ ਦੁਨੀਆ ਦੇ ਵਿੱਚ ਸਾਰਿਆਂ ਦੇ ਵਿਚਾਰ ਲੈ ਰਹੇ ਹਾਂ। ਸੋ ਆਓ ਆਪਾਂ ਭਾਈ ਸਵਰਨ ਸਿੰਘ ਜੀ ਕਲਾਰ ਅਮਰੀਕਾ ਦੇ ਵਸਨੀਕ ਹਨ, ਉਹ ਆਪਣੇ ਵਿਚਾਰ ਸਿੱਖ ਚੈਨਲ ਤੇ ਕਿਸ ਪ੍ਰਕਾਰ ਸੰਗਤਾਂ ਤੱਕ ਦਿੰਦੇ ਹਨ। ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਨਮਾਈ ਹੇਠ ਜੋ ਧੰਨ ਧੰਨ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਵੱਲੋਂ
ਇਹ ਸਿੱਖ ਚੈਨਲ ਯੂਕੇ ਦੀ ਪੂਰੀ ਟੀਮ ਅਤੇ ਇਲਾਕਾ ਨਿਵਾਸੀ ਸਮੁੱਚੀਆਂ ਸੰਗਤਾਂ ਕਲਗੀਆਂ ਵਾਲੇ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਉਹ ਨਾਰਾ ਇੱਕ ਵਾਰੀ ਬੁਲੰਦ ਕਰੀਏ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਸਿੱਖ ਚੈਨਲ ਯੂਕੇ ਵਾਲਿਆਂ ਦਾ, ਸਾਡੇ ਸਤਿਕਾਰਯੋਗ ਸਰਦਾਰ ਹਰਭਜਨ ਸਿੰਘ ਜੀ ਸੰਧੂ ਅਤੇ ਉਹਨਾਂ ਦੀ ਸਮੁੱਚੀ ਟੀਮ, ਇਲਾਕਾ ਨਿਵਾਸੀ ਮੇਰੇ ਸਤਿਕਾਰਯੋਗ ਵੱਡੇ ਵੀਰ ਐਡਵੋਕੇਟ ਸਰਦਾਰ ਅਵਤਾਰ ਸਿੰਘ ਕਲੇਰ ਖਾਨਪੁਰ ਤੋਂ, ਸਰਦਾਰ ਲਸ਼ਕਰ ਸਿੰਘ ਜੀ ਜਥੇਦਾਰ ਸਾਡੇ ਏਰੀਏ ਦੇ, ਅਤੇ ਹੋਰ ਸਮੁੱਚੀਆਂ ਹੀ ਸੰਗਤਾਂ। ਮੈਨੂੰ ਸਭ ਤੋਂ ਪਹਿਲਾਂ ਇਹ ਜ਼ਿਆਦਾ ਖੁਸ਼ੀ ਹੋਈ ਹੈ ਕਿਉਂਕਿ ਮੈਂ ਪਿਛਲੇ 20-22 ਸਾਲ ਤੋਂ ਅਮਰੀਕਾ 'ਚ ਰਹਿ ਰਿਹਾ ਅਤੇ ਪਿਛਲੇ ਸਾਲ ਹੀ ਸਾਨੂੰ ਜੋ ਸਿੱਖ ਚੈਨਲ ਦੁਨੀਆ ਦੇ ਕੋਨੇ-ਕੋਨੇ ਤੇ ਜਿਹੜੀ ਇਹ ਮੀਡੀਆ ਦੀ ਸੇਵਾ ਹੈ, ਅੱਜ ਲੋੜ ਸੀ ਇੱਕ ਬਹੁਤ ਵੱਡੀ, ਜੋ ਸਮੁੱਚੀ ਸਿੱਖ ਕੌਮ ਦੁਨੀਆ ਦੇ ਪੂਰੇ ਮੁਲਕਾਂ 'ਚ ਰਹਿ ਰਹੀ ਹੈ ਤੇ ਇਹ ਇੱਕ ਬਹੁਤ ਵੱਡੀ ਜ਼ਰੂਰਤ ਸੀ। ਸਾਨੂੰ ਬੜੀ ਖੁਸ਼ੀ ਹੈ, ਸਾਡਾ ਗੁਆਂਢੀ ਮੁਲਕ ਕੈਨੇਡਾ ਪਿਛਲੇ ਮੇਰਾ ਖਿਆਲ ਹੈ ਕਿ ਇਹਨਾਂ ਨੇ ਉਥੋਂ ਵੀ ਸਿੱਖ ਚੈਨਲ ਦੇ ਪ੍ਰੋਗਰਾਮ ਲਾਂਚ ਕੀਤੇ ਨੇ। ਸੋ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਮੇਰੇ ਇਲਾਕਾ ਨਿਵਾਸੀ, ਕਿਉਂਕਿ ਸਤਿਕਾਰਯੋਗ ਸਰਦਾਰ ਹਰਭਜਨ ਸਿੰਘ ਜੀ ਸੰਧੂ ਸਾਡੇ ਗੁਆਂਢੀ ਨੇ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿਉਂਕਿ ਸਮਾਂ ਬਦਲਦਾ ਰਹਿੰਦਾ ਹੈ, ਹਾਲਾਤ ਬਦਲਦੇ ਹੈ, ਸੰਘਰਸ਼ ਦੇ ਰੂਪ ਬਦਲਦੇ ਹੈ। ਇਹ ਵੀ ਇੱਕ ਬਹੁਤ ਵੱਡਾ ਸੰਘਰਸ਼ ਹੈ। ਜੇ ਅਸੀਂ ਅੱਜ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਦੀ ਗੱਲ ਕਰਦੇ ਹਾਂ ਤੇ ਮੈਂ ਸਮਝਦਾ ਇਹਦੇ ਨਾਲ ਜਿੰਨਾ ਚਿਰ ਅਸੀਂ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਕਿਉਂਕਿ ਮੈਂ ਸਤਿਕਾਰਯੋਗ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਦੀ ਕਿਤਾਬ ਪੜ੍ਹੀ ਹੈ, ਦੇਸ਼ ਵਿਦੇਸ਼ਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ, ਉਹ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ। ਜਿੰਨਾ ਚਿਰ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ ਪ੍ਰਬੰਧਕ ਸੱਜਣ ਗੁਰਮਤ ਨਾਲ ਨਹੀਂ ਜੁੜਨਗੇ, ਉਹਨਾਂ ਚਿਰ ਗ੍ਰੰਥੀ ਸਾਹਿਬਾਨਾਂ ਦੀ, ਕਿਉਂਕਿ ਗੁਰਬਾਣੀ ਦਾ ਹੀ ਫਰਮਾਨ ਹੈ ਰੋਟੀਆਂ ਕਾਰਨ ਪੂਰੇ ਤਾਲ, ਮਜਬੂਰੀ ਬਣ ਜਾਂਦੀ ਹੈ। ਤੇ ਜੋ ਕੁਝ ਮੈਂ ਵੇਖ ਰਿਹਾ ਅੱਜ, ਕਦੇ ਪਿੰਡਾਂ 'ਚ ਇੱਕ ਗੁਰਦੁਆਰਾ ਹੋਇਆ ਕਰਦਾ ਸੀ, ਅੱਜ 3-4 ਗੁਰਦੁਆਰੇ ਤਾਂ ਹੈ ਨਹੀਂ, ਲੇਕਿਨ ਹਰ ਕਿਸੇ ਖੇਤ ਦੇ ਕੋਰਨਰ ਦੇ ਉੱਤੇ, ਕਿਸੇ ਖੂਹ ਦੇ ਉੱਤੇ ਕਿਤੇ ਮੜੀ ਬਣੀ ਹੈ, ਕਿਤੇ ਜਗ੍ਹਾ ਬਣੀ, ਠੀਕ ਹੈ, ਸਤਿਕਾਰ ਹੈ, ਸੰਗਤਾਂ ਆਪੋ ਆਪਣਾ ਹਿਸਾਬ ਹੈ। ਲੇਕਿਨ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਇਹ ਲਿਖਿਆ ਹੈ ਕਿ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਤੇ ਫੇਰ ਕੋਈ ਤੁਕ ਨਹੀਂ ਰਹਿ ਜਾਂਦੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਉਹਨਾਂ ਮੜੀਆਂ ਦੇ ਉੱਤੇ ਲੈ ਕੇ ਜਾਈਏ। ਅਫਸੋਸ ਨਾਲ ਕਹਿਣਾ ਪੈ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪੈਂਦਾ ਹੈ, ਉੱਥੇ ਆਪੇ ਰੱਬ ਬਣ ਕੇ ਬੈਠੇ ਲੋਕ ਫੂਕਾ ਮਾਰ-ਮਾਰ ਲੋਕਾਂ ਨੂੰ ਦਵਾਈਆਂ ਵੰਡ ਰਹੇ ਹੈ। ਇੱਕ ਦੁਖਾਂਤ ਹੈ ਸਿੱਖ ਕੌਮ ਦਾ, ਕਿਉਂਕਿ ਇਹ ਜ਼ਰੂਰੀ ਹੈ ਜਿੰਨਾ ਚਿਰ, ਜਿਸ ਤਰ੍ਹਾਂ ਕਿ ਮੇਰੇ ਸਤਿਕਾਰਯੋਗ ਵੀਰ ਐਡਵੋਕੇਟ ਸਾਹਿਬ ਨੇ ਦੱਸਿਆ ਕਿ ਜਿਹੜੀ ਗੁਰਬਾਣੀ ਇੱਕ ਵੇ ਆਫ ਲਾਈਫ ਹੈ, ਇੱਕ ਪ੍ਰੈਕਟੀਕਲ ਲਾਈਫ ਹੈ, ਇਹ ਕੋਈ ਮੰਤਰ ਨਹੀਂ ਹੈ ਵੀ ਕਿਸੇ ਨੂੰ ਮੰਤਰ ਦੇ ਦਿੱਤਾ ਗਿਆ ਹੈ ਗ੍ਰੰਥੀ ਸਾਹਿਬਾਨ ਵੱਲੋਂ ਕਿ ਜਪਜੀ ਸਾਹਿਬ ਦੇ ਇੰਨੇ ਪਾਠ, ਮੈਂ ਕਿਤੇ ਗਿਣਤੀ ਨਹੀਂ ਪੜ੍ਹੀ, ਮੈਂ ਖੁਦ ਪਾਠ ਕਰਦਾ ਰਿਹਾ, ਇਤਨੇ ਪਾਠ ਜਪਜੀ ਸਾਹਿਬ ਦੇ, ਇਤਨੇ ਸੁਖਮਨੀ ਸਾਹਿਬ ਦੇ, ਇਹ ਇੱਕ ਮੰਤਰ ਬਣਾ ਦਿੱਤਾ ਗਿਆ। ਲੇਕਿਨ ਇਹ ਸੀ ਇੱਕ ਵੇ ਆਫ ਲਾਈਫ। ਗੁਰੂ ਨਾਨਕ ਪਾਤਸ਼ਾਹ ਦਾ ਮਿਸ਼ਨ ਸੀ ਕਿਰਤ ਕਰਨਾ, ਨਾਮ ਜਪਣਾ ਤੇ ਫਿਰ ਵੰਡ ਕੇ ਛਕਣਾ। ਅਸੀਂ ਉਹਨੂੰ ਭੁੱਲ ਗਏ ਹਾਂ। ਇਹ ਜਿਹੜੀ ਖੁਆਰੀ ਸਾਡੀ ਹੋ ਰਹੀ ਹੈ ਇਸੇ ਕਰਕੇ ਹੋ ਰਹੀ ਹੈ। ਤੇ ਮੈਂ ਦੁਬਾਰਾ ਫਿਰ ਧੰਨਵਾਦੀ ਹਾਂ ਸਰਦਾਰ ਹਰਭਜਨ ਸਿੰਘ ਸੰਧੂ ਯੂਕੇ ਵਾਲੇ ਸਿੱਖ ਚੈਨਲ, ਕਿਉਂਕਿ ਇਹ ਬਹੁਤ ਜਾਗਰਤਾ ਦੀ ਇੱਕ ਲੋ ਹੈ, ਇੱਕ ਲਾਈਟ ਹੈ। ਇਹ ਜਿਹੜਾ ਦੀਵਾ ਇਸੇ ਤਰ੍ਹਾਂ ਹੀ ਕਿਸੇ ਨਾ ਕਿਸੇ ਰੂਪ 'ਚ ਜਗਣਾ ਚਾਹੀਦਾ ਹੈ। ਤੇ ਹੋ ਸਕਦਾ ਸਾਡੀ ਆਉਣ ਵਾਲੀ ਜਨਰੇਸ਼ਨ, ਮੈਂ ਜਨਰੇਸ਼ਨ ਦਾ ਜ਼ਿਆਦਾ ਕਸੂਰ ਨਹੀਂ ਮੰਨਦਾ, ਕਸੂਰ ਸਾਡਾ ਆਪਣਾ ਹੈ, ਕਿਉਂਕਿ ਅਸੀਂ ਪੈਸੇ ਦੇ ਜ਼ੋਰ ਦੇ ਨਾਲ ਬਾਹਰਲੇ ਮੁਲਕਾਂ 'ਚ ਬੈਠੇ ਪ੍ਰਧਾਨ ਆ ਗੁਰਦੁਆਰਿਆਂ ਦੇ, ਗੁਰਦੁਆਰਾ ਕਿਸੇ ਪਿੰਡ ਵਿੱਚ ਹੁੰਦਾ ਹੈ, ਪ੍ਰਧਾਨ ਅਸੀਂ ਬਾਹਰ ਬੈਠੇ ਹੁੰਦੇ ਆ, ਤੇ ਜੋ ਅਸੀਂ ਉੱਥੇ ਟੈਲੀਫੋਨ ਤੇ ਗ੍ਰੰਥੀ ਸਾਹਿਬਾਂ ਨੂੰ ਕਹਿੰਦੇ, ਗ੍ਰੰਥੀ ਦੀ ਮਜਬੂਰੀ ਉਹ ਕਰਦਾ ਹੈ। ਤੇ ਜਿੰਨਾ ਚਿਰ ਸਾਡਾ ਪ੍ਰਬੰਧਕ ਕਮੇਟੀਆਂ ਦਾ ਆਪਸ ਵਿੱਚ ਗੁਰਮਤਿ ਅਨੁਸਾਰ
ਤਾਲਮੇਲ ਨਹੀਂ ਹੁੰਦਾ, ਜਿੰਨਾ ਚਿਰ ਸਾਡੇ ਪ੍ਰਬੰਧਕ ਸੱਜਣ ਗੁਰਮਤਿ ਅਨੁਸਾਰ ਨਹੀਂ ਢਲਣਗੇ, ਉਹਨਾਂ ਚਿਰ ਇਹ ਜਿਹੜਾ ਮਸਲਾ, ਇਹਨਾਂ ਦਾ ਉਪਰਾਲਾ ਬਹੁਤ ਵਧੀਆ ਹੈ। ਮੈਂ ਧੰਨਵਾਦ ਕਰਦਾ ਭਾਈ ਸਾਹਿਬ ਹੋਰਾਂ ਦਾ, ਸਾਰੀ ਸਮੁੱਚੀ ਟੀਮ ਦਾ, ਤੇ ਸਿੱਖ ਚੈਨਲ ਦਾ ਦੁਆਰਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਪੂਰੇ ਦੇਸ਼ ਵਿਦੇਸ਼ਾਂ ਦੇ ਅੰਦਰ ਸਿੱਖ ਕੌਮ ਨਹੀਂ ਬਲਕਿ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦੀ ਸਹਿਬਾਰਾ ਜੀਓ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਭਾਈ ਸਵਰਨ ਸਿੰਘ ਜੀ ਕਲਾਰ, ਅਮਰੀਕਾ ਦੇ ਵਿੱਚ। ਮੈਂ ਬੇਨਤੀ ਕਰਾਂਗਾ, ਜਿਸ ਵੇਲੇ ਅਸੀਂ ਪ੍ਰਦੇਸ਼ਾਂ ਵਿੱਚ ਗਏ ਸੀ, ਹਾਲਾਤ ਸਾਡੇ ਵੀ ਇਹੋ ਜਿਹੇ ਸਨ, ਪਰ ਗੁਰਮਤਿ ਦੀ ਵਿਦਿਆ ਪੰਜਾਬ ਨਾਲੋਂ ਬਾਹਰ, ਹਿੰਦੁਸਤਾਨ ਤੋਂ ਬਾਹਰ, ਜਿਹੜੀ ਗੁਰੂ ਘਰਾਂ ਵਿੱਚ ਇੱਥੋਂ ਦੇ ਵਿਦਵਾਨ ਜਿਵੇਂ ਸਾਡੇ ਜਥੇਦਾਰ ਲਸ਼ਕਰ ਸਿੰਘ ਜੀ, ਇਹੋ ਜਿਹੇ ਵਿਦਵਾਨ ਜਦੋਂ ਜਾਂਦੇ ਹਨ ਤੇ ਉੱਥੇ ਜੀ ਸੁਣ ਕੇ ਇਹਨਾਂ ਦੇ ਵਿਚਾਰ ਗਦਗਦ ਹੁੰਦਾ ਹੈ, ਤੇ ਕੁਛ ਲਾਹਾ ਉਹਦਾ ਟਾਈਮ ਦਾ ਅਸੀਂ ਉੱਥੋਂ ਪ੍ਰਾਪਤ ਕਰਦੇ ਹਾਂ। ਪਰ ਵਿਦਵਾਨ ਸਾਰੇ ਇੱਥੇ ਹਨ, ਪਰ ਇੱਥੇ ਦੇ ਅਫਸੋਸ ਨਾਲ ਸਾਨੂੰ ਕਹਿਣਾ ਪੈ ਰਿਹਾ ਹੈ, ਪਿੰਡਾਂ ਦੇ ਵਿੱਚ ਵਿਦਵਾਨਾਂ ਦੀ ਪਹਿਲਾਂ ਕਦਰ ਨਹੀਂ ਜਾਣੀ ਜਾਂਦੀ। ਅਗਰ ਕੋਈ ਵਿਦਵਾਨ ਗੱਲ ਕਰਦਾ ਹੈ ਤੇ ਸਾਰੇ ਸੰਗਤਾਂ ਜਿਹੜੀਆਂ ਹਨ ਉਹ ਸੁਣ ਤੋਂ ਕੰਨੀ ਕਤਰਾਉਂਦੀਆਂ ਹਨ। ਜੇ ਉਹਨਾਂ ਦੇ ਵੱਲ ਦੀ ਗੱਲ ਕੀਤੀ ਜਾਵੇ, ਉਹਨਾਂ ਦੀ ਤਾਰੀਫ ਕੀਤੀ ਜਾਵੇ, ਉਸ ਵਿਦਵਾਨ ਦੀ ਜਿਹੜੀ ਹੌਸਲਾ ਅਫਜ਼ਾਈ ਹੈ ਉਹ ਕਰਦੇ ਹਨ। ਪਰ ਲੋੜ ਹੈ ਸਾਨੂੰ ਗੁਰਮਤਿ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ, ਸਿੱਖੀ ਦੇ ਵਿੱਚ ਜਦ ਅਸੀਂ ਪੈਦਾ ਹੋਏ ਹਾਂ, ਸਾਡਾ ਧਰਮ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਨੇ ਸਾਂਝੀ ਵਾਲਤਾ ਦਾ ਚਲਾਇਆ ਹੈ, ਕੋਈ ਇੱਕ ਦੂਸਰੇ ਦੀ ਕੋਈ ਵਿਰੋਧ ਨਹੀਂ ਹੈ, ਤਾਂ ਫਿਰ ਸਾਨੂੰ ਉਸ ਫਿਲਾਸਫੀ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਢਾਲਣ ਦੀ ਲੋੜ ਹੈ। ਸੋ ਧੰਨਵਾਦ ਹੈ ਭਾਈ ਸਵਰਨ ਸਿੰਘ ਜੀ ਦਾ। ਮੈਂ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ 20 ਸਕਿੰਟਾਂ ਵਿੱਚ ਤੁਸੀਂ ਵੀ ਆਪਣੇ ਵਿਚਾਰ ਅਮਰੀਕਾ ਤੋਂ ਜਿਹੜੇ ਵਿਚਾਰ ਹਨ ਉਹਨਾਂ ਪ੍ਰਤੀ ਕੀ ਕਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਜ਼ਿਆਦਾ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਸਾਨੂੰ ਸੁਝਾਅ ਦਿੱਤਾ ਹੈ ਸਰਦਾਰ ਕਲਾਰ ਸਾਹਿਬ ਜੀ ਨੇ। ਤੇ ਦੇਖੋ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਪਾਂ ਨੇ ਚੁਣ ਕੇ ਭੇਜਣਾ, ਆਪ ਸਭ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਜਾਂ ਸਾਡੇ ਹਲਕਾ ਤਲਵੰਡੀ ਨਕੋਦਰ ਤੋਂ ਜਿੰਨੇ ਵੀ ਆਪਾਂ ਸਾਰੇ ਇਸ ਪੰਥ ਟਾਈਮ ਪ੍ਰੋਗਰਾਮ ਨੂੰ ਦੇਖ ਰਹੇ ਆ, ਗੁਰਮਤਿ ਗੋਸ਼ਟੀ ਦੇ ਅਧੀਨ ਸਾਰਿਆਂ ਨੂੰ ਮੇਰੀ ਇਹ ਪੁਰਜ਼ੋਰ ਅਪੀਲ ਹੈ ਕਿ ਆਪ ਸਭ ਸੰਗਤਾਂ ਨੇ ਪ੍ਰਬੰਧਕ ਚੁਣ ਕੇ ਭੇਜਣੇ ਨੇ, ਔਰ ਗੁਰਮਤਿ ਦੇ ਧਾਰਨੀ ਪ੍ਰਬੰਧਕਾਂ ਨੂੰ ਚੁਣ ਕੇ ਭੇਜਿਆ ਜਾਵੇ, ਤਾਂ ਜੋ ਅਗਲਾ ਸਾਰਾ ਪ੍ਰੋਗਰਾਮ ਗੁਰਮਤਿ ਦੇ ਅਨੁਕੂਲ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਆਪਣਾ ਜੀਵਨ ਸਫਲਾ ਕਰ ਸਕੀਏ। ਸੋ ਧੰਨਵਾਦ ਹੈ ਕੁਲਾਰ ਸਾਹਿਬ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਦਾ ਫੇਰ ਧੰਨਵਾਦ ਹੈ। ਸੋ ਮੈਂ ਬੇਨਤੀ ਕਰਾਂਗਾ, ਕਿਉਂਕਿ ਆਪਾਂ ਪਿੱਛੇ ਸਾਡੇ ਵੀਰ ਸਤਿਕਾਰਯੋਗ ਗੁਰਦੇਵ ਸਿੰਘ ਜੀ ਕਲਾਰ ਉਹ ਵੀ ਬੈਠੇ ਹਨ, ਕਿਉਂਕਿ ਉਹ ਵੀ ਕਾਫੀ ਗੁਰਮਤਿ ਵਿਚਾਰਾਂ ਹਨ। ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ, ਕੁਛ ਜੇ ਕਹਿਣਾ ਚਾਹਣ ਤਾਂ ਜ਼ਰੂਰ ਆਪਣੇ ਵਿਚਾਰ ਪੇਸ਼ ਕਰਨ। ਪਿੱਛੇ ਸਾਡੀਆਂ ਭੈਣਾਂ ਬੀਬੀਆਂ ਬੱਚੀਆਂ ਵੀ ਬੈਠੀਆਂ ਹਨ, ਅਗਰ ਕਿਸੇ ਨੇ ਟਾਈਮ ਲੈਣਾ ਹੋਵੇ ਤਾਂ ਹੱਥ ਜ਼ਰੂਰ ਖੜਾ ਕਰੋ। ਸੋ ਨਾਲ ਸਾਡੇ ਸਾਬਕਾ ਗੁਰੂ ਘਰ ਦੇ ਪ੍ਰਬੰਧਕ ਸੇਵਾਦਾਰ ਵੀ ਬੈਠੇ ਹਨ, ਗੁਰਦੇਵ ਸਿੰਘ ਜੀ, ਤੇ ਨਾਲ ਹੀ ਢਾਡੀ ਸਭਾ ਨਾਲ ਸੰਬੰਧਿਤ ਗੁਰਦੇਵ ਸਿੰਘ ਦੂਸਰੇ ਵੀ ਬੈਠੇ ਹਨ। ਜਿਨ੍ਹਾਂ ਨੇ ਵੀ ਟਾਈਮ ਲੈਣਾ ਹੈ ਤੇ ਮਾੜਾ ਜਿਹਾ ਇਸ਼ਾਰਾ ਕਰੋ ਤਾਂ ਕਿ ਆਪਾਂ ਟਾਈਮ ਦੀ ਜਿਹੜੀ ਹੈ ਉਹਦੀ ਵੀ ਵਿਚਾਰ ਕਰ ਸਕੀਏ। ਮੈਂ ਗੁਰਦੇਵ ਸਿੰਘ ਜੀ ਸਾਬਕਾ ਪ੍ਰਧਾਨ ਲੰਬੜਦਾਰ ਜੀ, ਉਹਨਾਂ ਨੂੰ ਬੇਨਤੀ ਕਰਾਂਗਾ, ਉਹ ਅੱਜ ਦੇ ਜਿਹੜੇ ਵਿਚਾਰਾਂ ਵਿੱਚ ਆਪਣੇ ਵਿਚਾਰ ਰਲਾਉਣ ਵਾਸਤੇ ਕੁਛ ਨਾ ਕੁਛ ਟੂਕ ਮਾਤਰ ਉਹਨਾਂ ਦਾ ਵੀ ਫਰਜ਼ ਹੈ। ਸੋ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਯੂਕੇ ਤੋਂ ਆਈ ਸਿੱਖ ਚੈਨਲ ਦੀ ਟੀਮ ਦਾ ਧੰਨਵਾਦ ਕਰਦਾ। ਦੂਸਰੇ ਜਥੇਦਾਰ ਬਲਜਿੰਦਰ ਸਿੰਘ ਜੀ ਛੰਨਾ, ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ। ਸਾਡੇ ਪਿੰਡ ਦੀ ਬਹੁਤ ਮਾਲੀ ਹਾਲਤ ਸੀ ਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਤੇ ਇਹਨਾਂ ਨੇ ਆਣ ਕੇ ਇੱਥੇ ਆਪਣਾ ਦਫ਼ਤਰ ਖੋਲ੍ਹਿਆ। ਇਹਨਾਂ ਦਾ ਉਸ ਵਾਸਤੇ ਵੀ ਬਹੁਤ ਧੰਨਵਾਦ। ਬਾਕੀ ਮੈਂ ਜ਼ਿਆਦਾ ਤਾਂ ਕੁਝ ਨਹੀਂ ਕਹਿਣਾ ਚਾਹੁੰਦਾ। ਸਾਨੂੰ ਤਾਂ ਇਸੇ ਗੱਲ ਦੀ ਬਹੁਤ ਖੁਸ਼ੀ ਆ ਕਿ ਸਾਡੇ ਪਿੰਡ ਦੇ ਗੁਰਦੁਆਰੇ ਦਾ ਕੁਝ ਸੁਧਾਰ ਹੋ ਗਿਆ ਤੇ ਲਾਗੇ ਛਾਗੇ ਗੁਰਦੁਆਰਿਆਂ ਦਾ ਵੀ ਕੁਝ ਸੁਧਾਰ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰਦੇਵ ਸਿੰਘ ਜੀ, ਸਾਬਕਾ ਲੰਬੜਦਾਰ ਵੀ ਤੇ ਸਾਬਕਾ ਪ੍ਰਧਾਨ ਵੀ ਗੁਰੂ ਘਰ ਦੇ। ਧੰਨਵਾਦ ਹੈ। ਸੋ ਮੈਂ ਬੇਨਤੀ ਇੱਥੇ ਜ਼ਰੂਰ ਕਰ ਦੇਵਾਂ, ਇਹ ਗੱਲ ਗੁਰਦੁਆਰੇ ਦੀ ਸੁਧਾਰ ਦੀ ਨਹੀਂ, ਗੱਲ ਲਹਿਰ ਦੀ ਹੈ, ਕਿਉਂਕਿ ਅਸੀਂ ਇੱਥੇ
ਪੰਜਾਬ ਦੇ ਵਿੱਚ ਬੈਠੇ ਹੋਏ ਜਿੱਥੇ ਸਾਡਾ ਧੁਰਾ ਹੈ, ਸਿੱਖੀ ਦਾ ਧੁਰਾ ਬੈਠਾ, ਉੱਥੋਂ ਸਾਡੇ ਕੋਲ ਇੰਨਾ ਸਮਾਂ ਹੀ ਨਹੀਂ ਹੈ ਇਹ ਗੁਰਬਾਣੀ ਨੂੰ ਅਸੀਂ ਵਿਚਾਰਧੀਨ ਲਿਆ ਕੇ ਆਪਣੇ ਜੀਵਨ ਨੂੰ ਕਿੱਦਾਂ ਢਾਲਣਾ ਹੈ। ਸੋ ਅਸੀਂ ਬੇਨਤੀ ਕਰਦੇ ਹਾਂ, ਸਾਰੇ ਹੀ ਪਿੰਡ ਦੇ ਜਿੰਨੇ ਵੀ ਵੀਰ ਹਨ ਸਾਰੇ ਸਤਿਕਾਰਯੋਗ ਹੈ, ਕਿਸੇ ਨਾਲ ਵੀ ਕੋਈ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਹੈ। ਨਾ ਸਿੰਘ ਸਾਹਿਬ ਉਹਨਾਂ ਦੇ ਨਾਲ ਅਰਦਾਸ ਦੀਆਂ ਵਿਚਾਰਾਂ ਹੋਈਆਂ, ਇਹਨਾਂ ਨੇ ਇਹ ਕਿਹਾ ਵੀ ਅਸੀਂ ਕਿਸੇ ਵੀ ਫਿਰਕੇ ਨੂੰ ਵੱਖਰੇ ਤੌਰ ਤੇ ਨਹੀਂ ਦੇਖਦੇ, ਇੱਕ ਰੂਪ ਦੇ ਵਿੱਚ ਦੇਖਣਾ ਹੈ, ਕਿਉਂਕਿ ਇਹਨਾਂ ਵਿਚਾਰਿਆਂ ਦਾ ਕਿਸੇ ਦਾ ਵੀ ਕਸੂਰ ਕੋਈ ਨਹੀਂ ਹੈ। ਪਰ ਕਸੂਰ ਹੈ ਸਾਨੂੰ ਅਣਜਾਣ ਹਾਂ, ਸਾਨੂੰ ਸਿੱਖਿਆ ਜਿਹੜੀ ਹੈ ਸਾਡੇ ਵਿਦਵਾਨਾਂ ਦੇ ਫਰਜ਼ ਹਨ, ਉਹ ਸਾਡੇ ਫਰਜ਼ ਨੂੰ ਨਹੀਂ ਚੰਗੀ ਤਰ੍ਹਾਂ ਦੱਸ ਰਿਹਾ, ਉਹ ਸਾਨੂੰ ਭੋਲ ਸਾਰੀ ਜਨਤਾ ਨੂੰ, ਸਾਰੇ ਕੌਮ ਨੂੰ ਇਹ ਆਪਣਾ ਵਰਗਲਾ ਕੇ ਭਰਮਾਂ ਭੁਲੇਖਿਆਂ ਵਿੱਚ ਪਾ ਰਹੇ ਹਨ। ਸੋ ਇਹ ਇਸ ਫਲਸਫੇ ਨੂੰ ਲੈ ਕੇ ਸੋ ਸਾਡੇ ਤੇ ਸਤਿਗੁਰ ਨੇ ਕਿਰਪਾ ਕੀਤੀ ਹੈ। ਸ੍ਰੀ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਇਹ ਰਹਿਨਮਾਈ ਦੇ ਨਾਲ ਇਹ ਜਿਹੜੇ ਜਥੇਦਾਰ ਸਿੰਘ ਸਾਹਿਬ, ਭਾਈ ਬਲਜਿੰਦਰ ਸਿੰਘ ਜੀ, ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਦੇ ਟੀਮ ਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ। ਅਸੀਂ ਸਿੱਖ ਚੈਨਲ ਵੱਲੋਂ ਬੜੀ ਖੁਸ਼ੀ ਇਸ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਸੋ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਜੀ ਜਥੇਦਾਰ ਲਸ਼ਕਰ ਸਿੰਘ ਜੀ, ਉਹ ਵੀ ਜਥੇਦਾਰ ਸਾਹਿਬ ਇੰਚਾਰਜ ਹਲਕਾ ਨਕੋਦਰ MLA, ਉਹ ਕੁਛ ਵਿਚਾਰਾਂ ਥੋੜੇ ਜਿਹਾ ਸੀਮਤ ਟਾਈਮ ਦੇ ਨਾਲ ਹੀ ਆਪਦੀਆਂ ਦੀਆਂ ਮਰ ਕੇ ਫਿਰ ਸੰਗਤਾਂ ਚ ਸਾਂਝੀਆਂ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਛੋਟੇ ਛੋਟੇ ਸੰਗਤਾਂ ਦੀ ਜਾਣਕਾਰੀ ਵਾਸਤੇ 2-3 ਸਵਾਲ ਕਰਨੇ ਆ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਨਾਲ ਸੰਬੰਧਿਤ ਆ। ਇੱਕ ਤੇ ਜਦੋਂ ਅਰਦਾਸ ਹੁੰਦੀ ਹੈ, ਅਰਦਾਸ ਵਿੱਚ ਜਦੋਂ ਦੇਗ ਨੂੰ ਆਪਾਂ ਆਖਦੇ ਹਾਂ ਅਰਦਾਸ ਵਿੱਚ ਭੋਗ ਲੱਗੇ ਜਾਂ ਪ੍ਰਵਾਨ ਹੋਵੇ, ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਇਓ ਕਿ ਉਹ ਅਰਦਾਸ ਸਮੇਂ ਉਹ ਸ੍ਰੀ ਸਾਹਿਬ ਦੇਗ ਵਿੱਚ ਫੇਰਨੀ ਚਾਹੀਦੀ ਜਾਂ ਅਰਦਾਸ ਤੋਂ ਬਾਅਦ ਜਾਂ ਹੁਕਮਨਾਮੇ ਤੋਂ ਬਾਅਦ, ਕਿਉਂਕਿ ਅਸੀਂ ਮੇਰੇ ਤੇ ਕਈ ਵਾਰੀ ਸਵਾਲ ਹੁੰਦੇ ਆ, ਅਸੀਂ ਹੁਕਮਨਾਮੇ ਤੋਂ ਬਾਅਦ ਦੇਗ ਵਿੱਚ ਸ੍ਰੀ ਸਾਹਿਬ ਭੇਟ ਕਰਦੇ ਆ, ਪਹਿਲਾਂ ਨਹੀਂ। ਕਈ ਵਾਰੀ ਇਲਾਕੇ ਦੇ ਲੋਕ ਆ ਜਾਂਦੇ ਤੁਸੀਂ ਸ੍ਰੀ ਸਾਹਿਬ ਨੇ ਭੇਟ ਕੀਤੀ। ਤੇ ਇੱਕ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸੁਖ ਆਸਣ ਵਾਲਾ ਕਮਰਾ ਉਹ ਦਰਬਾਰ ਦੇ ਨਾਲ ਹੀ ਅਟੈਚ ਹੁੰਦਾ, ਤੇ ਉੱਥੇ ਦਰੀਆਂ ਵਿਛੀਆਂ ਆ ਜਾਂ ਸੰਗੇ ਮਰਮਰ ਲਗਾਇਆ, ਉੱਥੇ ਤਿਵਕਾ ਤਿਵਕਾ ਪਾਣੀ ਦਾ ਸਿੱਟਣਾ ਚਾਹੀਦਾ ਜਾਂ ਨਹੀਂ ਸਿੱਟਣਾ ਚਾਹੀਦਾ। ਇਹ 2 ਸਵਾਲ ਇਹਨਾਂ ਦਾ ਜ਼ਰੂਰ ਸਾਨੂੰ ਸਾਡੇ ਜਾਣਕਾਰੀ ਦੇਣੀ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਅਹਿਮ ਸਵਾਲ ਸਾਡੇ ਭਾਈ ਸਾਹਿਬ ਭਾਈ ਲਸ਼ਕਰ ਸਿੰਘ ਜੀ ਨੇ ਕੀਤੇ ਨੇ, ਕਿਉਂਕਿ ਇਸ ਪ੍ਰਕਾਰ ਦੇ ਮੁੱਦੇ ਅਕਸਰ ਜਿਹੜੇ ਆ ਸੰਗਤ ਵਿੱਚ ਗੁੰਮਰਾਹ ਕੁੰਨ ਬਣ ਜਾਂਦੇ ਨੇ। ਜਿਹੜੀ ਅਰਦਾਸ ਬੇਨਤੀ ਦੇ ਵਿੱਚ ਭੋਗ ਲਵਾਉਣ ਵਾਲੀ ਗੱਲ ਹੈ, ਪੰਥਕ ਰਹਿਤ ਮਰਜ਼ਾਦਾ ਦੇ ਅਨੁਸਾਰ ਜਿਹੜਾ ਭੋਗ ਨਹੀਂ ਲਾਇਆ ਜਾ ਸਕਦਾ, ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਵਾਨਗੀ ਲਈ ਜਾਂਦੀ ਅਰਦਾਸ ਦੇ ਵਿੱਚ, ਉਸ ਤੋਂ ਉਪਰੰਤ ਸ੍ਰੀ ਸਾਹਿਬ ਭੇਟ ਕਰਨੀ ਚਾਹੀਦੀ ਹੈ। ਦੂਸਰੀ ਗੱਲ, ਜਿਸ ਪ੍ਰਕਾਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਖ ਸਥਾਨਾਂ ਨੂੰ ਜਾਂਦੇ ਨੇ ਜਾਂ ਪ੍ਰਕਾਸ਼ ਵਾਲੀ ਜਗ੍ਹਾ ਦੇ ਉੱਪਰ ਆਉਂਦੇ ਨੇ, ਉੱਥੇ ਪਾਣੀ ਦਾ ਛਿੜਕਾਓ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਇੱਕ ਮਨ ਦਾ ਭਰਮ ਹੈ। ਜਦੋਂ ਦਰਬਾਰ ਸਾਹਿਬ ਔਰ ਸੁਖ ਸਥਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਵਾਇਮਾਨ ਹਨ, ਉੱਥੇ ਇਸ ਪ੍ਰਕਾਰ ਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਕਈ ਵਾਰ ਸਲਿੱਪ ਕਰ ਸਕਦਾ ਪੈਰ, ਤੇ ਵੈਸੇ ਵੀ ਇਸ ਚੀਜ਼ ਦੀ ਗੁਰਮਤਿ ਦੇ ਅਨੁਸਾਰ ਕੋਈ ਅਹਿਮੀਅਤ ਨਹੀਂ ਹੈ। ਜਦੋਂ ਬਾਹਰ ਲੈ ਕੇ ਜਾਂਦੇ ਆ ਧੂੜ ਹੁੰਦੀ ਹੈ, ਉਹ ਪਿੱਛੇ ਤੋਂ ਜਿਸ ਪ੍ਰਕਾਰ ਦੇ ਵਿੱਚ ਮਰਜ਼ਾਦਾ ਚੱਲੀ ਆ ਰਹੀ ਹੈ ਉਹ ਇੱਕ ਅਲੱਗ ਚੀਜ਼ ਹੈ। ਦਰਬਾਰ ਸਾਹਿਬ ਦੇ ਵਿੱਚ ਇਸ ਚੀਜ਼ ਦੀ ਜ਼ਰੂਰਤ ਨਹੀਂ ਹੈ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੇ ਜੋ ਸਵਾਲ ਕੀਤੇ ਸੀ ਸਿੰਘ ਸਾਹਿਬ ਜੀ ਨੇ ਬਹੁਤ ਹੀ ਸਰਲ ਜਵਾਬ ਥੋੜੇ ਟਾਈਮ ਵਿੱਚ ਦਿੱਤੇ। ਧੰਨਵਾਦ ਹੈ। ਮੇਰਾ ਖਿਆਲ ਜਥੇਦਾਰ ਜੀ ਕੁਛ ਇੱਕ ਸਵਾਲ ਹੋਰ ਆਪ ਜੀ, ਕਿਉਂਕਿ ਆਪਾਂ ਟਾਈਮ ਸਾਰਿਆਂ ਨੇ ਸਰੋਤਿਆਂ ਵਾਸਤੇ ਜ਼ਰੂਰੀ ਹੈਗੇ ਥੋੜੇ ਥੋੜੇ,
ਹਾਂਜੀ, ਕੀ ਅਗਲਾ ਸਵਾਲ ਕੀ ਹੈ? ਛੋਟੇ ਛੋਟੇ ਦੋ ਸਵਾਲ ਆ। ਇੱਕ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆਪਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲੈ ਕੇ ਜਾਂਦੇ ਆ, ਗਰਮੀ ਆ, ਸੜਕ ਦੇ ਵਿੱਚ ਲੈ ਕੇ ਜਾਂਦੇ ਆ, ਕੀ ਉਦੋਂ ਜੋੜਾ ਪਾ ਲੈਣਾ ਚਾਹੀਦਾ ਜਾਂ ਨਹੀਂ? ਦੂਸਰਾ ਸਵਾਲ ਹੈ ਕਿ ਜਦੋਂ ਅਖੰਡ ਪਾਠ ਜਾਂ ਸਹਿਜ ਪਾਠ ਆਪਾਂ ਰੱਖਦੇ ਆ, ਉਸ ਸਮੇਂ ਲਲੇਰ ਤੇ ਪਾਣੀ ਦਾ ਘੜਾ ਤੇ ਜੋਤ, ਇਹ ਤਿੰਨ ਚੀਜ਼ਾਂ ਇਹ ਰੱਖਣੀਆਂ ਚਾਹੀਦੀਆਂ ਜਾਂ ਨਹੀਂ ਰੱਖਣੀਆਂ ਚਾਹੀਦੀਆਂ? ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀਓ, ਬਹੁਤ ਹੀ ਅਹਿਮ ਸਵਾਲ ਹੈ। ਗੁਰਫਤਿਹ ਦੇ ਨਾਲ ਮੈਂ ਇਹਨਾਂ ਦਾ ਜਵਾਬ ਆਰੰਭ ਕਰਦਾ, ਕਿਉਂਕਿ ਸਮਾਂ ਕਾਫੀ ਸੀਮਤ ਹੈ। ਜੋ ਸਾਡੀ ਪੰਥਕ ਮਰਜ਼ਾਦਾ ਰਹਿਤ ਮਰਜ਼ਾਦਾ ਦੇ ਅਨੁਸਾਰ ਜਦੋਂ ਅਸੀਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਸੇ ਅਜਿਹੀ ਜਗ੍ਹਾ ਤੇ ਲੈ ਕੇ ਜਾ ਰਹੇ ਜਿੱਥੇ ਗਰਮੀ ਬਹੁਤ ਜ਼ਿਆਦਾ, ਪੈਰ ਬੜੇ ਮਤਲਬ ਹੀਟ ਬਹੁਤ ਜ਼ਿਆਦਾ ਹੈਗੀ ਆ, ਕੋਈ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਪ੍ਰਕਾਸ਼ ਵੀ ਇਹੋ ਜਿਹੇ ਸਮੇਂ ਦੇ ਵਿੱਚ ਕਰਨੇ ਨੇ ਕਿ ਜਿੱਥੇ ਇੱਕ ਬਹੁਤ ਵੱਡਾ ਹਾਦਸਾ ਵਾਪਰ ਚੁੱਕਿਆ ਔਰ ਗੁਰੂ ਮਹਾਰਾਜ ਦੇ ਪਾਵਨ ਸਰੂਪ ਹੈ ਵੀ ਉਸ ਵਿਅਕਤੀ ਦੇ ਸੀਸ ਦੇ ਉੱਪਰ ਨੇ ਜਿਹਨੂੰ ਉਹ ਸਦਮਾ ਪਹੁੰਚਿਆ, ਤੇ ਉਹਦੇ ਨਾਲ ਪੈਰਾਂ ਨੂੰ ਗਰਮੀ ਲੱਗ ਕੇ ਜਾਂ ਕੋਈ ਇਸ ਪ੍ਰਕਾਰ ਦੀ ਹੀਟ ਹੋਣ ਉਪਰੰਤ ਅਗਰ ਉਹ ਚੱਕਰ ਖਾ ਕੇ ਡਿੱਗ ਪਵੇ ਤਾਂ ਇਹਦੇ ਨਾਲੋਂ ਉਹ ਪੈਰਾਂ ਦੇ ਵਿੱਚ ਜੋੜਾ ਜਿਹੜਾ ਪਾਇਆ ਜਾ ਸਕਦਾ। ਵਹਿਮ ਵਾਲੀ ਕੋਈ ਗੱਲ ਨਹੀਂ, ਪਰੰਤੂ ਇਹ ਰੀਤੀ ਨਹੀਂ ਬਣਾ ਲੈਣੀ ਕਿ ਲੋੜ ਹੀ ਨਹੀਂ ਹੈ ਲਾਉਣ ਦੀ, ਨਹੀਂ। ਗੁਰਮਤ ਅਨੁਸਾਰ ਵਹਿਮ ਕਿਸੇ ਚੀਜ਼ ਦਾ ਨਹੀਂ ਕਰਨਾ ਹੈ। ਜਦੋਂ ਕੋਈ ਇਸ ਪ੍ਰਕਾਰ ਦੇ ਹਾਲਾਤ ਮਜਬੂਰ ਹੁੰਦੇ ਨੇ ਕਿ ਬਹੁਤ ਦੂਰ ਜਾ ਕੇ ਆਪਾਂ ਗੁਰੂ ਮਹਾਰਾਜ ਦੇ ਸਰੂਪ ਲੈ ਕੇ ਜਾਣੇ ਨੇ ਤੇ ਪੈਰਾਂ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਗੰਦਗੀ ਲੱਗ ਕੇ ਦਰਬਾਰ ਸਾਹਿਬ ਦੇ ਅੰਦਰ ਜਾਵੇ ਜਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਾਵੇ, ਉਸ ਦੇ ਨਾਲੋਂ ਬਿਹਤਰ ਵੀ ਹੈ ਕਿ ਜੋੜਾ ਪਾ ਲਿਆ ਜਾ ਸਕਦਾ। ਵਹਿਮ ਕੋਈ ਨਹੀਂ ਹੈ, ਪਰੰਤੂ ਇਹ ਆਪਾਂ ਰੀਤੀ ਨਹੀਂ ਬਣਾ ਲੈਣੀ ਹੈ ਕਿ ਲਾਉਣ ਦੀ ਲੋੜ ਹੀ ਨਹੀਂ ਹੈ। ਦੂਸਰੀ ਜੋ ਸਾਡੇ ਵੀਰ ਜੀਆਂ ਨੇ, ਲਸਕਰ ਜੀ ਨੇ, ਆਇਆ ਸਿੰਘ ਜੀਆਂ ਨੇ ਸਵਾਲ ਕੀਤਾ ਹੈਗਾ ਕਿ ਜਦੋਂ ਆਪਾਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਦੇ ਆ, ਨਾਰੀਅਲ ਲਲੇਰ ਵਗੈਰਾ ਜੋ ਵੀ ਰੱਖਿਆ ਜਾਂਦਾ ਹੈਗਾ, ਇਹ ਬਿਲਕੁਲ ਮਨਮਤ ਹੈ। ਇਹਨਾਂ ਚੀਜ਼ਾਂ ਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਅਸੀਂ ਦੇਖੋ ਕਿਸੇ ਨੂੰ ਸਖਤੀ ਨਾਲ ਮਨਾ ਨਹੀਂ ਕਰਾਂਗੇ, ਠੀਕ ਜਾਂ ਗਲਤ ਦੱਸਣਾ ਸਾਡਾ ਫਰਜ਼ ਹੈ। ਠੀਕ ਜਾਂ ਗਲਤ ਦੱਸਣਾ ਸਾਡਾ ਫਰਜ਼ ਹੈ। ਕੇਵਲ ਤੇ ਕੇਵਲ ਗੁਰੂ ਦੀ ਬਾਣੀ ਸੁਣ ਲੈਣਾ ਹੀ ਪਰਿਵਾਰ ਵਾਲਿਆਂ ਵਾਸਤੇ ਮਰਜ਼ਾਦਾ, ਬਾਕੀ ਕਿਸੇ ਪ੍ਰਕਾਰ ਦਾ ਕੋਈ ਵਹਿਮ ਨਹੀਂ ਹੈ। ਬਾਣੀ ਸੁਣੀ ਜਾਵੇ, ਜਿੰਨੀ ਵੱਧ ਤੋਂ ਵੱਧ ਓਨਾ ਲਾਹਾ। ਬਾਕੀ ਦੀਆਂ ਵਸਤਾਂ ਕਿਸ ਪ੍ਰਕਾਰ ਦੇ ਵਿੱਚ ਕਿਸ ਚੀਜ਼ ਵਾਸਤੇ ਰੱਖੀਆਂ ਜਾਂਦੀਆਂ ਸੀ, ਸਤਿਗੁਰ ਪਾਤਸ਼ਾਹ ਕਿਸੇ ਟਾਈਮ ਸਮਾਂ ਬਖਸ਼ਿਸ਼ ਕਰਨਗੇ ਜਾਂ ਕਿਸੇ ਦੀ ਵਿਸਥਾਰ ਪੂਰਵਕ ਇਸ ਪ੍ਰਤੀ ਜਾਣਕਾਰੀ ਲੈਣ ਦੀ ਤਮੰਨਾ ਹੋਵੇ ਤਾਂ ਦਿਨ ਔਰ ਰਾਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਇਸ ਟਾਕ ਸ਼ੋ ਦੇ ਵਿੱਚ ਆਪਾਂ ਇਹ ਵਿਸਥਾਰ ਪੂਰਵਕ ਨਹੀਂ ਜਾ ਸਕਦੇ, ਬਟ ਇਹ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। ਤੁਹਾਡੇ ਲਈ ਮਰਜ਼ਾਦਾ ਕੇਵਲ ਤੇ ਕੇਵਲ ਗੁਰੂ ਦੀ ਬਾਣੀ ਨੂੰ ਸੁਣਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਿੰਘ ਸਾਹਿਬ ਜੀ ਦਾ। ਮੈਂ ਬੇਨਤੀ ਕਰਾਂਗਾ ਭਾਈ ਮਨੀ ਸਿੰਘ ਜੀ, ਚੇਅਰਮੈਨ ਬਾਬਾ ਬੁੱਢਾ ਗ੍ਰੰਥੀ ਸਭਾ ਦੇ ਸਤਿਕਾਰਯੋਗ ਦਾਸ ਦੇ ਸੱਜੇ ਹੱਥ ਹਨ। ਆਓ ਆਪਾਂ ਇਹਨਾਂ ਦੇ ਵਿਚਾਰ ਵੀ, ਕਿਉਂਕਿ ਇਸ ਸੰਸਥਾ ਦੇ ਨਾਲ ਹਨ, ਇਹਨਾਂ ਦੇ ਆਪਾਂ ਵਿਚਾਰ ਵੀ ਸੁਣਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਹੜਾ ਅੱਜ ਦਾ ਵਿਸ਼ਾ ਸੀ, ਤੁਸੀਂ ਸਾਰੇ ਸਿਆਣੇ ਸੱਜਣ ਬੈਠੇ ਹੋ, ਭੈਣਾਂ ਵੀ ਬੈਠੀਆਂ ਨੇ। ਵਿਸ਼ਾ ਸੀ ਕਿ ਆਪਾਂ ਗੁਰਮਤ ਗੋਸ਼ਟੀ ਦੀ ਆਰੰਭਤਾ ਕੀਤੀ ਹੈ, ਉਹ ਤਕਰੀਬਨ ਕਲੀਅਰ ਹੋ ਚੁੱਕਿਆ। ਆਪਣੇ ਵਿਚਾਰ ਮੈਂ ਉਹਦੇ ਜ਼ਰੂਰ ਦੱਸਣੇ ਚਾਹੁੰਦਾ। ਉਹ ਇਹ ਹੈ ਕਿ ਸਾਨੂੰ ਸਿੱਖ ਜਗਤ ਨੂੰ ਘਾਟਾ ਕਿੱਥੋਂ ਪੈ ਰਿਹਾ, ਪ੍ਰਚਾਰ ਦਾ ਘਾਟਾ ਨਹੀਂ, ਮਾਇਆ ਅਸੀਂ ਸਭ ਤੋਂ ਜ਼ਿਆਦਾ ਖਰਚਦੇ ਹਾਂ, ਸਮਾਗਮ ਸਭ ਤੋਂ ਜ਼ਿਆਦਾ ਹੁੰਦੇ ਆ। ਉਹ ਇਹ ਹੈ ਕਿ ਅਸੀਂ ਪਹਿਲਾਂ ਇਹ ਨਹੀਂ ਪ੍ਰਵਾਨ ਕੀਤਾ ਕਿ ਸਾਨੂੰ ਕੁਝ ਸਿੱਖਣ ਦੀ ਲੋੜ ਹੈ। ਸਿੱਖ ਦਾ ਅਰਥ ਕੀ ਹੁੰਦਾ ਹੈ? ਸਿਖਿਆਰਥੀ, ਸਟੂਡੈਂਟ। ਤੇ ਬਾਣੀ ਪੜੋ, ਮਹਾਰਾਜ ਕਹਿੰਦੇ ਸਿੱਖੀ ਕੀ ਹੁੰਦੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਦੇ ਵਿਚਾਰ ਨੂੰ ਸਿੱਖ ਨੇ ਹਰ ਰੋਜ਼ ਹੀ ਸਿੱਖਣ ਜਾਣਾ ਹੈ, ਇੱਕ ਦਿਨ ਵੀ ਨਾਗਾ ਨਹੀਂ ਪਾਉਣਾ। ਗੁਰੂ ਘਰ ਨਹੀਂ ਜਾ ਸਕੇ ਕਿਸੇ ਸਿਆਣੇ ਸੱਜਣ ਦੀ ਸੰਗਤ, ਜਿਵੇਂ ਆਪਾਂ ਬੈਠੇ ਆ, ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਹੀ ਕੀਤਾ ਪ੍ਰਚਾਰ, ਸੰਵਾਦ ਕੀਤਾ, ਗੱਲਾਂ ਬਾਤਾਂ ਕੀਤੀਆਂ, ਸਵਾਲ ਜਵਾਬ ਹੋਏ, ਤਾਂ ਫੈਸਲਾ ਹੋਇਆ, ਕਿਸੇ ਫੈਸਲੇ ਤੇ ਪਹੁੰਚੇ।
ਜੇ 1000 ਬੰਦਾ ਸੁਣ ਰਿਹਾ, ਇੱਕ ਬੰਦਾ 2 ਘੰਟੇ ਲੈਕਚਰ ਦੇ ਕੇ ਚਲਿਆ ਗਿਆ, ਉਹ 1000 ਬੰਦੇ ਦੇ ਮਨ 'ਚ ਸਵਾਲ ਉਦਾਂ ਹੀ ਰਹਿ ਗਏ, ਕੋਈ ਸਿੱਖ ਨਹੀਂ ਸਕੇ। ਖਿਮਾ ਕਰਨਾ। ਇੱਕ ਤਾਂ ਇਹ। ਦੂਸਰਾ, ਭਾਈ ਗੁਰਦਾਸ ਜੀ ਨੇ ਇੱਕ ਤੁਕ ਲਿਖੀ ਹੈ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਆ। ਸਿੱਖੀ ਦਾ ਪ੍ਰਚਾਰ ਕਰਨ ਦੀ ਡਿਊਟੀ ਕਿਹਦੀ ਹੈ? ਗੁਰੂ ਨਾਨਕ ਸਾਹਿਬ ਨੇ ਡਿਊਟੀ ਲਾਈ ਹੈ ਹਰ ਇੱਕ ਸਿੱਖ ਦੀ। ਕੱਲੇ ਗ੍ਰੰਥੀ ਪਾਠੀਆਂ ਦੀ ਵੀ ਡਿਊਟੀ ਨਹੀਂ ਹੈ, ਕੱਲੇ ਪ੍ਰਬੰਧਕਾਂ ਦੀ ਵੀ ਨਹੀਂ ਹੈ, ਕੱਲੇ ਜਥੇਦਾਰਾਂ ਦੀ ਜਾਂ ਕੱਲੀ SGPC ਦੀ ਵੀ ਨਹੀਂ ਹੈ। ਇਹ ਡਿਊਟੀ ਹਰ ਇੱਕ ਸਿੱਖ ਦੀ ਹੈ। ਕਿਉਂ? ਤੁਸੀਂ ਬੱਚਿਆਂ ਨੂੰ ਪੜ੍ਹਾਉਣਾ ਜ਼ਰੂਰੀ ਸਮਝਦੇ ਹੋ, ਟਿਊਸ਼ਨ ਤੇ ਉਹਨਾਂ ਨੂੰ ਜ਼ਬਰਦਸਤੀ ਭੇਜਦੇ ਹੋ, ਲਾਲਚ ਵੀ ਦਿੰਦੇ ਹੋ, ਮਾਰਦੇ ਵੀ ਹੋ, ਘੂਰਦੇ ਵੀ ਹੋ। ਜਦੋਂ ਉਹਨਾਂ ਨੂੰ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ ਮਜ਼ਬੂਤ ਬਣਾਉਣਾ ਜ਼ਰੂਰੀ ਸਮਝਦੇ ਹੋ, ਤਾਂ ਫਿਰ ਉਹਨੂੰ ਇੱਕ ਸਿੱਖ ਬਣਾਉਣਾ ਕਿਹਦੀ ਜ਼ਿੰਮੇਵਾਰੀ ਹੈ? ਸਿੱਖ ਵੀ ਨਾ ਸ਼ਬਦ ਵਰਤੋ, ਉਹਨੂੰ ਇੱਕ ਚੰਗਾ ਇਨਸਾਨ ਬਣਾਉਣਾ ਕਿਹਦੀ ਜ਼ਿੰਮੇਵਾਰੀ ਹੈ? ਉਹ ਨਸ਼ਿਆਂ ਤੋਂ ਰਹਿਤ ਹੋਵੇ, ਉਹ ਸੱਚ ਬੋਲੇ, ਉਹ ਬੇਈਮਾਨੀ ਨਾ ਕਰੇ, ਉਹ ਮਾਂ-ਬਾਪ ਦੀ ਇੱਜ਼ਤ ਕਰੇ, ਉਹ ਦੇਸ਼ ਕੌਮ ਦੀ ਸੇਵਾ ਕਰੇ, ਉਹੀ ਸਿੱਖ ਹੈ। ਸੋ ਇਸ ਤਰ੍ਹਾਂ ਆਪਾਂ ਘਰ ਵਿੱਚੋਂ ਹੀ ਇਹ ਸ਼ੁਰੂ ਹੋਣਾ ਹੈ। ਗੁਰੂ ਨਾਨਕ ਸਾਹਿਬ ਨੇ ਜਿਹੜੇ ਸਿੱਖ ਨੂੰ ਸਿੱਖ ਬਣਾਇਆ, ਉਹਨੂੰ ਨਾਲ ਹੀ ਪ੍ਰਚਾਰਕ ਬਣਾਤਾ ਕਿ ਤੂੰ ਆਪਣੇ ਘਰ ਨੂੰ ਸਕੂਲ ਸਮਝ ਕੇ ਇੱਥੇ ਹੀ ਪ੍ਰਚਾਰਕ ਬਣ ਜਾ। ਤੇਰਾ ਆਲਾ ਦੁਆਲਾ ਆਪੇ ਹੀ ਤੇਰੇ ਤੋਂ ਸਿੱਖੂਗਾ। ਪੁੱਛਣਗੇ ਲੋਕ ਕਿ ਤੂੰ ਕਿਹਦਾ ਸਿੱਖ ਹੈ? ਇੰਨਾ ਸੋਹਣਾ ਜੀਵਨ, ਕਿਹੜਾ ਗੁਰੂ ਤੈਨੂੰ ਮਿਲਿਆ? ਤੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਵੀ ਆਓ ਸਿੱਖ ਬਣ ਜਾਓ। ਤੈਨੂੰ ਲੋਕ ਪੁੱਛਣਗੇ ਤੇਰੇ ਗੁਣਾਂ ਨੂੰ ਦੇਖ ਕੇ। ਅਸਲ 'ਚ ਗੁਰੂ ਦੇ ਗੁਣਾਂ ਨੂੰ ਸਿੱਖਣਾ ਹੀ ਸਿੱਖੀ ਹੈ। ਗੁਰੂ ਦੇ ਗੁਣ ਹੀ ਗੁਰੂ ਦੇ ਚਰਨ ਨੇ, ਉਹਨਾਂ ਨੂੰ ਹਿਰਦੇ 'ਚ ਵਸਾਉਣ ਦਾ ਭਾਵ ਹੈ ਆਪਣੇ ਦਿਮਾਗ 'ਚ ਗੁਰੂ ਦੇ ਗੁਣਾਂ ਨੂੰ ਵਸਾ ਲੈਣਾ, ਆਪਣੇ ਜੀਵਨ 'ਚ ਗੁਰੂ ਦੇ ਗੁਣਾਂ ਨੂੰ ਧਾਰਨ ਕਰ ਲੈਣਾ। ਸੋ ਦਾਸ ਦੇ ਇਹ ਵਿਚਾਰ ਨੇ। ਸਾਰੀ ਸੰਗਤ, ਸਾਰੇ ਤੁਸੀਂ ਸਿਆਣੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਹ ਸਨ ਭਾਈ ਮਨੀ ਸਿੰਘ ਜੀ। ਨਾਂ ਵੀ ਭਾਈ ਮਨੀ ਸਿੰਘ ਆ ਜੀ, ਤੇ ਮਨੀ ਸਿੰਘ ਭਾਈ ਸਾਹਿਬ ਜੀ ਦਾ ਇਤਿਹਾਸ ਆਪਾਂ ਰੋਜ਼ ਪੜ੍ਹਦੇ ਸੁਣਦੇ ਆ। ਸਤਿਗੁਰੂ ਦੀ ਕਿਰਪਾ ਹੈ, ਇਹ ਜਥੇਬੰਦੀ ਦੇ ਚੇਅਰਮੈਨ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ। ਸਾਰੇ ਵਾਲੰਟੀਅਰ ਹਨ, ਸੇਵਾ ਭਾਵਨਾ ਦੇ ਨਾਲ ਕੌਮ ਦੇਸ਼ ਦੀ ਸੇਵਾ ਕਰ ਰਹੇ ਹਨ, ਗੁਰਮਤਿ ਵਿਚਾਰਾਂ ਦੇ ਨਾਲ ਆਪਾਂ ਨੂੰ ਜੋੜਦੇ ਹਨ। ਧੰਨਵਾਦ ਹੈ ਸਿੱਖ ਚੈਨਲ ਵੱਲੋਂ ਭਾਈ ਸਾਹਿਬ ਜੀ ਦਾ। ਸੋ ਮੈਂ ਬੇਨਤੀ ਕਰਾਂਗਾ, ਕਿਉਂਕਿ ਸਾਡੇ ਸਤਿਕਾਰਯੋਗ ਭਾਈ ਅਵਤਾਰ ਸਿੰਘ ਜੀ ਜਿਹੜੇ ਇਸ ਸੰਤਾਂ ਨਾਲ ਉਹ ਵੀ ਜੁੜੇ ਹਨ, ਉਹ ਵੀ ਕੁਝ ਇੱਕ ਅੱਧੇ ਮਿੰਟ ਵਿੱਚ ਆਪਣੇ ਵਿਚਾਰ ਪੇਸ਼ ਕਰਨ। ਉਸ ਤੋਂ ਅਗਲੇ ਫਿਰ ਆਪਾਂ ਇੱਕ 2-2 ਸੈਕਿੰਡ ਸਾਰਿਆਂ ਨੂੰ ਜਿਹੜੇ ਵੀ ਹੈ ਰਹੇ, ਸਾਡੇ ਸਬ ਇੰਸਪੈਕਟਰ ਮੇਰੇ ਛੋਟੇ ਭਾਈ ਬਲਵਿੰਦਰ ਸਿੰਘ ਜੀ, ਉਹਨਾਂ ਦੇ ਵਿਚਾਰ ਵੀ ਕਲੇਰ ਸਾਹਿਬ ਬੈਠੇ ਹਨ। ਸੋ ਜਿਹੜੇ ਵੀਰਾਂ ਨੇ ਦੇਣੇ ਹਨ, ਸਾਡੇ ਕੁਹਾੜ ਸਾਹਿਬ ਵੀ ਸਤਿਕਾਰਯੋਗ ਪਿੰਡ ਦੇ ਵਿੱਚ ਨਾਮਵੰਦ ਵੀਰ ਹਨ, ਉਹਨਾਂ ਦੇ ਵੀ ਮੈਂ ਚਾਹਾਂਗਾ ਕੁਝ ਵਿਚਾਰ ਦੇਣ। ਸਰਵਣ ਸਿੰਘ ਜੀ ਅਮਰੀਕਾ। ਸੋ ਇਹ ਸਾਰਿਆਂ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ ਕੁਝ ਨਾ ਕੁਝ ਆਪਣੀ ਹਾਜ਼ਰੀ ਜ਼ਰੂਰ ਲਾਉਣ ਤਾਂ ਕਿ ਪਤਾ ਲੱਗੇ। ਸੋ ਧੰਨਵਾਦ ਹੈ। ਮੈਂ ਬੇਨਤੀ ਕਰਾਂਗਾ ਭਾਈ ਅਵਤਾਰ ਸਿੰਘ ਜੀ ਆਪਣੇ ਸੀਮਤ ਵਿਚਾਰਾਂ ਦੇ ਨਾਲ ਹੀ ਫਤਿਹ ਦੀ ਸਾਂਝ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੁੱਚੇ ਤੌਰ ਤੇ ਸਾਰੀ ਹੀ ਸੰਗਤ ਦਾ ਧੰਨਵਾਦ ਕਰਦਾ ਹੋਇਆ ਆਪਣੇ ਵਿਚਾਰ ਇੰਨੀ ਕੋ ਪੇਸ਼ ਕਰਾਂਗਾ ਕਿ ਜਿੱਦਾਂ ਆਪਣੇ ਇਸ ਇਲਾਕੇ ਦੇ ਵਿੱਚ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅਖੰਡ ਪਾਠ ਸਾਹਿਬਾਂ ਦੇ ਸੰਬੰਧੀ ਜ਼ਿਆਦਾ ਪੰਜਾਬ ਨਾਲੋਂ ਵਿਵਾਦ ਹੈ ਕਿ ਜਗ੍ਹਾ ਤੇ ਪਾਠ ਹੋਣੇ, ਵਡੇਰਿਆਂ ਦੀਆਂ ਜਗ੍ਹਾਵਾਂ ਤੇ। ਜਿਵੇਂ ਜਥੇਦਾਰ ਜੀ ਨੇ ਇੱਕ ਵਿਚਾਰ ਸਤਿਗੁਰਾਂ ਦੀ ਦੱਸੀ ਸੀ ਕਿ ਗੁਰਬਾਣੀ ਦੇ ਭਾਵ ਨੂੰ ਸਮਝਣ ਦਾ ਯਤਨ ਕਰੀਏ। ਇਦਾਂ ਹੀ ਅਸੀਂ ਸਮਝ ਲਈਏ ਕਿ ਗੁਰਬਾਣੀ ਦੇ ਵਿੱਚ ਅਸਲ ਵਿੱਚ ਸਾਡਾ ਵਡੇਰਾ ਕੌਣ ਹੈ, ਜਠੇਰਾ ਕੌਣ ਹੈ। ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਜਠੇਰਾ ਉਹ ਹੈ ਜਿਹੜਾ ਸਾਡਾ ਸਭ ਤੋਂ ਪਹਿਲਾਂ ਹੋਵੇ, ਉਹਨੂੰ ਜਠੇਰਾ ਕਹਿੰਦੇ ਆ। ਉਸ ਤੋਂ ਬਾਅਦ ਵਡੇਰੇ ਆ ਜਾਂਦੇ ਨੇ। ਹੁਣ ਇਸ ਗੱਲ ਨੂੰ ਜਰਾ ਸੋਚੀਏ ਕਿ ਸਿੱਖ ਕੌਮ ਦਾ ਸਭ ਤੋਂ ਪਹਿਲਾਂ ਕੌਣ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਤੋਂ ਇਹ ਕੌਮ ਚੱਲੀ ਹੈ। ਤਾਂ ਇਹਦਾ ਅਰਥ ਹੋਇਆ ਸਾਡਾ ਸਾਰਿਆਂ ਤੋਂ ਵੱਡਾ ਜਠੇਰਾ ਵਡੇਰਾ ਗੁਰੂ ਨਾਨਕ ਸਾਹਿਬ ਹੈ। ਤੇ ਗੁਰਬਾਣੀ 'ਚ ਇਸ ਗੱਲ ਦੀ ਮੋਹਰ ਵੀ ਹੈ, ਸਭ ਤੋਂ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ। ਤਾਂ ਮੈਂ ਇੰਨਾ ਕੀ ਕਹਿਣਾ ਚਾਹੂੰ ਕਿ ਸਤਿਗੁਰਾਂ ਦੀ ਬਾਣੀ 'ਚੋਂ ਅਸੀਂ ਇਹ ਸਮਝ ਲਈਏ ਕਿ ਸਾਡਾ ਜਠੇਰਾ ਸਿਰਫ ਗੁਰੂ ਨਾਨਕ ਹੈ। ਉਸ ਤੋਂ ਬਾਅਦ ਸਾਰੇ ਜਿਹੜੇ ਸਾਡੇ ਪਰਿਵਾਰ ਦੇ ਜਠੇਰੇ ਆ ਨਾ, ਉਹ ਤਾਂ ਬਹੁਤ ਸਮਾਂ ਬਾਅਦ, ਜਿਨ੍ਹਾਂ ਦੇ ਅਸੀਂ ਨਾਂ ਵੀ ਨਹੀਂ ਜਾਣਦੇ। ਤਾਂ ਸਾਡਾ ਜਠੇਰਾ ਵਡੇਰਾ ਗੁਰੂ ਨਾਨਕ ਸਾਹਿਬ ਹੈ ਤੇ ਗੁਰੂ ਨਾਨਕ ਦੀ ਬਾਣੀ ਅਨੁਸਾਰ ਹੀ ਅਸੀਂ ਆਪਣਾ ਜੀਵਨ ਜੀ ਸਕੀਏ। ਇਹਦੀ ਪ੍ਰੋੜਤਾ ਸਾਨੂੰ ਗੁਰਬਾਣੀ ਦੇ ਵਿੱਚੋਂ ਵੀ
ਮਿਲਦੀ ਹੈ, ਕਿਉਂਕਿ ਸਤਿਗੁਰਾਂ ਨੇ ਬਚਨ ਬਖਸ਼ਿਆ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ। ਸਾਡੀ ਸਾਰੀ ਕੌਮ ਦਾ ਜਠੇਰਾ ਜਿਹੜਾ ਗੁਰੂ ਨਾਨਕ ਹੈ, ਉਹਦੇ ਸਿਧਾਂਤਾਂ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਸੁਖੀ ਬਣਾ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਬਹੁਤ ਹੀ ਸੀਮਿਤ ਟਾਈਮ ਦੇ ਵਿੱਚ ਉੱਚੇ ਵਿਚਾਰ ਰੱਖਿਆ ਹਨ, ਧੰਨਵਾਦ ਹੈ। ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਕਲੇਰ ਸਾਹਿਬ ਜੀ ਐਡਵੋਕੇਟ, ਉਹ ਵੀ ਕੁਝ ਸਕਿੰਟਾਂ ਵਾਸਤੇ ਆਪਣੇ ਵਿਚਾਰ ਸੀਮਿਤ ਟਾਈਮ 'ਚ ਰੱਖਣ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਭਾਈ ਸਾਹਿਬ ਜੀ ਪਹਿਲਾਂ 2-3 ਸਵਾਲ ਹੋਏ ਆ, ਸਰ ਲਸ਼ਕਰ ਸਿੰਘ ਜੀ ਹੋਣਾ ਕੀਤੇ ਆ, ਉਸੇ ਸੰਦਰਭ ਦੇ ਵਿੱਚ ਮੈਂ ਇੱਕ ਗੱਲ ਜਿਹੜੀ ਹੋਰ ਕਰਨੀ ਚਾਹੂੰਗਾ ਕਿ ਠੀਕ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਸਾਡਾ ਫਰਜ਼ ਆ। ਜੇ ਅਸੀਂ ਨਾ ਕਰਾਂਗੇ ਤੇ ਕਿਸੇ ਹੋਰ ਨੇ ਨਹੀਂ ਕਰਨਾ, ਜੇ ਅਸੀਂ ਕਰਾਂਗੇ ਤੇ ਦੂਸਰਾ ਵੀ ਕਰੂਗਾ। 10ਵੇਂ ਪਾਤਸ਼ਾਹ ਜਦੋਂ ਆਖਰੀ ਟਾਈਮ ਤੇ ਸਾਨੂੰ ਉਪਦੇਸ਼ ਹੀ ਇਹ ਦੇ ਕੇ ਗਏ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਸਮਝਦਾ ਕਿ ਮੰਨਣ ਸਭ ਤੋਂ ਵੱਡੀ ਗੱਲ ਇਹ ਆ, ਜਿਹੜਾ ਸਾਨੂੰ ਸੰਦੇਸ਼ ਗੁਰੂ ਗ੍ਰੰਥ ਸਾਹਿਬ ਜੀ 'ਚ ਆਉਂਦਾ ਆ, ਜੇ ਤਾਂ ਅਸੀਂ ਉਸ ਸੰਦੇਸ਼ ਦੇ ਮੁਤਾਬਕ ਚੱਲਾਂਗੇ ਤੇ ਫੇਰ ਤਾਂ ਮੈਂ ਸਮਝਦਾ ਬਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਉਸ ਗੱਲ ਦੇ ਵਿੱਚ ਆ। ਤੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਨਹੀਂ ਮੰਨਾਂਗੇ ਤੇ ਬਾਹਰੀ ਦਿਖਾਵੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਾਂਗੇ ਤੇ ਉਹਦੇ ਨਾਲ ਫਿਰ ਜਿਹੜੇ ਅੱਜ ਦੇ ਹਾਲਾਤ ਪੈਦਾ ਹੋਏ ਆ, ਇਹ ਹੋਰ ਵਧਣਗੇ। ਇੱਕ ਗੱਲ ਮੈਨੂੰ ਬੜੀ ਮਹਿਸੂਸ ਹੁੰਦੀ ਆ ਕਿ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਪਿੰਡਾਂ 'ਚ ਗੁਰਦੁਆਰੇ ਵੀ ਨਹੀਂ ਸੀ ਤੇ ਅਸੀਂ ਪੁਰਾਣਾ ਇਤਿਹਾਸ ਪੜ੍ਹਦੇ ਹਾਂ, ਪੁਰਾਣੇ ਜਿਹੜੇ ਪ੍ਰਾਚੀਨ ਸਿੱਖ ਹੋਏ ਆ ਉਹਨਾਂ ਦੀਆਂ ਜੀਵਨੀਆਂ ਪੜ੍ਹਦੇ ਆ, ਤੇ ਸਾਨੂੰ ਬੜਾ ਮਾਣ ਹੁੰਦਾ ਕਿ ਕਿਹੜੀਆਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਧਰਮ ਤੋਂ ਥਿੜਕੇ ਨਹੀਂ, ਆਪਣੇ ਅਕੀਦੇ ਤੇ ਕਾਇਮ ਰਹੇ, ਸਿਧਾਂਤ ਜਿਹੜੇ ਉਹਨੇ ਪੂਰੇ ਪਹਿਰਾ ਦੇ ਕੇ ਨਿਭਾਏ। ਉਹਨਾਂ ਸਮਿਆਂ ਵਿੱਚ ਗੁਰਦੁਆਰੇ ਹੈ ਨਹੀਂ ਸੀ, ਜੇ ਹੈ ਵੀ ਸੀ ਕੱਚੇ ਸੀ, ਪਰ ਸਿੱਖ ਬੜੇ ਪੱਕੇ ਸੀ। ਹੁਣ ਦੇ ਸਮਿਆਂ ਵਿੱਚ ਗੁਰੂ ਘਰਾਂ ਦੀਆਂ ਇਮਾਰਤਾਂ ਬਹੁਤ ਸੋਹਣੀਆਂ ਬਣ ਗਈਆਂ, ਪਰ ਸਿੱਖ ਜਿਹੜੇ ਆ ਉਹ ਜਿਹੜੇ ਪੱਕੇ ਸੀ ਉਹ ਕੱਚਾਈ ਵਿੱਚ ਆ ਗਏ ਹੈਗੇ ਆ। ਉਹਦੀਆਂ ਕੁਝ ਉਦਾਹਰਨਾਂ ਐਸੀਆਂ ਵੀ ਹੈਗੀਆਂ ਜਿਹੜੀ ਮੈਂ ਚਾਹੇ ਸਵਾਲ ਸਿੰਘ ਸਾਹਿਬ ਸਮਝੋ, ਚਾਹੇ ਉਹਨੂੰ ਸੁਝਾਅ ਸਮਝੋ, ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਜਿਹੜਾ ਕਰਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਕੇ ਕੀਤਾ ਜਾ ਸਕਦਾ। ਗੁਰੂ ਘਰਾਂ ਦੇ ਵਿੱਚ ਕਈ ਵਾਰੀ ਅਕਸਰ ਵੇਖਦੇ ਆ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਦਾ ਕਮਰਾ ਆ, ਮੈਂ ਸਮਝਦਾ ਉੱਥੇ ਸਫਾਈ ਵੀ ਪੂਰੀ ਹੋਣੀ ਚਾਹੀਦੀ ਆ ਤੇ ਵਧੀਆ ਉੱਥੇ ਵਿਛਾਉਣੇ ਵੀ ਜ਼ਰੂਰ ਹੋਣੇ ਚਾਹੀਦੇ ਆ। ਤੇ ਜਦੋਂ ਅਸੀਂ ਉੱਥੇ ਏਸੀ ਲਾ ਦਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਹੈਗਾ ਵਾ ਵਾਤਾਵਰਨ ਠੰਡਾ ਰਵੇ, ਕੀ ਇਹ ਮਨਵਤ ਆ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਆ? ਇਹ ਤੇ ਜ਼ਰੂਰ ਚਾਨਣਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕਲੇਰ ਸਾਹਿਬ ਜੀ ਨੇ ਬਹੁਤ ਹੀ ਅਹਿਮ ਜਿਹੜਾ ਸਵਾਲ ਕੀਤਾ ਹੈ, ਔਰ ਇਹ ਵਿਸ਼ੇਸ਼ ਤੌਰ ਦੇ ਉੱਤੇ ਸਾਨੂੰ ਪਹਿਲਾਂ ਸਮਝ ਲੈਣ ਦੀ ਲੋੜ ਆ ਕਿ ਸਾਡੇ ਪਾਵਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸ਼ਬਦ ਗੁਰੂ ਨੇ। ਦੁਨੀਆਂ ਦੇ ਵਿੱਚ ਅਕਾਲ ਪੁਰਖ ਨਹੀਂ ਆਉਂਦਾ, ਇੱਕ ਅਲੱਗ ਵਿਸ਼ਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਨੇ, ਨਾ ਤੇ ਸ਼ਬਦ ਗੁਰੂ ਨੂੰ ਠੰਡ ਲੱਗਦੀ ਆ ਤੇ ਨਾ ਹੀ ਗਰਮੀ ਲੱਗਦੀ ਆ। ਕਈ ਵਾਰ ਜਦੋਂ ਅਸੀਂ ਸਰਦਾ ਵਸ ਹੋ ਕੇ ਆਪਣੇ ਮਨ ਦੀ ਭਾਵਨਾ ਨਾਲ ਏਸੀ ਲਵਾ ਦਿੰਦੇ ਆ, ਸਾਰਿਆਂ ਤੋਂ ਪਹਿਲਾ ਕੰਮ ਤਾਂ ਇਹ ਹੁੰਦਾ ਕਿ ਏਸੀ ਲਵਾਉਣ ਵਾਲਾ ਏਸੀ ਲਵਾ ਕੇ ਚਲਿਆ ਜਾਂਦਾ, ਬਿੱਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਭਰਨ ਵੱਲੋਂ ਔਖੀ ਹੁੰਦੀ ਆ। ਦੂਜੀ ਗੱਲ, ਏਸੀ ਦੇ ਨਾਲ ਸਿੱਲ ਪੈ ਜਾਂਦੀ ਆ। ਸਿੱਲ ਪੈਣ ਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਕਾਗਜ਼ ਦੇ ਉੱਪਰ ਛਪਾਈ ਕੀਤੀ ਗਈ ਹੈ, ਉਹਦੇ ਵਿੱਚ ਬਹੁਤ ਹੀ ਜ਼ਿਆਦਾ ਬਰੀਕ ਪ੍ਰਕਾਰ ਦੇ ਇੱਕ ਜੀ ਪੈ ਜਾਂਦੇ ਨੇ, ਜਿਨ੍ਹਾਂ ਨੂੰ ਬੜੀ ਮੁਸ਼ਕਲ ਦੇ ਨਾਲ ਕਈ ਵਾਰੀ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਧੁੱਪ ਦੇ ਵਿੱਚ ਪ੍ਰਕਾਸ਼ ਕਰਵਾ ਕੇ ਵੀ ਕਈ ਜਗ੍ਹਾ ਦੇ ਉੱਤੇ ਉਹਦੀ ਜਿਹੜੀ ਆ ਸਾਂਭ ਸੰਭਾਲ ਕਰਨ ਦੀ ਲੋੜ ਪਈ ਆ। ਕਿਉਂਕਿ ਏਸੀ ਚਾਲੂ ਕਰ ਦਿੱਤਾ, ਮੁੜ ਕੇ ਪਤਾ ਨਹੀਂ ਕਿਸੇ ਨੇ ਬੰਦ ਕਰਨਾ ਹੈ, ਕਿਸੇ ਨੇ ਨਹੀਂ ਕਰਨਾ ਹੈਗਾ, ਹਰ ਵਕਤ ਸਿੱਲ ਰਹਿਣੀ ਆ। ਇਸ ਕਰਕੇ ਇਸ ਚੀਜ਼ ਦੀ ਜ਼ਰੂਰਤ ਨਹੀਂ ਹੈ। ਕੇਵਲ ਸ੍ਰੀ ਗੁਰੂ ਗ੍ਰੰਥ ਦਾ ਸਤਿਕਾਰ ਕੇਵਲ ਉਹਨਾਂ ਦੀ ਗੱਲ ਮੰਨ ਕੇ ਆ, ਨਾ ਕਿ ਉਹਨਾਂ ਵਾਸਤੇ ਏਸੀ ਜਾਂ ਹੋਰ ਕਿਸੇ ਪ੍ਰਕਾਰ ਦੀਆਂ ਸਹੂਲਤਾਂ, ਨਾ ਮਹਿੰਗੇ ਵਸਤਰਾਂ ਦੇ ਨਾਲ। ਸਤਿਕਾਰ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਹੀ ਹੋਈ ਗੱਲ ਨੂੰ ਮੰਨ ਕੇ ਆ। ਇਹਨਾਂ ਵਚਨਾਂ ਦੇ ਨਾਲ ਮਾਫੀ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਧੰਨਵਾਦ ਸਿੰਘ ਸਾਹਿਬ ਜੀ ਦਾ, ਜਿਹੜੇ ਭਰਮਾਂ ਦੇ ਵਿੱਚ ਆਪਾਂ ਪਏ ਹਾਂ
ਉਹਨਾਂ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਾਨੂੰ ਸਮਝਾ ਰਹੇ ਹਨ। ਮੈਂ ਬੇਨਤੀ ਕਰਾਂਗਾ ਗੁਰਦੇਵ ਸਿੰਘ ਜੀ ਢਾਡੀ ਸਭਾ ਦੇ ਨਾਲ ਸੰਬੰਧਿਤ ਹਨ, ਉਹ ਵੀ ਕੁਝ ਮੈਂ ਬੇਨਤੀ ਕਰਾਂਗਾ ਕੁਝ ਸਕਿੰਟਾਂ ਵਾਸਤੇ ਹੀ ਆਪਣੇ ਵਿਚਾਰ ਰੱਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਛੋਟਾ ਜਿਹਾ ਮੇਰਾ ਸਵਾਲ ਆ, ਮੈਂ ਜਥੇਦਾਰ ਸਾਹਿਬ ਨੂੰ ਕਰਨਾ ਚਾਹੁੰਦਾ ਕਿ ਜੋ ਅੱਜ ਥਾਂ ਥਾਂ ਕੇਸਰੀ ਨਿਸ਼ਾਨ ਦੀ ਬੇਅਦਬੀ ਹੋ ਰਹੀ ਆ, ਮੜੀਆਂ ਮਸਾਣਾਂ ਤੇ ਝੁੱਲ ਰਹੇ ਆ, ਕਿ ਇਹ ਜਾਇਜ਼ ਆ ਕਿੰਨੇ ਜਾਇਜ਼ ਆ? ਦੂਜਾ ਮੇਰਾ ਸਵਾਲ ਇਹ ਆ ਕਿ ਜੋ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬਾਂ ਤੋਂ ਜਿਹੜੇ ਆਪਣੇ ਮੜੀਆਂ ਮਸਾਣਾਂ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰ ਰਿਹਾ, ਉਹਨਾਂ ਨੂੰ ਇੱਕ ਸਿੱਖ ਚੈਨਲ ਰਾਹੀਂ ਸੁਨੇਹਾ ਦਿੱਤਾ, ਕਿਸ ਤਰ੍ਹਾਂ ਦਿੱਤਾ ਜਾ ਸਕਦਾ? ਤੁਹਾਨੂੰ ਤੁਸੀਂ ਆਪਣੇ ਹਿਸਾਬ ਨਾਲ ਵੀ ਉਹ ਲਿਜਾਣ ਚਾਹੇ ਨਾ ਲਿਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਅਹਿਮ ਸਵਾਲ ਸਾਡੇ ਭਾਈ ਗੁਰਦੇਵ ਸਿੰਘ ਜੀ ਨੇ ਕੀਤਾ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿੱਥੇ ਜਗ੍ਹਾ ਜਗ੍ਹਾ ਦੇ ਉੱਪਰ 2-2 4-4 ਇੱਟਾਂ ਲਾ ਕੇ ਪੰਥਕ ਨਿਸ਼ਾਨ ਸਾਹਿਬ ਚਲਾਏ ਹੋਏ ਨੇ, ਇਹ ਬਿਲਕੁਲ ਬੇਬੁਨਿਆਦ ਹੈ। ਵਿਸ਼ੇਸ਼ ਤੌਰ ਦੇ ਉੱਤੇ ਮਾਨਯੋਗ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਆਨੰਦਗੜ੍ਹ ਸਾਹਿਬ ਜੀਆਂ ਦੇ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਸਿੱਖ ਸੰਗਤਾਂ ਦੇ ਨਾਮ, ਜਿਨ੍ਹਾਂ ਨੂੰ ਅਸੀਂ ਹਰ ਜਗ੍ਹਾ ਦੇ ਉੱਤੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਔਰ ਪੰਥਕ ਨਿਸ਼ਾਨ ਸਾਹਿਬ ਕੇਵਲ ਉੱਥੇ ਹੀ ਝੁੱਲ ਸਕਦੇ ਹਨ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹਨ। ਜਗ੍ਹਾ ਜਗ੍ਹਾ ਦੇ ਉੱਪਰ ਪੰਥਕ ਨਿਸ਼ਾਨ ਸਾਹਿਬ ਜਿਹੜੇ ਚਲਾਏ ਗਏ ਨੇ, ਉਹਨਾਂ ਵਾਸਤੇ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਡੇ ਜਿਹੜੇ NRI ਵੀਰ ਨੇ, ਜ਼ਿਆਦਾਤਰ ਇੰਡੀਆ ਦੇ ਵਿੱਚ ਇਹਨਾਂ ਦੀਆਂ ਥਾਵਾਂ ਦੇ ਉੱਤੇ ਜਾ ਕੇ ਝੁੱਲਦੇ ਨੇ। ਮੈਂ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸਾਡੀਆਂ ਸਿੱਖ ਸੰਗਤਾਂ ਜਿੰਨੇ ਵੀ ਸਾਡੇ NRI ਵੀਰ ਨੇ, ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਅਪੀਲ ਕਰਦਾ ਕਿ ਜਿੱਥੇ ਵੀ ਇੰਡੀਆ ਦੇ ਵਿੱਚ ਉਹਨਾਂ ਦੀ ਕੋਈ ਜਗ੍ਹਾ ਬਣੀ ਹੋਈ ਆ, ਅਗਰ ਉੱਥੇ ਪੰਥਕ ਨਿਸ਼ਾਨ ਸਾਹਿਬ ਝੁੱਲਦੇ ਨੇ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ, ਪਿਛਲਿਆਂ ਨੂੰ ਆ ਕੇ ਉੱਥੋਂ ਨਿਸ਼ਾਨ ਸਾਹਿਬ ਜਿਹੜੇ ਆ ਵਧਾ ਦਿੱਤੇ ਜਾਣ। ਅਗਰ ਕਿਸੇ ਦੇ ਮਨ 'ਚ ਕੋਈ ਇਹ ਵਹਿਮ ਹੋਵੇ ਕਿ ਜੇ ਇੱਥੋਂ ਨਿਸ਼ਾਨ ਸਾਹਿਬ ਉਤਾਰ ਦਿੱਤਾ ਗਿਆ ਤਾਂ ਪਤਾ ਨਹੀਂ ਸਾਡਾ ਕੋਈ ਨੁਕਸਾਨ ਹੋਊਗਾ, ਤੇ ਸਾਨੂੰ ਹੁਕਮ ਕਰਨ। ਜਿਹੜੀ ਸਾਡੀ ਸੰਸਥਾ ਹੈ ਦਿਨ ਔਰ ਰਾਤ ਆਪ ਜੀ ਦੀ ਸੇਵਾ ਦੇ ਵਿੱਚ ਹੈ। ਦੂਸਰੀ ਜੋ ਗ੍ਰੰਥੀ ਪਾਠੀ ਸਿੰਘ ਇਹ ਮਨਮਤ ਦੀਆਂ ਜਗ੍ਹਾ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਜਾਂਦੇ ਨੇ ਸਰੂਪ ਪਾਵਨ ਸਰੂਪ, ਉਹਨਾਂ ਦੇ ਖਿਲਾਫ ਜਿੱਥੇ ਪੰਥਕ ਰਵਾਇਤੀ ਕਾਰਵਾਈ ਬਣਦੀ ਆ, ਉੱਥੇ ਧਾਰਾ 295 ਤਹਿਤ ਬੇਅਦਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਨ ਸੰਬੰਧੀ ਪਰਚਾ ਵੀ ਦਰਜ ਹੋ ਸਕਦਾ, ਜਿਹਦੇ ਪ੍ਰਤੀ ਸੰਸਥਾ ਦਿਨ ਔਰ ਰਾਤ ਆਪ ਜੀ ਦੇ ਨਾਲ ਵਚਨਬੱਧ ਆ। ਸਾਡੇ ਕੋਲੇ ਇਸ ਪ੍ਰਕਾਰ ਦੇ ਕੇਸ ਆਉਂਦੇ ਨੇ, ਅਸੀਂ ਕੋਸ਼ਿਸ਼ ਕਰਦੇ ਹਾਂ ਪ੍ਰੇਮ ਪਿਆਰ ਦੇ ਨਾਲ ਉਹਨਾਂ ਦਾ ਹੱਲ ਹੋ ਸਕੇ। ਨਾ ਹੱਲ ਹੋਵੇ ਤਾਂ ਅਸੀਂ ਵਿਸ਼ੇਸ਼ ਤੌਰ ਤੇ ਪਰਚੇ ਦਰਜ ਕਰਵਾ ਕੇ ਵੀ ਇਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਸਿੰਘ ਸਾਹਿਬ ਜੀ ਦਾ ਜਿਹੜੇ ਸਵਾਲ ਸੀ ਉਹਨਾਂ ਦਾ ਜਵਾਬ ਦਿੱਤਾ। ਮੈਂ ਬੇਨਤੀ ਕਰਾਂਗਾ ਕਲੇਰ ਸਾਹਿਬ ਪਿੱਛੇ ਬੈਠੇ ਹਨ, ਉਹ ਕੁਝ ਸਕਿੰਟਾਂ ਵਾਸਤੇ ਆਪਣੇ ਵਿਚਾਰ ਰੱਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸੁਝਾਅ ਦੇਣਾ ਚਾਹੁੰਦੇ ਆ ਸਿੰਘ ਸਾਹਿਬ ਨੂੰ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਡੇ ਇਲਾਕੇ ਵਿੱਚ ਆਣ ਕੇ ਇਹਨਾਂ ਨੇ ਦਫ਼ਤਰ ਖੋਲ੍ਹਿਆ। ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤ ਗ੍ਰੰਥੀ ਸਭਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੱਡੀ ਸਾਬੋ ਵੱਲੋਂ ਬੇਨਤੀ ਇਹ ਕਰਨੀ ਚਾਹੁੰਦੇ ਆ ਕਿ ਜਿਸ ਤਰ੍ਹਾਂ ਗ੍ਰੰਥੀ ਸਭਾ ਜਿਹੜੇ ਗ੍ਰੰਥੀ ਆ ਉਹਨਾਂ ਨੂੰ ਸੁਝਾਅ ਦਿੰਦੇ ਆ, ਤੁਸੀਂ ਸਾਨੂੰ ਸੁਝਾਅ ਦਿੰਦੇ ਆ ਕਿ ਗੁਰਦੁਆਰਾ ਸਾਹਿਬ ਜਾ ਕੇ ਕਿੱਦਾਂ ਮੱਥਾ ਟੇਕਣਾ ਤੇ ਕਿੱਦਾਂ ਅਸੀਂ ਉੱਥੇ ਮਾਣ ਮਰਜ਼ਾਦਾ ਨੂੰ ਕਾਇਮ ਰੱਖਣਾ। ਜਿਹੜੇ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਆ, ਕਿਰਪਾ ਕਰਕੇ ਉਹਨਾਂ ਨੂੰ ਵੀ ਥੋੜਾ ਜਿਹਾ ਨੱਥ ਪਾਉਣ ਦੀ ਲੋੜ ਆ, ਨਹੀਂ ਤਾਂ ਅੱਜ ਜਿਹੜੇ ਸਾਡਾ ਜਿਹੜੀ ਜਨਰੇਸ਼ਨ ਆ ਉਹ ਗਲਤ ਪਾਸੇ ਨੂੰ ਜਾ ਰਹੀ ਹੈ। ਤੇ ਸਿਰਫ ਇਸ ਕਰਕੇ ਕਿ ਕਿਉਂਕਿ ਗ੍ਰੰਥੀ ਸਿੱਖੇ ਹੋਏ ਨਹੀਂ, ਉਹ ਜਿੱਦਾਂ ਆਪਣਾ ਰੋਟੀ ਫੁਲਕਾ ਚਲਾ ਰਹੇ ਆ, ਜੇ ਉਹਨਾਂ ਨੂੰ ਵੀ ਤੁਸੀਂ ਧਿਆਨ ਦਿਓ ਤੇ ਤੁਹਾਡੀ ਬਹੁਤ ਮਿਹਰਬਾਨੀ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਸੁਝਾਅ ਗੁਰੂ ਪਿਆਰਿਓ ਸਿਰ ਮੱਥੇ ਆ। ਵਿਸ਼ੇਸ਼ ਤੌਰ ਦੇ ਉੱਤੇ ਅਸੀਂ ਇਹਨਾਂ ਦੇ ਸਿਖਲਾਈ ਕੈਂਪ ਲਾ ਕੇ ਔਰ ਸੰਗਤਾਂ ਨੂੰ ਜਾਗਰਤ ਕਰਾਂਗੇ ਕਿ ਬਿਨਾਂ ਸਰਟੀਫਿਕੇਟ ਤੋਂ, ਬਿਨਾਂ ਕਿਸੇ ਅਥੋਰਾਈਜ਼ਡ ਸੰਸਥਾ ਪਾਸੋਂ ਸਿੱਖਿਅਤ ਗ੍ਰੰਥੀ ਸਿੰਘਾਂ ਨੂੰ ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਨਾ ਲਾਇਆ ਜਾਵੇ। ਔਰ ਇਸ ਪ੍ਰਕਾਰ ਦੇ ਗ੍ਰੰਥੀ ਸਿੰਘ ਅਸੀਂ ਸੰਗਤਾਂ ਨੂੰ ਮੁਹੱਈਆ ਕਰਨ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਿੰਘ ਸਾਹਿਬ ਜੀ ਦਾ। ਪਿੱਛੇ ਸਾਡੇ ਵੀਰ ਬੈਠੇ ਹਨ, ਮੇਰੇ ਕੋਲ ਨਾਂ ਨਹੀਂ ਉਹਨਾਂ ਦਾ, ਸੋ ਉਹ ਆਪਣਾ ਨਾਂ ਦੱਸ ਕੇ ਸੋ ਆਪਣੇ ਵਿਚਾਰ ਪੇਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ
ਸੋ ਮੈਂ ਸ਼ਿਗਾਰਾ ਸਿੰਘ ਸੈਕਟਰੀ ਪਿੰਡ ਕਲਾਰ। ਸੋ ਸਾਰੇ ਵਿਦਵਾਨ ਸੱਜਣ ਬੈਠੇ ਹੋ, ਧੰਨਵਾਦੀ ਹਾਂ ਸਿੱਖ ਚੈਨਲ ਵਾਲਿਆਂ ਦੇ ਜਿਹੜੇ ਦੁਨੀਆ ਭਰ ਦੇ ਵਿੱਚ ਇੱਕ ਸਿੱਖੀ ਦੀ ਪਛਾਣ ਬਣਾ ਰਹੇ ਹਨ। ਸੋ ਮੇਰੇ ਕੋਲ ਇੱਕ ਛੋਟਾ ਜਿਹਾ ਸਵਾਲ ਹੈ। ਅਕਸਰ ਤੁਸੀਂ ਵੇਖਦੇ ਹੋ ਅੱਜ ਫਿਰ ਸਾਲ ਬਾਅਦ ਵਿਆਹਾਂ ਦਾ ਸੀਜ਼ਨ ਚੱਲ ਰਿਹਾ। ਬੜੀ ਦੁੱਖ ਦੀ ਗੱਲ ਹੈ ਜਦੋਂ ਪੈਲਸ ਦੇ ਵਿੱਚ ਗੱਲਾਂ ਕਰਦੇ ਆ ਪਰਿਵਾਰ ਵਾਲੇ, ਬਈ ਹੁਣ ਭੱਜ ਕੇ ਲਾਵਾਂ ਕੌਣ ਕਰਵਾਉਣ ਜਾਵੇਗਾ, ਆਨੰਦ ਕਾਰਜਾਂ ਤੇ ਕੌਣ ਜਾਵੇਗਾ। ਸੋ 10 ਪਾਤਸ਼ਾਹੀਆਂ ਦੀ ਜੋਤ ਜਿਹਨੂੰ ਅਸੀਂ ਸ਼ਬਦ ਗੁਰੂ ਮੰਨਦੇ ਹਾਂ, ਉਸ ਗੁਰਬਾਣੀ ਦੀਆਂ ਲਾਵਾਂ ਤੇ ਅਸੀਂ ਸਿੱਖ ਲੋਕ ਹੀ ਕਰਨ ਵਾਲੇ ਤੇ ਸਿੱਖ ਲੋਕ ਹੀ ਲਾਵਾਂ ਕਰਵਾਉਣ ਵਾਲੇ ਕਿੰਨਾ ਕੁ ਗੁਰਬਾਣੀ ਦਾ ਸਤਿਕਾਰ ਕਰਦੇ ਹਾਂ। ਗੁਸਤਾਖੀ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਜੀ ਦਾ, ਸੈਕਟਰੀ ਸਾਹਿਬ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ। ਮੈਂ ਸਿੰਘ ਸਾਹਿਬ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਕੁਝ ਇਹਨਾਂ ਦੇ ਜਿਹੜੇ ਸਵਾਲ ਹਨ ਉਹਦਾ ਦੱਸਣ, ਤੇ ਅਸੀਂ ਇੰਗਲੈਂਡ ਤੋਂ ਜੋ ਇਸ ਪ੍ਰਤੀ ਜੋ ਪ੍ਰੋਗਰਾਮ ਚੱਲ ਰਿਹਾ ਹੈ ਦਾਸ ਉਹਨਾਂ ਤੋਂ ਬਾਅਦ ਸਿੰਘ ਸਾਹਿਬ ਤੋਂ ਇੱਕ ਬੇਨਤੀ। ਹਾਂਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੀਰ ਜੀ ਹੁਣਾਂ ਦਾ ਬਹੁਤ ਦਰਦ ਹੈਗਾ ਅੰਦਰੋਂ ਜਿਹੜਾ ਉੱਭਰ ਕੇ ਆ ਰਿਹਾ, ਅਸੀਂ ਸਾਰੇ ਇਸ ਗੱਲ ਨੂੰ ਜਾਣਦੇ ਹਾਂ। ਇੱਥੇ ਇੱਕ ਤਾਂ ਵੱਡਾ ਭੁਲੇਖਾ ਇਹ ਪੈ ਜਾਂਦਾ, ਜਿਹੜੇ ਆਨੰਦ ਕਾਰਜ ਹੈ ਨਾ ਲਾਵਾਂ, ਕਈ ਵਾਰ ਇਸ ਪ੍ਰਕਾਰ ਦਾ ਕੇਸ ਵੀ ਹੋ ਜਾਂਦਾ ਕਿ ਲੜਕੀ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਆਸਥਾ ਨਹੀਂ ਰੱਖਦੇ, ਬਟ ਉਹ ਲੜਕੀ ਵਿਆਹੀ ਹੋ ਕੇ ਸਾਡੇ ਪਰਿਵਾਰ ਦੇ ਵਿੱਚ ਆ ਜਾਂਦੀ ਆ। ਬਾਅਦ ਵਿੱਚ ਵੀ ਲਾਵਾਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਸ਼ਰਵਣ ਕਰਨੀਆਂ ਜ਼ਰੂਰੀ ਨੇ, ਇਹ ਮਰਜ਼ਾਦਾ। ਅਗਰ ਲੜਕੀ ਵਾਲੇ ਕਹਿੰਦੇ ਕਿ ਅਸੀਂ ਲਾਵਾਂ ਨਹੀਂ ਕਰਵਾਉਣੀਆਂ, ਪਰੰਤੂ ਦੋਨਾਂ ਪਰਿਵਾਰਾਂ ਦਾ ਸੰਯੋਗ ਜੁੜ ਗਿਆ ਹੈ, ਤਾਂ ਜਿਹੜੇ ਆਨੰਦ ਕਾਰਜਾਂ ਦੀ ਲਾਵਾਂ ਦਾ ਪਾਠ ਹੈ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਸ਼ਰਵਣ ਕੀਤਾ ਜਾ ਸਕਦਾ, ਜਿਹੜਾ ਹਰ ਇੱਕ ਸਿੱਖ ਲਈ ਜ਼ਰੂਰੀ ਆ। ਮੈਂ ਪੁਰਜ਼ੋਰ ਅਪੀਲ ਕਰੂੰਗਾ, ਸਾਡੇ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ NR ਵੀਰ ਬੈਠੇ ਨੇ, ਜਿਹੜੇ ਇਸ ਟਾਈਮ ਪੰਥ ਟਾਈਮ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਨੂੰ ਮੈਂ ਵਿਸ਼ੇਸ਼ ਤੌਰ ਦੇ ਉੱਤੇ ਜਾ ਕੇ ਬੇਨਤੀ ਕਰਦਾ ਇਸ ਪ੍ਰਕਾਰ ਦੇ, ਕਿਉਂਕਿ ਉਹਨਾਂ ਨੇ ਜਾ ਕੇ ਇੰਡੀਆ ਦੇ ਵਿੱਚ ਜਿਹੜੇ ਪ੍ਰੋਗਰਾਮ ਕਰਾਉਣ ਹੁੰਦੇ ਨੇ, ਜ਼ਿਆਦਾਤਰ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਇਹ ਸ਼ਿਕਾਇਤ ਆਉਂਦੀ ਆ, ਕਿਉਂਕਿ ਉਹਨਾਂ ਕੋਲੇ ਸਮਾਂ ਕਾਫੀ ਘੱਟ ਹੁੰਦਾ। ਸਮਾਂ ਕਾਫੀ ਘੱਟ ਹੋਣ ਦੇ ਕਰਕੇ ਜ਼ਿਆਦਾਤਰ ਉਹ ਜਾਣੂ ਵੀ ਨਹੀਂ ਹੁੰਦੇ ਹੈਗੇ, ਤੇ ਪੈਲਸਾਂ ਦੇ ਵਿੱਚ ਜਿਹੜੇ ਵਿਆਹ ਕਰਵਾਏ ਜਾਂਦੇ ਨੇ, ਇਸ ਵਜ੍ਹਾ ਕਰਕੇ ਜ਼ਿਆਦਾਤਰ ਇਹ ਉੱਥੇ ਹੀ ਇਹ ਜਿਹੜੀ ਆ ਸ਼ਿਕਾਇਤ ਆਉਂਦੀ ਹੈ। ਮੈਂ ਉਹਨਾਂ ਨੂੰ ਪੁਰਜ਼ੋਰ ਬੇਨਤੀ ਕਰਦਾ, ਅਪੀਲ ਕਰਦਾ ਕਿ ਇਸ ਚੀਜ਼ ਦਾ ਵਿਸ਼ੇਸ਼ ਤੌਰ ਤੇ ਧਿਆਨ ਕੀਤਾ ਜਾਵੇ ਕਿ ਵਿਆਹ ਦੀ ਰਸਮ ਦੇ ਵਿੱਚ ਕੇਵਲ ਤੇ ਕੇਵਲ ਆਨੰਦ ਕਾਰਜ ਇਹੀ ਪ੍ਰਮੁੱਖ ਨੇ, ਬਾਕੀ ਸਾਰੀਆਂ ਰਸਮਾਂ ਕੇਵਲ ਤੁਹਾਡੇ ਇੱਕ ਦਿਖਾਵਾ, ਤੇ ਇਹਦਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਿੰਘ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪਣੇ ਇਸ ਵਿਚਾਰ ਦੇ ਵਿੱਚ ਆਨੰਦ ਕਾਰਜ ਦੀ ਬੇਨਤੀ ਦੇ ਰੂਪ ਵਿੱਚ ਸਾਰਿਆਂ ਸੰਗਤਾਂ ਨਾਲ ਸਨਮੁਖ ਹੋਏ ਹਨ। ਮੈਂ ਬੇਨਤੀ ਕਰ ਦਵਾਂ, ਇੰਗਲੈਂਡ ਦੀ ਧਰਤੀ ਤੇ ਜਿੱਥੇ ਦਾਸ ਰਹਿ ਰਿਹਾ ਹੈ, ਸਦੀਆਂ ਤੋਂ ਇਹ ਚੱਲਿਆ ਜਾਂਦੇ ਸਾਡੇ ਸਿੱਖ ਗਏ ਹਨ। ਜਿਸ ਵੇਲੇ ਬੱਚਾ ਬੱਚੀ ਦਾ ਆਨੰਦ ਕਾਰਜ ਹੁੰਦਾ ਹੈ, ਜਿਨ੍ਹਾਂ ਨੂੰ ਇਨਵੀਟੇਸ਼ਨ ਦਿੱਤੇ ਜਾਂਦੇ ਹਨ, ਦੋਸਤਾਂ ਮਿੱਤਰਾਂ ਨੂੰ, ਸਾਰੇ ਦੇ ਸਾਰੇ ਆਨੰਦ ਕਾਰਜ ਵੇਲੇ ਗੁਰਦੁਆਰਾ ਸਾਹਿਬ ਵਿਖੇ ਜਿੰਨਾ ਚਿਰ ਅਰਦਾਸ ਦੀ ਸਮਾਪਤੀ ਨਹੀਂ ਹੁੰਦੀ, ਪ੍ਰੋਗਰਾਮ ਦੀ ਸਮਾਪਤੀ ਨਹੀਂ ਹੁੰਦੀ, ਉਹਨਾਂ ਚਿਰ ਕਿਸੇ ਪਾਸੇ ਨੂੰ ਨਹੀਂ ਦੇਖਦੇ ਨਾ ਜਾਂਦੇ ਹਨ। ਪਰ ਇਹ ਕਿਉਂਕਿ ਗੱਲ ਇੱਥੇ ਦੀ ਹੈ, ਮੈਂ ਸਿੰਘ ਸਾਹਿਬ ਹੋਣਾ ਨੂੰ ਆਪ ਜੀ ਆਪਣੇ ਵੱਲੋਂ ਇੱਕ ਬੇਨਤੀ ਕਰਾਂਗਾ, SGPC ਜਾਂ ਤੁਸੀਂ ਸੰਸਥਾ ਇਸ ਵੱਲ ਧਿਆਨ ਦੇਵੋ। ਕੰਡੀਸ਼ਨ ਹੋਣੀ ਚਾਹੀਦੀ ਹੈ, ਅਗਰ ਭਾਈ ਆਨੰਦ ਕਾਰਜ ਕਰਨਾ ਹੈ ਤੇ ਗਿਆਨੀ ਜੀ ਦੇ ਕੋਲ 4 ਬੰਦੇ ਲੜਕੀ ਵਾਲੇ ਤੇ 2-3 ਬੰਦੇ ਲੜਕੇ ਵੱਲੋਂ ਆਉਂਦੇ ਹਨ। ਕਿਉਂ ਨਹੀਂ ਅਰਦਾਸ ਵੇਲੇ, ਜਿਸ ਵੇਲੇ ਆਨੰਦ ਕਾਰਜ ਦੀ ਜਿਸ ਵੇਲੇ ਮਿਲਣੀ ਦੀ ਅਰਦਾਸ ਕਰਦੇ ਹਨ, ਪੈਲਸਾਂ 'ਚ ਜਾ ਕੇ ਪਹਿਲਾਂ ਤਾਂ ਉੱਥੋਂ ਬੈਨ ਕੀਤਾ ਜਾਵੇ ਗ੍ਰੰਥੀ ਸਿੰਘਾਂ ਨੂੰ। ਅਸੀਂ ਜੇ ਅਰਦਾਸ ਕਰਨੀ ਹੈ ਤੇ ਘੱਟੋ ਘੱਟ ਗੁਰਦੁਆਰਾ ਦੀ ਹਦੂਦ ਅੰਦਰ ਆਣ ਕੇ ਸਾਰੀ ਬਰਾਤ ਖੜੀ ਹੋਵੇ, ਉੱਥੋਂ ਅਰਦਾਸ ਕੀਤੀ ਜਾਵੇ। ਜੇ ਕੋਈ ਸਮਾਂ ਹੈ ਨਹੀਂ ਕਿਸੇ ਪਾਸੇ ਹੁੰਦੀ ਤਾਂ ਉੱਤੇ ਬੇਨਤੀ ਜ਼ਰੂਰ ਕੀਤੀ ਜਾਵੇ ਗ੍ਰੰਥੀ ਸਿੰਘ ਵੱਲੋਂ ਆਨੰਦ ਕਾਰਜ ਵਿੱਚ ਸਾਰੇ ਪਰਿਵਾਰ ਆਣ ਕੇ ਚਾਹ ਪਾਣੀ ਛਕ ਤੋਂ ਬਾਅਦ ਇੱਥੇ ਆਣ ਕੇ ਆਨੰਦ ਕਾਰਜ ਵਿੱਚ, ਤਾਂ ਹੀ ਆਨੰਦ ਕਾਰਜ ਦੀ ਜਿਹੜੀ ਮਰਜ਼ਾਦਾ ਸੰਪੂਰਨ ਹੋਵੇਗੀ।
ਜਿਹੜੇ ਆਪਾਂ ਸਾਰੇ ਆਨੰਦ ਕਾਰਜ ਵਿੱਚ ਸ਼ਾਮਲ ਹੁੰਦੇ ਆ। ਜੇ ਉਹ ਅਰਦਾਸ ਬੇਨਤੀ ਵਿੱਚ ਲੜਕਾ ਤੇ ਲੜਕੀ ਨੂੰ ਆਸ਼ੀਰਵਾਦ ਇਹੀ ਹੈ ਅਸਲੀ, ਜਦੋਂ ਅਰਦਾਸ ਵਿੱਚ ਜੁੜ ਕੇ ਉਹਨਾਂ ਪ੍ਰਤੀ ਆਪਾਂ ਉਹਨਾਂ ਦੇ ਆਉਣ ਵਾਲੇ ਜੀਵਨ ਵਿੱਚ ਅਰਦਾਸਾਂ ਵਿੱਚ ਸ਼ਾਮਲ ਹੋਣਾ, ਉਹ ਹੀ ਅਰਦਾਸ ਹੈ। ਸੋ ਇਹ ਬੀੜਾ ਜਿਹੜਾ ਹੈ ਇਹ ਵੀ ਤੁਹਾਨੂੰ ਚੱਕਣਾ ਪਵੇਗਾ। ਸੋ ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ, ਸਾਡੇ ਜਥੇਦਾਰ ਭਾਈ ਸਾਹਿਬ ਭਾਈ ਲਸ਼ਕਰ ਸਿੰਘ ਜੀ, ਉਹ ਵੀ 1 ਸਕਿੰਟ ਵਾਸਤੇ ਕੁਝ ਕੀ ਵਿਚਾਰ ਦਿੰਦੇ ਹਨ। ਸਾਡੇ ਕੋਲ 7:15 ਵਜੇ ਅਸੀਂ ਬਿਲਕੁਲ ਸਮਾਪਤੀ ਕਰ ਦੇਣੀ ਹੈ। ਸੋ ਆਪ ਜੀ ਨੂੰ ਬੇਨਤੀ ਹੈ। ਮੈਂ ਆਪਣੇ ਬੱਚੇ ਦੀ ਲੜਕੇ ਦੀ ਸ਼ਾਦੀ ਕੀਤੀ, ਵਾਰੇ ਨਹੀਂ ਕੀਤੇ, ਕਲਗੀਆਂ ਨਹੀਂ ਲਾਈਆਂ, ਤੇਲ ਨਹੀਂ ਚੋਏ, ਪਾਣੀ ਨਹੀਂ ਵਾਰਿਆ ਤੇ ਸਿੰਘ ਸੂਰਮੇ ਨਾਟਕ ਖੇਡਿਆ, ਧਾਰਮਿਕ ਸਮਾਗਮ ਕੀਤਾ ਔਰ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜੇ ਹੋ ਕੇ ਕੀਤੇ। ਮੈਨੂੰ ਇਹ ਦੱਸਿਆ ਜਾਵੇ ਕਿ ਜਦੋਂ ਬੱਚਾ ਤੇ ਬੱਚੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਦੇ ਆ, ਗ੍ਰੰਥੀ ਸਿੰਘ ਆਨੰਦ ਕਾਰਜ ਲਾਵਾਂ ਪੜ੍ਹਦਾ ਤੇ ਬੱਚਾ ਬੱਚੀ ਬੈਠੇ ਹੁੰਦੇ ਆ ਲੇਕਿਨ ਰਹਿਤ ਮਰਿਆਦਾ ਦੇ ਵਿੱਚ ਖੜੇ ਹੋ ਕੇ ਆ। ਸਾਨੂੰ ਇਹ ਦੱਸਿਆ ਜਾਵੇ ਕਿ ਕੀ ਬੈਠ ਕੇ ਵੀ ਜਾਇਜ਼ ਹੈ ਕਿ ਖੜੇ ਹੋ ਕੇ ਸੁਣਨਾ ਚਾਹੀਦਾ ਬੱਚੇ ਬੱਚੀ ਨੂੰ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਭਾਈ ਸਾਹਿਬ ਭਾਈ ਲਸ਼ਕਰ ਸਿੰਘ ਜੀ ਹੁਣਾਂ ਦਾ ਬੜਾ ਇਹਨੂੰ ਸਵਾਲ ਆ। ਜੋ ਰੀਤੀ ਹੈ, ਮਰਜ਼ਾਦਾ ਹੈ, ਉਹ ਗੁਰੂ ਪਿਆਰਿਓ ਆਨੰਦ ਕਾਰਜ ਦੇ ਸਮੇਂ ਦੇ ਉੱਪਰ ਲੜਕਾ ਤੇ ਲੜਕੀ ਨੂੰ ਖੜੇ ਹੋ ਕੇ ਲਾਵਾਂ ਦਾ ਪਾਠ ਆ ਜਿਹੜਾ ਉਹ ਸਰਵਣ ਕਰਨਾ ਚਾਹੀਦਾ। ਪਰੰਤੂ ਇਹ ਇੱਕ ਪਰੰਪਰਾ ਚੱਲ ਪਈ ਕਿ ਲੜਕੀ ਕਈ ਵਾਰੀ ਘਬਰਾ ਜਾਂਦੀ ਹੈ, ਉਹਦੇ ਨਾਲ ਕੋਈ ਨੂੰ ਫੜ ਕੇ ਖੜਨ ਦੀ ਕੋਸ਼ਿਸ਼ ਕਰਦੇ ਆ। ਪਰ ਇਸ ਪ੍ਰਕਾਰ ਦੀਆਂ ਇੱਕ ਸਾਡੀਆਂ ਜਿਹੜੀਆਂ ਮਨੋਕਲਪਿਤ ਜਿਹੜੀਆਂ ਗੱਲਾਂ ਹੈਗੀਆਂ ਨੇ, ਜੋ ਮਰਜ਼ਾਦਾ ਹੈ ਉਹ ਖੜੇ ਹੋ ਕੇ ਲਾਵਾਂ ਸਰਵਣ ਕਰਨ ਦੀ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ ਸਿੰਘ ਸਾਹਿਬ ਜੀ ਦਾ ਜਿਨ੍ਹਾਂ ਨੇ ਜਵਾਬ ਦਿੱਤਾ। ਮੈਂ ਹਰਵਿੰਦਰ ਜੀ ਨੂੰ ਬੇਨਤੀ ਕਰਾਂਗਾ, ਉਹ ਨੌਜਵਾਨ ਹੈ, ਉਹ ਵੀ ਤਤਪਰ ਹਨ, ਉਹ ਵੀ ਆਪਣੇ ਵਿਚਾਰ ਸਿਰਫ 5 ਸੈਕਿੰਡ ਵਿੱਚ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿੰਘ ਸਾਹਿਬ ਜੀ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਆਪਣੇ ਜਿਹੜੇ ਜਗ੍ਹਾ ਬਣੀਆਂ ਹੁੰਦੀਆਂ ਹਨ, ਉਹਨਾਂ ਜਗ੍ਹਾ ਦੇ ਵਿੱਚ ਲਾਗੇ ਕਮਰੇ ਵੀ ਬਣੇ ਹੋਏ ਹੁੰਦੇ ਹਨ ਜਾਂ ਕਮਰਿਆਂ ਦੇ ਵਿੱਚ ਜਗ੍ਹਾ ਬਣੀਆਂ ਹੋਈਆਂ ਹੁੰਦੀਆਂ ਹਨ, ਤੇ ਉਹ ਜਿਹੜੇ ਆਪਣੇ ਜਿਹੜੇ ਸੱਜਣ ਆ ਉਹ ਮਹਾਰਾਜ ਦਾ ਸਰੂਪ ਉੱਥੇ ਲੈ ਕੇ ਜਾਂਦੇ ਆ, ਕੀ ਲੈ ਕੇ ਜਾਣਾ ਉੱਥੇ ਜਾਇਜ਼ ਆ? ਹਾਂਜੀ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿੱਥੇ ਅਲੱਗ ਤੌਰ ਦੇ ਉੱਤੇ ਬਾਉਂਡਰੀ ਹੈ, ਕੋਈ ਜਗ੍ਹਾ ਬਣੀ ਹੋਈ ਆ, ਉਹ ਬਾਹਰ ਹੈ ਵੱਖਰੇ ਤੌਰ ਦੇ ਉੱਤੇ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਮਾਨ ਹੋ ਸਕਦੇ ਨੇ। ਜਿੱਥੇ ਬਾਉਂਡਰੀ ਦੇ ਅੰਦਰ ਹੀ ਕੋਈ ਜਗ੍ਹਾ ਬਣੀ ਹੋਈ ਹੈ, ਕਿਸੇ ਜਗ੍ਹਾ ਦੀ ਮਾਨਤਾ ਹੈ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹ ਨਹੀਂ ਲੈ ਕੇ ਜਾ ਸਕਦੇ, ਕਿਉਂਕਿ ਕੰਧ ਕਿਸੇ ਨਾਲ ਵੀ ਸਾਂਝੀ ਹੋ ਸਕਦੀ ਆ, ਇੱਕ ਬਾਉਂਡਰੀ ਦੇ ਅੰਦਰ ਹੋਣਾ ਇੱਕ ਅਲੱਗ ਚੀਜ਼ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੈਂ ਧੰਨਵਾਦ ਕਰਦਾ ਸਿੰਘ ਸਾਹਿਬ ਜੀ ਦਾ। ਮੈਂ ਬੇਨਤੀ ਕਰ ਚੁੱਕਾ, ਟਾਈਮ ਸਾਡਾ ਸਮਾਪਤ ਹੋ ਚੁੱਕਾ ਹੈ। ਸੋ ਹੋਰ ਕਿਉਂਕਿ ਸਿੱਖ ਚੈਨਲ ਤੋਂ ਮੈਂ ਬੇਨਤੀ ਆਪ ਜੀ ਨੂੰ ਕਰਾਂਗਾ, ਜਿੱਥੇ ਵੀ ਯੂਕੇ ਭਾਰਤ ਤੇ ਯੂਰਪ ਭਰ ਦੇ ਸਾਰੇ ਵੀਰ ਸੁਣ ਰਹੇ ਹਨ, ਉਹਨਾਂ ਵਾਸਤੇ ਖੁਸ਼ਖਬਰੀ ਇਹ ਹੈ, ਜਿਹੜਾ ਗੁਰਮਤ ਗੋਸ਼ਟੀ ਦਾ ਪ੍ਰੋਗਰਾਮ ਸਿੰਘ ਸਾਹਿਬ ਜੀ ਹੋਣਾ ਨੇ ਸਿੱਖ ਚੈਨਲ ਨਾਲ ਤੈਅ ਕੀਤਾ ਹੈ, ਇਹ ਪੰਦਰਵਾੜਾ ਹਰ 15 ਦਿਨਾਂ ਬਾਅਦ ਚੱਲਿਆ ਕਰੇਗਾ। ਇਹੀ ਗੁਰਮਤ ਵਿਚਾਰਾਂ ਵਾਰ-ਵਾਰ ਵਿੱਚ ਆਇਆ ਕਰਨੀਆਂ ਹਨ। ਜਿਹੜੇ ਅੱਜ ਪਿੱਛੇ ਅਸੀਂ ਨਹੀਂ ਛੂਹ ਚੁੱਕੇ, ਇਹ ਆਉਣ ਵਾਲੇ ਦਿਨਾਂ ਵਿੱਚ ਫੇਰ ਛੂਏ ਜਾਣਗੇ। ਸੋ ਮੈਂ ਅਖੀਰ ਵਿੱਚ ਇੱਕ ਸਿੰਘ ਸਾਹਿਬ ਉਹ ਕੁਝ ਕਹਿਣਾ ਚਾਹੁੰਦੇ ਹਨ, ਉਹ ਸਕਿੰਟ 5 ਦੇ ਵਿੱਚ ਆਪਣੀ ਸਵਾਲ ਰੱਖਣ। ਉਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਸਿੰਘ ਸਾਹਿਬ ਜੀ ਨੂੰ ਸਿੱਖ ਚੈਨਲ ਤੋਂ ਉਹ ਆਉਣ ਵਾਲੇ ਪ੍ਰੋਗਰਾਮਾਂ ਵਾਸਤੇ ਕੀ ਸੁਨੇਹਾ ਦਿੰਦੇ ਹਨ। ਸੋ ਇਹਨਾਂ ਵਾਸਤੇ ਆਪਾਂ 1 ਮਿੰਟ ਸਿੰਘ ਸਾਹਿਬ ਜੀ ਆਪਣੇ ਵਿਚਾਰ ਪੇਸ਼ ਕਰਨ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਥੇਦਾਰ ਸਾਹਿਬ ਜੀ ਨੂੰ ਇੱਕ ਬੇਨਤੀ ਕਰਦਾ, ਜਿੱਦਾਂ ਆਮ ਹੀ ਹਰ ਗੱਲ ਹੋ ਗਈ ਆ ਵੀ ਮੜੀਆਂ ਤੇ ਮਹਾਰਾਜ ਸਰੂਪ ਲੈ ਕੇ ਜਾਂਦੇ ਆ, ਚਲੋ ਤਾਂ ਆਪਾਂ ਅਕਾਲ ਤਖਤ ਤੋਂ ਵੀ ਹੁਕਮਨਾਮਾ ਜਾਰੀ ਹੋਇਆ ਵੀ ਉੱਥੇ ਨਹੀਂ ਜਾਣੇ ਚਾਹੀਦੇ। ਹੁਣ ਜਿੱਦਾਂ ਆਮ ਹੀ ਗੁਰਦੁਆਰਿਆਂ ਦੇ ਵਿੱਚ ਵੀ ਮੱਠ ਬਣੇ ਹੋਏ, ਜਗ੍ਹਾ ਬਣੀਆਂ ਹੋਈਆਂ, ਜਿੱਥੇ ਜਗ੍ਹਾ ਬਣੀਆਂ ਹੋਈਆਂ ਉੱਥੇ ਮਹਾਰਾਜ ਦੇ ਸਰੂਪ ਪ੍ਰਕਾਸ਼ ਆ, ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ
ਇਸ ਦੇ ਪ੍ਰਤੀ ਸਪਸ਼ਟ ਹੀ ਹੋ ਚੁੱਕਿਆ ਕਿ ਜਿਹੜਾ ਅਸੀਂ ਇਹ ਗੁਰਮਤਿ ਗੋਸ਼ਟੀ ਨਾਮ ਦਾ ਪ੍ਰੋਗਰਾਮ ਉਲੀਕਿਆ, ਇਹ ਕੇਵਲ ਸਿੱਖ ਸੰਗਤਾਂ ਨੂੰ ਜਾਗਰਤ ਕਰਨ ਦੇ ਲਈ ਹੀ ਉਲੀਕਿਆ ਜਾ ਰਿਹਾ ਕਿ ਭਾਵੇਂ ਕੋਈ ਜਗ੍ਹਾ ਗੁਰਦੁਆਰਾ ਸਾਹਿਬ ਦੇ ਅੰਦਰ ਹੈ, ਭਾਵੇਂ ਕੋਈ ਬਾਹਰ ਹੈ, ਗੁਰੂ ਦੇ ਸਿੱਖ ਦਾ ਉਹਦੇ ਨਾਲ ਕੋਈ ਵਾਸਤਾ ਨਹੀਂ ਹੈ। ਜਦੋਂ ਜਾਗਰਤ ਹੋ ਗਏ ਤੇ ਬਾਹਰਲੀਆਂ ਵੀ ਦੀ ਮਾਨਤਾ ਤੇ ਗੁਰਦੁਆਰਾ ਸਾਹਿਬ ਦੀ ਹਦੂਦ ਵਾਲੀਆਂ ਵੀ, ਇਹ ਸਾਰੀਆਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ। ਕੇਵਲ ਸਾਨੂੰ ਲੋੜ ਹੈ ਤੇ ਜਾਗਰਤ ਹੋਣ ਦੀ, ਜਿਹਦੇ ਪ੍ਰਤੀ ਅਸੀਂ ਇਹ ਉਪਰਾਲਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਸਿੱਖ ਚੈਨਲ ਵੱਲੋਂ ਸਾਰੇ ਸਮੂਹ ਇਲਾਕਾ ਨਿਵਾਸੀ ਵੀਰਾਂ ਦਾ ਨਗਰ ਤਲਵੰਡੀ ਸਲੇਮ ਵੱਲੋਂ ਅਤੇ ਖਾਸ ਤੌਰ ਤੇ ਮੈਂ ਤਖਤ ਸ੍ਰੀ ਦਮਦਮਾ ਸਾਹਿਬ ਜਥੇਦਾਰ ਆਨੰਦਗੜ੍ਹ ਸਾਹਿਬ ਦੀ ਰਹਿਨਮਾਈ ਦੇ ਥੱਲੇ ਤਖਤ ਸਾਹਿਬ ਜੀ ਦੇ ਜੋ ਇਸ ਇਲਾਕੇ ਨੂੰ ਸਾਨੂੰ ਇਹ ਬਹੁਤ ਵੱਡੀ ਦੇਣ ਦਿੱਤੀ ਹੈ, ਸਭ ਦਫ਼ਤਰ ਦੀ, ਅਸੀਂ ਇਸ ਸਾਰੇ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਵਧਾਈ ਦਿੰਦੇ ਹਾਂ ਔਰ ਅਸੀਂ ਪ੍ਰਣ ਕਰਦੇ ਹਾਂ ਸਿੱਖ ਚੈਨਲ ਦੇ ਤੌਰ ਤੇ ਜਥੇਦਾਰ ਜੀ, ਅਕਾਲ ਤਖਤ ਸਾਹਿਬ, ਜਥੇਦਾਰ ਦਮਦਮਾ ਸਾਹਿਬ, ਸਾਰੇ ਜਥੇਦਾਰਾਂ ਦਾ ਅਸੀਂ ਸਤਿਕਾਰ ਨਾਲ, ਮਾਣ ਮਰਜ਼ਾਦਾ ਦੇ ਨਾਲ ਅਸੀਂ ਸਤਿਕਾਰ ਰੱਖਾਂਗੇ ਔਰ ਤਖਤਾਂ ਦੇ ਸਾਹਿਬਾਨਾਂ ਦੇ ਨਾਲ ਸਿੱਖ ਚੈਨਲ ਸਮਰਪਿਤ ਹੈ। ਸੋ ਮੈਂ ਅਖੀਰ ਵਿੱਚ ਜਿੱਥੇ ਵੀ ਯੂਕੇ ਅਤੇ ਯੂਰਪ ਅਤੇ ਦੁਨੀਆ ਭਰ ਵਿੱਚ ਸੰਗਤਾਂ ਸੁਣ ਰਹੀਆਂ ਹਨ, ਉਹਨਾਂ ਨੂੰ ਬੇਨਤੀ ਕਰਾਂਗਾ, ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਗੁਰਮਤਿ ਗੋਸ਼ਟੀ ਦੇ ਪ੍ਰੋਗਰਾਮ ਪੰਥ ਟਾਈਮ ਦੇ ਹੇਠ ਇਹ ਪ੍ਰੋਗਰਾਮਾਂ ਨੂੰ ਸੁਣਦੇ ਰਹੋਗੇ। ਤੁਹਾਡਾ ਸਹਿਯੋਗ ਚਾਹੀਦਾ। ਆਪਣੇ ਨਗਰਾਂ ਦੇ ਵਿੱਚੋਂ ਕੋਈ ਗੁਰਮਤਿ ਸਮਾਗਮ ਇਸ ਪ੍ਰਕਾਰ ਦਾ ਲੈਣਾ ਹੋਵੇ, ਸਾਡੇ ਨਾਲ ਸੰਪਰਕ ਕਰੋ। ਸਿੱਖ ਚੈਨਲ ਦੇ ਉੱਤੇ 00443103801050 ਦੇ ਉੱਤੇ ਤੁਸੀਂ ਟੈਲੀਫੋਨ ਘੁਮਾਓ ਜਾਂ ਜਥੇਦਾਰ ਸਾਹਿਬ ਜੀ ਨੇ ਆਪਣਾ ਟੈਲੀਫੋਨ ਦਾ ਨੰਬਰ ਜੋ ਦੱਸਣਗੇ। ਸੋ ਮੈਂ ਜਥੇਦਾਰ ਜੀ ਨੂੰ, ਉਹਨਾਂ ਨੂੰ ਇਹ ਵੀ ਬੇਨਤੀ ਕਰਾਂਗਾ, ਤੁਸੀਂ ਸਿੱਖ ਚੈਨਲ ਦੇ ਨਾਲ ਇਸੇ ਤਰ੍ਹਾਂ ਆਪਣੇ ਪ੍ਰੋਗਰਾਮ ਜਿੰਨੇ ਵੀ ਹੈ ਵੱਧ ਤੋਂ ਵੱਧ ਦਿਓ, ਤਾਂ ਕਿ ਗੁਰਮਤਿ ਵਾਸਤੇ ਜੋ ਸਿੱਖ ਚੈਨਲ ਹੈ 24 ਘੰਟੇ 7 ਦਿਨ 12 ਮਹੀਨੇ ਸਿਰਫ ਤਾਂ ਸਿਰਫ ਗੁਰਮਤਿ ਇਨਸਾਨੀਅਤ ਦੇ ਨਾਲ ਹੀ ਪ੍ਰੋਗਰਾਮ ਦਿੱਤੇ ਜਾ ਰਹੇ ਹਨ। ਕੋਈ ਵੀ ਲਚਕਰ ਗੀਤ ਜਾਂ ਕੋਈ ਕਿਸੇ ਤਰ੍ਹਾਂ ਦੇ ਵੀ ਇਹੋ ਜਿਹੇ ਪ੍ਰੋਗਰਾਮ ਕੋਈ ਨਹੀਂ ਦਿੱਤੇ ਜਾਂਦੇ। ਸੋ ਮੈਂ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਾਂਗਾ, ਸਿੱਖ ਚੈਨਲ ਰਾਹੀਂ ਉਹ ਸਿੱਖ ਚੈਨਲ ਤੋਂ ਤੁਸੀਂ ਕੀ ਹੋਰ ਕਹਿਣਾ ਚਾਹੁੰਦੇ ਆਪਣੇ ਅਖੀਰ ਵਿੱਚ ਸੰਬੋਧਨ ਕਰੋ ਸਾਰੇ ਪ੍ਰੋਗਰਾਮ ਦੀ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਟਾਈਮ ਦਾ ਇਹ ਪ੍ਰੋਗਰਾਮ ਦੇਖ ਰਹੀਆਂ ਦੇਸ਼ ਵਿਦੇਸ਼ ਦੇ ਅੰਦਰ ਬੈਠੀਆਂ ਸਭ ਸੰਗਤਾਂ ਨੂੰ ਇਸ ਗੱਲ ਦੀ ਅਸੀਂ ਵਧਾਈ ਦਿੰਦੇ ਹਾਂ ਕਿ ਆਪ ਸਭ ਸੰਗਤਾਂ ਦੀ ਸੇਵਾ ਦੇ ਵਿੱਚ ਸਿੱਖ ਚੈਨਲ ਯੂਕੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਹੁਣਾਂ ਦੇ ਵੱਲੋਂ, ਸਾਰੀ ਟੀਮ ਦੇ ਵੱਲੋਂ ਜੋ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੈ, ਉਹਦੇ ਨਾਲ ਮਿਲ ਕੇ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਜੋ ਤਖਤ ਸ੍ਰੀ ਦਮਦਮਾ ਸਾਹਿਬ ਦੀ ਰਹਿਨਮਾਈ ਦੇ ਵਿੱਚ ਸੇਵਾ ਨਿਭਾ ਰਹੀ ਹੈ, ਗੁਰਮਤਿ ਗੋਸ਼ਟੀ ਲੈ ਕੇ ਹਰ 15 ਦਿਨ ਦੇ ਬਾਅਦ ਹਾਜ਼ਰ ਹੋਵਾਂਗੇ। ਸਾਨੂੰ ਲੋੜ ਆ ਤੁਹਾਡੇ ਸਹਿਯੋਗ ਦੀ। ਸਹਿਯੋਗ ਲਈ, ਪ੍ਰੋਗਰਾਮ ਬੁੱਕ ਕਰਨ ਲਈ ਦੀ ਟੈਲੀਫੋਨ ਨੰਬਰ ਨੋਟ ਕਰੋ, ਮੋਬਾਈਲ ਨੰਬਰ 9511100880। ਜਿਹੜੇ ਨੰਬਰ ਸਾਡੇ ਪਿਛਲੇ ਪਾਸੇ ਲੱਗੇ ਬੈਨਰ ਦੇ ਉੱਪਰ ਵੀ ਦਿਖਾਈ ਦੇ ਰਹੇ ਨੇ। ਸਭ ਸੰਗਤਾਂ ਸਾਡੇ ਸਹਿਯੋਗ ਦਿਓ ਤਾਂ ਕਿ ਆਪਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਦੁਬਾਰਾ ਤੋਂ ਫਿਰ ਇਲਾਕਾ ਨਿਵਾਸੀ ਸੰਗਤਾਂ ਤਲਵੰਡੀ ਸਲੇਮ, ਨਕੋਦਰ ਤਹਿਸੀਲ, ਜ਼ਿਲ੍ਹਾ ਜਲੰਧਰ ਔਰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ, ਸਾਰੇ ਹੀ ਜਥੇਬੰਦੀ ਦਾ, ਸਾਰੇ ਸਤਿਕਾਰਯੋਗ ਜਿੰਨੇ ਵੀ ਸਰੋਤੇ ਹਨ ਜਿਨ੍ਹਾਂ ਨੇ ਸਵਾਲ ਕੀਤੇ ਹਨ, ਐਡਵੋਕੇਟ ਸਾਹਿਬ, ਜਥੇਦਾਰ ਸਾਹਿਬ, ਸਾਡੇ ਸਾਬਕਾ ਸਰਪੰਚ ਹੇਰ ਸਾਹਿਬ, ਜਿੰਨੇ ਵੀ, ਸਾਰਿਆਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਬੇਨਤੀ ਕਰਦਾ ਹਾਂ ਸਾਡੇ NRI ਭਰਾਵਾਂ ਨੂੰ, ਜਦੋਂ ਵੀ ਪੰਜਾਬ ਵਿੱਚ ਆਉਂਦੇ ਹਨ ਸੋ ਆਪਣੇ ਵੀਰਾਂ ਦੇ ਨਾਲ ਮਿਲ ਕੇ ਸੋ ਕੋਈ ਨਾ ਕੋਈ ਪ੍ਰੋਗਰਾਮ ਇੱਥੋਂ ਵੀ ਲੀਕੋ ਤਾਂ ਕਿ ਗੁਰਮਤਿ ਦਾ ਹੋਰ ਪ੍ਰਚਾਰ ਹੋ ਸਕੇ। ਮੈਂ ਖਾਸ ਕਰਕੇ ਧੰਨਵਾਦ ਕਰਾਂਗਾ ਭਾਈ ਸਤਨਾਮ ਸਿੰਘ ਜੀ ਚੰਨਾ ਜੀ ਦਾ ਅਤੇ ਚਾਹਲ ਸਾਹਿਬ ਦਾ, ਇਹ ਵੀ ਜਲੰਧਰ ਤੋਂ ਖਾਸ ਸਾਡੇ ਦਾਸ ਦੀ ਬੇਨਤੀ ਦੇ ਉੱਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਹੈ। ਪ੍ਰੋਗਰਾਮ ਕਰਦਿਆਂ ਤੇ ਅਨੇਕਾਂ ਪ੍ਰਕਾਰ ਦੀਆਂ ਉਣਤਾਈਆਂ ਭੁੱਲਾਂ ਰਹਿ ਜਾਂਦੀਆਂ ਹਨ,
ਇਹਦੇ ਲਈ ਸਿੱਖ ਚੈਨਲ ਆਪ ਜੀਆਂ ਤੋਂ ਖਿਮਾ ਵੀ ਮੰਗਦਾ ਹੈ, ਸਾਰਿਆਂ ਤੋਂ ਖਿਮਾ ਮੰਗਦਾ ਹਾਂ। ਸਮੁੱਚੇ ਤੌਰ ਤੇ ਸਾਰੀਆਂ ਸੰਗਤਾਂ ਦਾ, ਨਗਰ ਵਾਸੀਆਂ ਦਾ, ਪਿੰਡ ਦੀ ਪੰਚਾਇਤ ਦਾ, ਇੱਥੋਂ ਦੇ ਪ੍ਰਬੰਧਕ, ਗੁਰੂ ਸਾਹਿਬ ਦੇ ਵਜ਼ੀਰਾਂ ਦਾ ਜੀ ਆਇਆਂ ਕਹਿੰਦੇ ਹੋਏ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।